हेलो हेलो आवाज। हाँ जी, तो फिर ओम शांति। ओम शांति। तो व्हेन वी से ओम शांति, हाँ जी, ਉਹਦਾ मीनिंग है एक ते मैं शांत आत्मा, ते एक है ਉਹ ਅਕਾਲ ਪੁਰਖ शांत आत्मा, ਤੇ ਇੱਕ ਹੋਰ मीनिंग है कि ਇਹ ਖੇਡ ਜਿਹੜਾ ਅਸੀਂ ਖੇਡ ਰਿਹਾ ਉਹ ਚੱਲ ਰਿਹਾ ਹੈ ਉਸਦੇ ਹੁਕਮ ਦੇ ਵਿੱਚ। ਜਿਸ ਤਰ੍ਹਾਂ ਅਸੀਂ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਤੇ ਇਹ ਉਸਦੀ ਜਿਹੜੀ ਖੇਡ ਹੈ ਨਾ ਇਹ ਚੱਲ ਰਿਹਾ। ਥੋੜਾ ਅਸੀਂ ਰਿਕੈਪ ਕਰਾਂਗੇ ਅੱਜ ਆਤਮਾ। ਦੇਖੋ ਜਦੋਂ ਅਸੀਂ ਕਹਿੰਦੇ ਆ ਇਹ ਸਾਰਾ ਇੱਕ ਸਭ ਤੋਂ ਪਹਿਲਾਂ ਤੇ ਇਹ ਗਿਆਨ ਦੀ ਲੋੜ ਕੀ ਹੈ। ਮਨ ਜੀਤੇ ਜਗਜੀਤ, ਜੇ ਜਿਸ मतलब कि गुरबानी पढ़ना, गुरबानी ਨੂੰ ਸਮਝਣਾ, मतलब कि हर एक ਜਿਹੜੇ ਰਿਲੀਜੀਅਸ ਲੀਡਰਸ ਨੇ, ਚਾਹੇ ਉਹ ਬੁੱਧਾ ਹੋਏ ਜਾਂ ਜੀਸਸ ਹੋਏ, ਇਹਨਾਂ ਨੂੰ ਸਮਝਣਾ ਤੇ ਇਹਨਾਂ ਦੀ ਗੱਲਾਂ ਨੂੰ ਸਮਝਣਾ ਸਾਡੀ ਜ਼ਿੰਦਗੀ ਦੀ ਮਕਸਦ ਹੈਗਾ। ਤਦੇ मतलब पूरी दुनिया ਦਾ ਫਾਊਂਡੇਸ਼ਨ ਹੀ ਧਰਮ ਹੈਗਾ। ਇਹ ਧਰਮ ਨਹੀਂ ਜਿਹੜਾ ਦੁਨਿਆਵੀ ਧਰਮ। ਧਰਮ ਦਾ ਮਤਲਬ ਮੇਰਾ ਤੇ ਅਕਾਲ ਪੁਰਖ ਦੇ ਨਾਲ ਜੋ ਰਿਸ਼ਤਾ ਹੈ ਨਾ ਉਸ ਨੂੰ ਸਮਝਣਾ। ਕਿਉਂਕਿ ਜਦ ਅਸੀਂ ਖੁਸ਼ ਆ ਤੇ ਅਸੀਂ ਖੇਡ ਖੇਡ ਰਹੇ, ਜਦ ਸਾਡੀ ਮਨ ਦੀ ਅਵਸਥਾ ਠੀਕ ਹੈ ਉਦੋਂ ਤੱਕ ਤੇ ਠੀਕ ਹੈ, ਅਸੀਂ ਖੇਡੇ ਜਾਵਾਂਗੇ। ਜਿਸ ਤਰ੍ਹਾਂ ਬੱਚੇ ਜਦੋਂ ਖੇਡਦੇ ਨੇ ਤੇ ਖੁਸ਼ੀ ਨਾਲ ਖੇਡਦੇ ਨੇ, ਮਾਪਿਓ ਨੂੰ ਯਾਦ ਕਰਨ ਦੀ ਲੋੜ ਨਹੀਂ ਪੈਂਦੀ, ਨਾ ਉਹਨਾਂ ਨੂੰ मतलब कि ਨਾ ਮਾਪਿਓ ਦੇ ਕੋਲ ਆਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਖੇਡਣਾ ਚਾਹੁੰਦੇ ਨੇ। ਪਰ ਜਦੋਂ ਉਹ ਥੱਕ ਜਾਣ ਜਾਂ ਡਿੱਗਣ ਜਾਂ ਦਰਦ ਹੋਏ ਜਾਂ ਚੋਟ ਲੱਗੀ, ਫਿਰ ਦੌੜ ਕੇ ਵਾਪਸ ਆਉਂਦੇ ਨੇ ਮਾਪਿਓ ਕੋਲ ਹੀ ਕਿ ਘਰ ਆ ਜਾਂਦੇ ਨੇ ਵਾਪਸ। ਇਸੇ ਤਰ੍ਹਾਂ ਮੈਂ ਆਤਮਾ ਖੇਡਦਿਆਂ ਕਿੰਨੇ ਜਨਮ ਦੇ ਖੇਡਦਿਆਂ ਅਸੀਂ ਥੱਕ ਟੁੱਟ ਚੁੱਕੇ ਹਾਂ। ਤੇ ਜਦੋਂ ਅਸੀਂ ਥੱਕ ਜਾਂਦੇ ਆ ਨਾ, ਤੇ ਅਸੀਂ ਅੱਜ ਥੋੜਾ ਸ੍ਰਿਸ਼ਟੀ ਚੱਕਰ ਨੂੰ ਵੀ ਸਮਝਾਂਗੇ ਕਿ ਕਿਸ ਤਰ੍ਹਾਂ ਅਸੀਂ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ ਤੱਕ ਪਹੁੰਚੇ। ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਲਯੁਗ ਵਿੱਚ ਲਿਖਿਆ ਗਿਆ, ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਲਿਖਣਾ ਤੇ ਗੁਰੂ ਅਰਜਨ ਦੇਵ ਜੀ ਨੇ ਉਸਨੂੰ ਕੰਪਲੀਟ ਕੀਤਾ। ਪਰ ਸਾਡੀ ਸ੍ਰਿਸ਼ਟੀ ਉਸ ਤੋਂ ਪਹਿਲਾਂ ਦੀ ਚੱਲ ਰਹੀ ਹੈ ਤੇ ਕਲਯੁਗ ਤੋਂ ਪਹਿਲਾਂ ਵੀ ਯੁੱਗ ਹੈਗਾ ਸੀ। मतलब कि मैं आत्मा खेड रही हाँ। ये 500 साल ਦੇ ਵਿੱਚ शायद मैं कई रोल सिख आत्मा बन के खेडिया, पर 500 साल तो पहला भी मैं खेडिया। ਇਹਦਾ मतलब उस टाइम सिखी नहीं सी हैगा, पर ਰੱਬ ਤੇ ਹੈਗਾ ਸੀ ਨਾ। मतलब ਇਹ ਸਾਰੇ ਧਰਮ ਆਪਣੇ ਆਪਣੇ ਟਾਈਮ ਤੇ ਆਉਂਦੇ ਨੇ, ਪਰ ਜਿਹੜਾ ਅਕਾਲ ਪੁਰਖ ਹੈ ਨਾ ਉਹ ਸਦਾ ਲਈ ਤੇ ਉਹ ਆਪਣੀ ਯਾਦ ਦਿਲਾਉਣ ਵਾਸਤੇ ਇਹਨਾਂ ਨੂੰ ਭੇਜਦੇ ਨੇ। ਸਭ ਤੋਂ ਪਹਿਲਾਂ ਉਹਨੇ ਭੇਜੇ ਇਬਰਾਹਿਮ, ਤਕਰੀਬਨ 2500 ਸਾਲ ਹੋ ਗਏ ਨੇ ਇਬਰਾਹਿਮ ਤੇ ਬੁੱਧਾ, ਤੇ ਫਿਰ ਮੁਹੰਮਦ, ਜੀਸਸ ਤੇ ਗੁਰੂ ਨਾਨਕ। ਮਤਲਬ ਕਿ ਇਹ ਮੇਨ ਜਿਹੜੇ ਨੇ ਪੰਜ ਮੇਨ ਰਿਲੀਜਨ ਜਿਹੜੇ ਨੇ। ਬਾਕੀ ਨੇ ਬ੍ਰਾਂਚਸ, ਹੋਰ ਵੀ ਬੜੇ ਮਹਾਨ ਆਤਮਾएं ਨੇ, ਜਿਵੇਂ ਮਹਾਵੀਰ ਹੈ, ਗਾਂਧੀ ਹੈ, ਵਿਵੇਕਾਨੰਦ ਹੈ, ਬੜੇ ਨੇ, ਮੋਜ਼ਸ ਹੈ, मतलब कि ਕਿੰਨੇ ਨੇ। ਇੰਨੇ ਹੋਰ ਫਿਲਾਸਫਰਸ ਵੀ ਹੈਗੇ ਨੇ ਜਿਹੜੇ ਇਤਨੇ ਮਸ਼ਹੂਰ ਸਨ, ਐਰਿਸਟੋਟਲ ਐਂਡ ਬਰਨਾਰਡ ਰਸਲ ਐਂਡ ਬੜੇ ਨੇ। ਪਰ ਜਿਹੜੇ ਮੇਨ ਦੁਨੀਆ ਜਿਹਨੂੰ ਅਸੀਂ ਕਹਿੰਦੇ ਦੁਨੀਆ ਵਿੱਚ ਜਿਹੜੇ ਮੇਨ ਪੰਜ ਨੇ ਇਹੋ ਨੇ। ਤੇ ਹਿੰਦੂਆਂ ਦਾ ਜਦੋਂ ਅਸੀਂ ਗੱਲ ਕਰਨੀ, ਕ੍ਰਿਸ਼ਨਾ ਜਾਂ ਦੇਵੀ ਦੇਵਤਾएं ਜਾਂ ਰਾਮ ਜਾਂ ਇਹਨਾਂ ਦਾ ਮਾਈਥੋਲੋਜੀ ਗਿਣਿਆ ਜਾਂਦਾ ਹੈ, ਧਰਮ ਨੇ ਗਿਣਿਆ ਜਾਂਦਾ ਹੈ। ਨੋਟ ਕਰਿਓ, ਜਦੋਂ ਅਸੀਂ ਮਾਈਥੋਲੋਜੀ ਮਤਲਬ ਅਸੀਂ ਸੋਚਦੇ ਹਾਂ, ਮਤਲਬ ਇਟਸ ਨਾਟ ਕਨਫਰਮਡ। ਪਰ ਗੁਰੂ ਨਾਨਕ ਨੇ ਜਿਹੜਾ ਲਿਖਿਆ ਉਹ ਕਨਫਰਮਡ ਹੈਗਾ, ਕਿਉਂਕਿ ਉਹ ਸਿਰਫ 500 ਸਾਲ ਹੈ। ਕਿਉਂ ਕਨਫਰਮਡ ਹੈਗਾ? ਇਹ ਨਹੀਂ ਕਿ ਸਿਰਫ ਸਿੱਖੀ ਸਭ ਤੋਂ ਉੱਚੀ ਹੈ, ਨਹੀਂ, ਕਿਉਂਕਿ ਸਿਰਫ 500 ਸਾਲ ਹੈ, ਲੇਟੈਸਟ ਹੈਗਾ।
ਲੇਟੈਸਟ ਹੈਗਾ, ਇਸ ਵਾਸਤੇ ਉਹਦੇ ਵਿੱਚ ਸ਼ਕਤੀ ਹੈਗਾ। ਤਦੇ ਸਿੱਖ ਕੌਮ ਦੇ ਵਿੱਚ ਬਹੁਤ ਸ਼ਕਤੀ ਹੈਗਾ, ਕਿਉਂਕਿ ਲੇਟੈਸਟ ਕੌਮ ਹੈ, ਇਹ ਗੱਲ ਹੈ। ਤੇ ਤਦੇ ਤੁਸੀਂ ਵੇਖੋ ਹਰ ਇੱਕ ਜਗ੍ਹਾ ਜਿੱਥੇ ਵੀ ਕੋਈ ਸਿੱਖ ਜਾਏਗਾ, ਉਹ ਬਹੁਤ ਹੀ ਉਸ ਆਤਮਾ ਦੇ ਵਿੱਚ ਬਹੁਤ ਸ਼ਕਤੀ ਹੈਗਾ, ਕਿਉਂਕਿ ਲੇਟੈਸਟ ਹੈ ਨਾ, ਲੇਟੈਸਟ ਆਤਮਾएं ਆਏ ਹੋਏ ਨੇ ਪਰਮ ਧਾਮ ਤੋਂ ਖੇਡ ਖੇਡਣ। ਤੇ ਜਿਹੜੇ ਪੁਰਾਣੇ ਆਤਮਾएं, ਮੇਰੇ ਵਰਗਾ, ਤੁਹਾਡੇ ਵਰਗਾ, ਜਾਂ ਅਸੀਂ ਜੋ ਵੀ 500 ਸਾਲ ਤੋਂ ਪਹਿਲਾਂ ਆਤਮਾएं ਅਸੀਂ ਖੇਡ ਖੇਡਿਆ, ਉਹ ਵੀ ਉਹਨਾਂ मतलब कि मेजॉरिटी सिख आत्माएं परम धाम तो देखो ਅਸੀਂ ਸਾਰੇ ਇਕੱਠੇ ਖੇਡ ਖੇਡਣ ਨੇ ਆਉਂਦੇ। ਇਸ ਵਾਸਤੇ ਪੋਪੂਲੇਸ਼ਨ ਦੁਨੀਆ ਵਿੱਚ ਵੱਧਦੀ ਹੈ ਪੋਪੂਲੇਸ਼ਨ। ਤੇ ਜਿਹੜਾ ਜਿਸਨੂੰ ਅਸੀਂ ਕਹਿੰਦੇ ਪੁਰਾਣੀ ਆਤਮਾ ਹੈ ਤੇ ਨਵੀਂ ਆਤਮਾ, ਹੁਣ ਨਵੀਂ ਆਤਮਾ ਝੱਟ ਪਹਿਚਾਣਿਆ ਜਾਏਗਾ, ਜਿਵੇਂ ਗੂਗਲ ਵਾਲਾ ਜਾਂ ਮਾਈਕਰੋਸਾਫਟ ਵਾਲਾ, ਇਹ ਸਾਰੇ ਨਾ ਮਤਲਬ ਕਿ ਥੋੜੇ ਨਵੀਆਂ ਆਤਮਾएं। ਕਿਉਂ? ਕਿਉਂਕਿ ਇਹ ਤੁਸੀਂ ਦੇਖ ਸਕਦੇ ਜੀਨੀਅਸ ਸੋਲਸ ਜਿਹਨੂੰ ਕਹਿੰਦੇ, ਉਹਨਾਂ ਕੋਲ ਪੈਸਾ ਵੀ ਹੋਏਗਾ, ਉਹਨਾਂ ਕੋਲ ਮਤਲਬ ਫੇਮ, ਨੇਮ, ਇਹ ਸਾਰਾ ਹੋਏ, ਸ਼ੌਹਰਤ ਔਰ ਇੰਟੈਲੀਜੈਂਸ ਵੀ ਹੋਏਗਾ। ਮਤਲਬ ਜੀਨੀਅਸ ਸੋਲਸ ਦੁਨੀਆ ਵਿੱਚ ਬਹੁਤ ਨੇ, ਇਹ ਨਵੀਆਂ ਆਤਮਾ ਨੇ। ਤੇ ਇਹ ਮਤਲਬ ਅਸੀਂ ਇਸ ਵੇਲੇ ਲੈਟਸ ਸੇ 8 ਬਿਲੀਅਨ ਸੋਲਸ ਹੈਗਾ ਦੁਨੀਆ ਵਿੱਚ, ਇਕੱਠੇ ਨਹੀਂ ਆਏ, ਇਹ ਪੋਪੂਲੇਸ਼ਨ ਵੱਧ ਰਹੀ ਹੈ। ਹੁਣ ਜੇ ਤੁਸੀਂ 100 ਸਾਲ ਪਹਿਲਾਂ ਦੇਖਿਓ ਤੇ ਪੋਪੂਲੇਸ਼ਨ ਕਾਫੀ ਘੱਟ ਸੀ ਹੁਣ ਤੋਂ, ਤੇ ਹੋਰ 2000 ਜੀਸਸ ਦੇ ਟਾਈਮ ਤੇ ਕਿੰਨਾ ਕੁ ਸੀ ਪੋਪੂਲੇਸ਼ਨ 2500 ਸਾਲ ਪਹਿਲੇ। ਇਸ ਤਰ੍ਹਾਂ ਪੋਪੂਲੇਸ਼ਨ ਵੱਧ ਰਹੀ ਹੈ। ਕਿਉਂ ਵੱਧ ਰਹੀ ਹੈ? ਕਿਉਂਕਿ ਪਰਮ ਧਾਮ ਤੋਂ ਜਿੱਥੋਂ ਅਸੀਂ ਆਤਮਾएं, ਜਿਸ ਤਰ੍ਹਾਂ ਪਿਛਲੀ ਵਾਰੀ ਅਸੀਂ ਕੀਤਾ ਸੀ ਕਿ ਮੈਂ ਆਤਮਾ ਕੌਣ ਹਾਂ, ਮੈਂ ਫਿਰ ਰੀਕੈਪ ਕਰਾਂਗੀ ਕਿ ਸਾਡੇ ਨਾਲ ਅੱਜ ਇੱਕ ਵੀਰ ਜੀ ਨਵੇਂ ਨੇ, ਕਿ ਅਸੀਂ ਕਿਵੇਂ ਆਤਮਾ ਪਰਮ ਧਾਮ ਪਾਰ ਬ੍ਰਹਮ ਪਰਮੇਸ਼ਵਰ ਕਿਵੇਂ ਅਸੀਂ ਆਉਂਦੇ ਹਾਂ ਧਰਤੀ ਦੇ ਉੱਤੇ ਖੇਡ ਖੇਡਣ। ਪਰ ਇਸ ਵੇਲੇ ਮੈਂ ਸਮਝਾ ਰਿਹਾ ਕਿ ਸਾਨੂੰ ਲੋੜ ਹੈ ਪਰਮਾਤਮਾ ਦੀ ਇਸ ਕਲਯੁਗ ਵਿੱਚ। ਹੁਣ ਪਿਛਲੇ ਜਨਮ ਵਿੱਚ ਤੇ ਕਈ ਜਨਮਾਂ ਵਿੱਚ ਸ਼ਾਇਦ ਪਰਮਾਤਮਾ ਦੀ ਇੰਨੀ ਲੋੜ ਨਹੀਂ ਸੀਗਾ, ਕਿਉਂਕਿ ਅਸੀਂ ਆਏ ਜਿਸ ਤਰ੍ਹਾਂ ਬੱਚੇ ਖੇਡ ਰਹੇ ਹਾਂ, ਜਿੰਨਾ ਚਿਰ ਅਸੀਂ ਥੱਕ ਟੁੱਟ ਨਾ ਜਾਏ, ਜਿੰਨਾ ਚਿਰ ਕਲਯੁਗ ਦੇ ਅੰਤ ਤੱਕ ਨਾ ਪਹੁੰਚੇ, ਸਾਨੂੰ ਆਪਣੇ ਘਰ ਦਾ ਤੇ ਪਰਮਾਤਮਾ ਦੀ ਇੰਨੀ ਲੋੜ ਨਹੀਂ ਹੈਗੀ। ਪਰ ਜਦੋਂ ਅਸੀਂ ਥੱਕ ਟੁੱਟ ਜਾਂਦੇ ਤੇ ਕਲਯੁਗ ਦੇ ਵਿੱਚ ਖਾਸ ਕਰਕੇ ਅਸੀਂ ਥੱਕ ਗਿਆ, ਕਿਉਂਕਿ ਮਤਲਬ ਖੇਡ ਖੇਡਦਿਆਂ ਜਿਸ ਦਾ ਸਵੇਰ ਤੋਂ ਲੈ ਕੇ ਰਾਤ ਤੱਕ ਖੇਡ ਖੇਡਦੇ ਹਾਂ, ਉਹ ਅਸੀਂ ਥੱਕ ਜਾਂਦੇ ਹਾਂ। ਤੇ ਇਸ ਵਾਸਤੇ ਪਰਮਾਤਮਾ ਦੀ ਸ਼ਕਤੀ ਜਿਹੜੀ ਹੈ ਨਾ, ਸੌਸ ਹੈ, ਜਿਵੇਂ ਕਿ ਅਸੀਂ ਕਹਿੰਦੇ ਹਾਂ ਪਿਆਰ ਦਾ ਸਾਗਰ, ਗਿਆਨ ਦਾ ਸਾਗਰ, ਸ਼ਕਤੀ ਦਾ ਸਾਗਰ ਹੈ ਪਰਮਾਤਮਾ। ਉਹ ਇੱਕ ਓਂਕਾਰ ਦੀ ਗੱਲ ਹੋ ਜਾਵੇ, ਅਕਾਲ ਮੂਰਤ, ਸਤਨਾਮ, ਅਜੂਨੀ, ਸੈਭੰ, ਇਹ ਸਾਰੇ ਪਰਮਾਤਮਾ ਤੇ ਆਤਮਾ ਦੇ ਗੁਣ ਹੈ। ਆਤਮਾ ਤੇ ਪਰਮ ਆਤਮਾ ਵੀ ਆਤਮਾ ਹੀ ਹੈਗਾ। ਪਰਮ ਆਤਮਾ ਤੇ ਆਤਮਾ, ਉਸ ਤੇ ਅੱਗੇ ਪਰਮ ਲੱਗਿਆ। ਕਿਉਂ? ਕਿਉਂਕਿ ਉਹ ਪਰਮ ਆਤਮਾ ਕਦੀ ਸ੍ਰਿਸ਼ਟੀ ਉੱਤੇ ਮਾਂ ਦੇ ਗਰਭ ਵਿੱਚ ਨਹੀਂ ਪੈਦਾ ਹੁੰਦਾ, ਉਹ ਕਰਮ ਦੇ ਖਾਤੇ ਵਿੱਚ ਨਹੀਂ ਆਉਂਦੇ। ਬਾਕੀ ਹਰ ਇੱਕ ਆਤਮਾ, 8 ਬਿਲੀਅਨ ਆਤਮਾएं, ਜਿੰਨੇ ਮਰਜੀ ਸੋਲਸ ਨੇ ਦੁਨੀਆ ਵਿੱਚ, ਅਸੀਂ ਸਾਰੇ ਸਰੀਰ ਦੇ ਰੂਪ ਵਿੱਚ ਆ ਕੇ ਖੇਡ ਖੇਡਦੇ ਹਾਂ। ਤੇ ਕਿਵੇਂ ਇਸ ਸਰੀਰ ਵਿੱਚ ਆਉਂਦੇ ਹਾਂ? ਮਾਂ ਦੇ ਗਰਭ ਵਿੱਚ ਅਸੀਂ ਆਉਂਦੇ ਹਾਂ। ਮਾਂ ਦੇ ਗਰਭ ਵਿੱਚ ਅਸੀਂ ਇੰਨੀ ਛੋਟੀ ਜਿਹੀ ਆਤਮਾ ਆਉਂਦੇ ਹਾਂ, 2 ਸੈਲਸ ਮੀਟ ਹੁੰਦਾ ਹੈ ਤੇ ਉਹ ਸੈਲਸ ਵੱਧਦੀ ਹੈ, ਫਿਰ ਅਸੀਂ ਐਮਬ੍ਰੀਓ ਬਣਦਾ ਹੈ ਤੇ ਆਤਮਾ ਉਸ ਦੇ ਵਿੱਚ ਹੈ। ਪਰ ਆਤਮਾ ਦਿਖਦੀ ਕੋਈ ਨਹੀਂ, ਪਰ ਸਾਨੂੰ ਪਤਾ ਚੱਲਦਾ ਕਿ ਆਤਮਾ ਆ ਗਈ ਐਮਬ੍ਰੀਓ ਵਿੱਚ ਜਦੋਂ ਦੂਸਰਾ ਹਾਰਟ ਬੀਟ ਸ਼ੁਰੂ ਹੁੰਦਾ ਹੈ, ਮਤਲਬ ਬੱਚਾ ਸ਼ੁਰੂ ਹੋ ਗਿਆ, ਮਤਲਬ ਜਿਹੜਾ ਪ੍ਰੈਗਨੈਂਸੀ ਕਹਿੰਦੇ ਨੇ ਨਾ, ਪ੍ਰੈਗਨੈਂਟ ਹੋ ਗਈ। ਜਿੰਨਾ ਚਿਰ ਹਾਰਟ ਬੀਟ ਨਹੀਂ ਹੁੰਦਾ ਹੈ, ਮਤਲਬ ਆਤਮਾ ਜੇ ਨਹੀਂ ਆਈ, ਮਤਲਬ ਸਿਰਫ ਸੈਲਸ ਡਿਵੀਜ਼ਨ ਹੈ। ਇਸ ਵਾਸਤੇ ਕਈ ਵਾਰੀ ਪ੍ਰੈਗਨੈਂਸੀ ਮਤਲਬ ਕੰਪਲੀਟ ਵੀ ਨਹੀਂ ਹੁੰਦਾ, ਕਿਉਂਕਿ ਉਹ ਆਤਮਾ ਹੀ ਨਹੀਂ ਆਈ। ਤੇ ਕਈ ਵਾਰੀ ਆਤਮਾ ਆ ਕੇ ਉਹ ਟਿਕਦੀ ਵੀ ਨਹੀਂ, ਫਿਰ ਪ੍ਰੈਗਨੈਂਸੀ ਟਰਮੀਨੇਟ ਹੋ ਜਾਂਦੀ, ਕਿਉਂਕਿ ਆਤਮਾ ਨਿਕਲ ਗਈ, ਮਤਲਬ ਇਟਸ ਨਾਟ ਡੈਸਟੀਨੀ ਵਿੱਚ ਉਹਨੇ ਲਿਖਿਆ ਸੀ। ਤੇ ਮਤਲਬ ਹੁਕਮ ਅਨੁਸਾਰ ਜਿਹੜਾ ਹੋ ਰਿਹਾ। ਅਸੀਂ ਤੇ ਇਹ ਚੀਜ਼ਾਂ ਡਾਕਟਰਸ ਵਗੈਰਾ, ਸਾਇੰਟਿਸਟ ਵਗੈਰਾ ਵੀ ਮੰਨ ਚੁੱਕੇ ਨੇ ਕਿ ਉਹਨਾਂ ਦੇ ਹੱਥ ਵੀ ਨਹੀਂ। ਜਿਹੜਾ ਚੰਗਾ ਭਲਾ ਇਨਸਾਨ ਜਿਹੜਾ ਲੱਗ ਰਿਹਾ ਹੈ ਕਿ ਠੀਕ ਹੋਏਗਾ,
ਉਹ ਮਰ ਜਾਂਦਾ ਤੇ ਜਿਹੜਾ ਮਰਨ ਵਾਲਾ ਇਨਸਾਨ ਹੁੰਦਾ ਕਈ ਵਾਰੀ ਜੀ ਪੈਂਦਾ। ਇਸ ਵਾਸਤੇ ਡਾਕਟਰਸ ਔਰ ਸਾਇੰਟਿਸਟ ਵੀ ਇਸ ਗੱਲ ਨੂੰ ਮੰਨਣ ਲੱਗ ਪਏ ਨੇ ਕਿ ਹੈਗਾ ਕੁਛ ਜਿਹੜਾ ਅਸੀਂ ਨਹੀਂ ਸਮਝਦੇ। ਹੁਣ ਸਾਇੰਸ ਦੇ ਉੱਤੇ ਅਸੀਂ ਇੰਨਾ ਫੇਥ ਕਰਨੇ ਆ, ਸਾਡਾ ਵਿਸ਼ਵਾਸ ਸਾਇੰਸ ਦੇ ਉੱਤੇ ਬਹੁਤ ਹੈਗਾ। ਪਰ ਜੇ ਅਸੀਂ ਸੋਚੇ ਸਾਇੰਸ ਦਾ ਬੁਨਿਆਦ ਵੀ ਧਰਮ ਹੈਗਾ। ਹੁਣ ਸਾਇੰਸ ਜਿਵੇਂ ਕਿ ਨਿਊਟਨ ਨੇ ਕਿਹਾ ਹੈ ਲਾਅ ਆਫ ਗ੍ਰੈਵਿਟੀ, ਹੁਣ ਨਿਊਟਨ ਨੇ ਲਾਅ ਆਫ ਗ੍ਰੈਵਿਟੀ ਕ੍ਰੀਏਟ ਨਹੀਂ ਕੀਤਾ, ਉਹਨੇ ਦੇਖਿਆ ਕਿ ਐਪਲ ਗਿਰ ਰਿਹਾ ਹੈ ਤੇ ਉਹਨੇ ਲਾਅ ਆਫ ਗ੍ਰੈਵਿਟੀ ਨੂੰ ਸਮਝਿਆ ਤੇ ਉਸਨੂੰ ਨਾਮ ਦਿੱਤਾ ਹੈ। ਜੇ ਨਿਊਟਨ ਨੇ ਨਾਮ ਨਾ ਦਿੱਤਾ ਹੋਏ ਲਾਅ ਆਫ ਗ੍ਰੈਵਿਟੀ, ਫਿਰ ਵੀ ਐਪਲ ਨੇ ਡਿੱਗਣਾ ਹੀ ਸੀ, ਕੋਈ ਐਪਲ ਉੱਤੇ ਫਲੋਟ ਤੇ ਨਹੀਂ ਸੀ ਹੋਣਾ। ਤੇ ਸਾਇੰਸ ਜੋ ਮਤਲਬ ਕਿ ਕਰ ਰਿਹਾ ਹੈ ਤੇ ਜੋ ਬਹੁਤ ਵਧੀਆ ਕਰ ਰਿਹਾ ਹੈ, ਪਰ ਲੇਕਿਨ ਉਹ ਸਿਰਫ ਉਸ ਅਕਾਲ ਪੁਰਖ ਦੀ ਹਸਤੀ ਦੀ ਹੋਂਦ ਨੂੰ, ਦੀ ਕ੍ਰੀਏਸ਼ਨ ਨੂੰ ਸਮਝ ਕੇ ਨਾ ਦੇ ਰਹੇ ਹੈ ਨਾ। ਇਸ ਵਾਸਤੇ ਅਸੀਂ ਸਾਇੰਸ ਦੇ ਉੱਤੇ ਫੇਥ ਰੱਖਦੇ, ਪਰ ਹੈਰਾਨਗੀ ਦੀ ਗੱਲ ਹੈ ਅਸੀਂ ਅਕਾਲ ਪੁਰਖ ਜਿਹੜੇ ਸਾਨੂੰ ਬਣਾਇਆ, ਜਿਹੜਾ ਸਾਇੰਸ ਨੂੰ ਬਣਾਉਣ ਵਾਲੇ ਅਸੀਂ ਤੇ ਹੈਗਾ। ਤੇ ਮੈਂ ਜਿਹੜੀ ਆਤਮਾ ਛੋਟੀ ਜੀ ਜੋਤੀ ਬਿੰਦੂ ਮਾਂ ਦੇ ਗਰਭ ਵਿੱਚ ਆਉਣੀ ਆ ਤੇ ਫਿਰ ਮੈਂ ਛੋਟੀ ਬੱਚੀ ਪੈਦਾ ਹੁੰਦੀ ਆ, ਜਦੋਂ ਮੈਂ ਬੱਚੀ ਨਿਕਲਣੀ ਆ ਮਾਂ ਦੇ ਕੋਖ ਤੋਂ, ਉਸ ਵੇਲੇ ਇਹ ਬੱਚਾ ਦਾ ਕੋਈ ਨਾਮ ਨਹੀਂ ਹੈਗਾ, ਕੋਈ ਧਰਮ ਨਹੀਂ ਹੈਗਾ, ਕੁਛ ਪਤਾ ਹੀ ਨਹੀਂ ਉਸਨੂੰ। ਸਾਰੇ ਅਸੀਂ ਕਹਿੰਦੇ ਆ ਤੇਰਾ ਨਾਮ ਮਰਜੀਤ ਹੈ, ਤੂੰ ਲੜਕੀ ਹੈ, ਤੂੰ ਸਿੱਖ ਧਰਮ ਵਿੱਚ ਹੈ, ਤੇ ਫਿਰ ਅਸੀਂ ਉਹਨੂੰ ਤੂੰ ਗੁਰਦੁਆਰਾ ਜਾਣਾ ਹੈ, ਤੂੰ ਇਸ ਤਰ੍ਹਾਂ ਖਾਣਾ ਹੈ, ਤੂੰ ਵਾਲ ਨਹੀਂ ਕੱਟਣਾ ਹੈ, ਤੂੰ ਪੰਜਾਬੀ ਸਿੱਖਣਾ ਹੈ, ਹਿੰਦੀ ਸਿੱਖਣਾ ਹੈ, ਥਾਈ ਸਿੱਖਣਾ ਹੈ, ਇੰਗਲਿਸ਼ ਸਿੱਖਣਾ, ਇਹ ਸਾਰਾ ਕੁਝ ਮੈਨੂੰ ਬਾਹਰੋਂ ਦੱਸਿਆ ਜਾਂਦਾ। ਜੇ ਮੈਂ ਛੋਟੀ ਬੱਚੀ ਮਾਂ ਦੀ ਗਰਭ, ਮੈਂ ਅਮਰਜੀਤ ਹਾਂ, ਛੋਟੀ ਬੱਚੀ ਮਾਂ ਦੀ ਗਰਭ ਤੋਂ ਨਿਕਲੀ ਤੇ ਨਰਸ ਜਾਂ ਡਾਕਟਰ ਮੈਨੂੰ ਕਿਸੇ ਕ੍ਰਿਸਚੀਅਨ ਮਦਰ ਨੂੰ ਦਿੱਤਾ ਜਾਵੇ ਤੇ ਮੇਰੀ ਮਾਂ ਨੂੰ ਕਹਿ ਦਿੱਤਾ ਜਾਵੇ ਕਿ ਤੇਰੀ ਬੱਚੀ ਪੈਦਾ ਹੀ ਨਹੀਂ, ਮਤਲਬ ਮਰ ਗਈ, ਪੈਦਾ ਹੁੰਦਿਆਂ ਮਰ ਗਈ, ਔਰ ਮੈਨੂੰ ਕਿਸੇ ਕ੍ਰਿਸਚੀਅਨ ਮਦਰ ਨੂੰ ਦਿੱਤਾ ਜਾਏ ਪਾਲਣ ਵਾਸਤੇ, ਤੇ ਮੇਰੀ ਸ਼ਕਲ ਰੂਪ ਵੱਡੇ ਹੋ ਕੇ ਇਸ ਤਰ੍ਹਾਂ ਹੀ ਲੱਗਣਾ ਸੀ ਕਿ ਮੇਰਾ ਜੀਨਸ ਹੈ। ਲੇਕਿਨ ਮੇਰੇ ਖਾਣ ਪੀਣ, ਮੇਰੇ ਮਤਲਬ ਮੇਰਾ ਹੋਰ ਖਿਆਲਾਤ ਜਿਹੜੇ ਮੇਰੇ ਮਾਈਂਡ ਹੈ, ਮੇਰੇ ਥਾਟਸ ਹੈ, ਮੇਰੇ ਤਰੀਕੇ ਸੋਚਣ ਦਾ ਉਹ ਇੱਕਦਮ ਅਲੱਗ ਹੋਣਾ ਸੀ, ਹੈ ਨਾ। ਮੈਂ ਕ੍ਰਿਸਚੀਅਨ ਬਣਨਾ ਸੀ, ਮੈਂ ਚਰਚ ਜਾਣਾ ਸੀ, ਮੈਂ ਵਾਲ ਕੱਟਣਾ ਸੀ, ਮੈਂ ਮੀਟ ਸ਼ੀਟ ਖਾਣਾ ਸੀ, ਅਲੱਗ ਮਤਲਬ ਬੀਫ ਵਗੈਰਾ, ਪਹਿਰਾਵਾ ਹੀ ਅਲੱਗ ਹੋਣਾ ਸੀ। ਜੋ ਮੈਂ ਕਹਿੰਦੀ ਹਾਂ ਕਿ ਮੈਨੂੰ ਪਸੰਦ ਹੈ, ਉਹ ਜਿਹੜੀ ਮੈਂ ਕ੍ਰਿਸਚੀਅਨ ਮਦਰ ਨੇ ਪਾਲਿਆ, ਉਹ ਪੂਰੀ ਮੇਰੀ ਸੰਸਕਾਰ ਹੀ ਅਲੱਗ ਹੋਣਾ ਸੀ। ਇਹਦਾ ਮਤਲਬ ਇਹ ਗੱਲ ਮੈਂ ਕਿਉਂ ਛੇੜ ਰਹੀ ਹਾਂ ਕਿ ਸਾਨੂੰ ਇਹ ਸਮਝ ਆਉਣਾ ਚਾਹੀਦਾ ਕਿ ਮੈਂ ਇਸ ਵੇਲੇ ਜੋ ਆਪਣੇ ਆਪ ਨੂੰ ਮੈਂ ਸਮਝੇ ਕਿ ਮੈਂ ਆ ਹਾਂ, ਇਹ ਇੱਕ ਭੁੱਲ ਹੈਗਾ। ਇਹ ਮੈਨੂੰ ਪਹਿਚਾਨ ਹੋਣੀ ਚਾਹੀਦੀ ਕਿ ਇਹ ਮੈਨੂੰ ਬਣਾਇਆ ਗਿਆ। ਦੁਨੀਆ ਨੇ, ਮੇਰੇ ਮਾਂ ਪਿਓ, ਮੇਰੇ ਫਰੈਂਡਸ, ਮੇਰੇ এনवायरमेंट, ਮੇਰੇ ਸਕੂਲ, ਮੇਰੇ ਦੋਸਤਾਂ, ਮੇਰੇ ਕਿਤਾਬੇ, ਜੋ ਮੈਂ ਜਿੱਥੇ ਮੈਂ ਗਈ, ਉਹ ਸਾਰਾ ਪ੍ਰਭਾਵ ਮੇਰੇ ਮਨ ਉੱਤੇ, ਤੇ ਮੈਂ ਮਤਲਬ ਉਸ ਤਰ੍ਹਾਂ ਬੰਦੀ ਗਈ। ਹੁਣ ਦੇਖੋ, ਜੇ ਅਸੀਂ ਕਹਿੰਦੇ ਜਿਸ ਤਰ੍ਹਾਂ ਸਾਨੂੰ ਚੋਇਸ ਹੁੰਦੀ ਹੈ, ਇਹ ਮਨ ਜਿਹੜੀ ਨਾ, ਇਹ ਇੱਕ ਤੇ ਇਨਪੁਟ ਹੁੰਦੀ ਹੈ, ਇੱਕ ਬੁੱਧੀ ਹੁੰਦੀ ਹੈ ਚੋਇਸ, ਤੇ ਇੱਕ ਆਊਟਪੁੱਟ ਹੁੰਦੀ ਹੈ। ਜੋ ਵੀ ਅਸੀਂ ਇਹ ਬਹੁਤ ਫਾਸਟ ਚੱਲਦੀ ਹੈ, ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਮਨ ਕਿਸ ਤਰ੍ਹਾਂ ਚੱਲ ਰਿਹਾ, ਉਹਦਾ ਚੱਕਰ ਚੱਲ ਰਿਹਾ। ਜਿਵੇਂ ਕੋਈ ਮੈਨੂੰ ਸਿਗਰਟ ਦੇਵੇ, ਤੂੰ ਸਮੋਕਿੰਗ ਕਰੇਗੀ, ਹੁਣ ਮੇਰੇ ਸੰਸਕਾਰ ਜਿਹੜੀ ਨਾ ਉਹ ਆਖੇਗੀ ਨਹੀਂ। ਕਿਉਂਕਿ ਬਚਪਨ ਤੋਂ ਮੈਨੂੰ ਸਿਖਾਇਆ ਗਿਆ, ਤੂੰ ਸਿੱਖ ਪਰਿਵਾਰ ਵਿੱਚ ਅਸੀਂ ਸਿਗਰਟ ਨਹੀਂ ਪੀਂਦੇ, ਤੇ and then science ਨੇ ਵੀ ਸਿਖਾਇਆ ਕਿ it's bad for the lungs, ਉਹ ਵਗੈਰਾ ਵਗੈਰਾ, ਤੇ ਮੈਂ ਨਾ ਖਾਂ। ਪਰ ਜੇ ਮੈਨੂੰ ਬਚਪਨ ਤੋਂ ਕੁਛ ਨਹੀਂ ਦੱਸਿਆ ਗਿਆ ਸਿਗਰਟ ਦੇ ਬਾਰੇ, ਤੇ ਮੈਂ ਫਿਲਮ ਮੂਵੀਜ਼ ਦੇਖਾਂ, ਹਰੇ ਰਾਮਾ ਕ੍ਰਿਸ਼ਨਾ, ਇਸ ਤਰ੍ਹਾਂ ਕੋਈ ਪਿਕਚਰ ਦੇਖਾਂ ਤੇ ਉਹ ਹੀਰੋ ਸਮੋਕ ਕਰ ਰਿਹਾ, ਹੀਰੋਇਨ ਸਮੋਕ ਕਰ, ਤੇ ਮੈਨੂੰ ਸ਼ਾਇਦ ਚੰਗਾ ਲੱਗੇਗਾ ਕਿ ਉਹ ਇਹ ਤੇ ਬੜੀ ਫੈਸ਼ਨੇਬਲ ਚੀਜ਼ ਹੈ। ਤੇ ਨੌਜਵਾਨਾਂ ਨੂੰ ਇਹ ਤੇ ਹੁੰਦਾ ਕਿ you get influenced by the heroes and heroines of what is portrayed by advertisements and all. And 40s, 50s, 60s which the smoking was a big hit. ਉਸ ਜ਼ਮਾਨੇ ਦੇ ਵਿੱਚ ਜੇ ਮੈਂ ਇਸ ਤਰ੍ਹਾਂ ਦੇਖਿਆ ਤੇ ਕੋਈ ਮੈਨੂੰ ਆਫਰ ਕਰੇ ਤੇ ਸ਼ਾਇਦ ਮੈਂ ਆਖਾਂ, I'll take it, I like it,
मतलब कि मेरी चॉइस जो है ਉਹ ਵੀ ਜੋ ਮੈਨੂੰ ਸਿਖਾਇਆ ਗਿਆ ਹੈ, ਜੋ ਮੇਰੇ ਸੰਸਕਾਰ ਦੇ ਵਿੱਚ ਇਨਪੁਟ ਕੀਤਾ ਗਿਆ, ਉਹੀਓ ਮੈਂ ਆਊਟਪੁੱਟ ਮੇਰਾ ਉਹੀਓ। मतलब ये ਅਸੀਂ ਰੋਬੋਟਸ ਵਰਗਾ ਟੋਟਲੀ ਐਟ ਦ ਮਰਸੀ ਆਫ ਦ ਵਰਲਡ। ਹੁਣ ਮੈਂ ਬੱਚੀ ਜੇ ਪੈਦਾ ਹੋਈ ਹੋਵਾਂ ਤੇ ਇਹ ਛੋਟੀ ਜੀ ਬੱਚੀ ਕਿਸੇ ਗੁਰੂ ਨਾਨਕ ਨੇ ਪਾਲਿਆ ਹੋਵੇ ਜਾਂ ਕਿਸੇ ਬੁੱਧਾ ਨੇ ਜਾਂ ਕਿਸੇ ਜੀਸਸ, ਵਨ ਆਫ ਥੀਸ 5 ਰਿਲੀਜੀਅਸ ਲੀਡਰਸ, ਅਗਰ ਕਿਸੇ ਨੇ ਪਾਲਿਆ ਹੋਵੇ ਤੇ ਮੈਂ ਕਿਵੇਂ ਹੋਣਾ ਸੀ। ਸਮਝੋ ਗੁਰੂ ਨਾਨਕ ਨੇ ਮੈਨੂੰ ਬਚਪਨ ਤੋਂ ਪਾਲਿਆ, ਮੇਰੀ ਮਤਲਬ ਕਿਸ ਤਰ੍ਹਾਂ ਉਹ ਮੈਨੂੰ ਪਾਲਦੇ, ਕਿ ਮੇਰੀ ਲਾਈਕਿੰਗ ਹੁਣ ਵਰਗਾ ਹੁੰਦੀ ਕਿ ਮੈਨੂੰ ਆ ਪਸੰਦ ਹੈ ਜਾਂ ਮੈਂ ਪਾਊਡਰ ਲਗਾਣਾ ਹੈ, ਆਈ ਪੈਨਸਿਲ ਲਗਾਣਾ ਹੈ, ਕੱਪੜੇ ਸੋਹਣੇ ਪਾਣੇ। ਨਾ, ਗੁਰੂ ਨਾਨਕ ਨੇ ਤੇ ਇਹੋ ਤੇ ਗੱਲਾਂ ਦੇ ਉੱਤੇ ਧਿਆਨ ਹੀ ਨਹੀਂ ਸੀ ਦੇਣਾ। बैंक ਵਿੱਚ ਪੈਸਾ ਕਮਾਣਾ ਹੈ, बैंक ਵਿੱਚ ਪੈਸਾ ਜਮਾ ਕਰਨਾ ਹੈ, ਇੰਟਰਸਟ ਹੋ, ਇਹ ਸੇਲ ਕਰਨਾ ਹੈ, ਉਹ ਉਹਨਾਂ ਨੂੰ ਤੇ ਇਹ ਦੁਨਿਆਵੀ ਚੀਜ਼ਾਂ ਵਿੱਚ ਹੈ ਹੀ ਨਹੀਂ। ਕੀ ਖਾਣਾ, ਸਾਦਾ ਪਹਿਨਣਾ, ਰੱਬ ਨੂੰ ਯਾਦ ਕਰਨਾ, ਅੰਮ੍ਰਿਤ ਵੇਲਾ ਉੱਠਣਾ, ਇਹ ਤੇ ਨੋਰਮਲ ਰੂਟੀਨ ਹੋਣਾ ਸੀ ਸਾਡਾ। ਕਿਉਂਕਿ ਸਾਡੇ ਹੁਣ ਅਸੀਂ ਕਹਿੰਦੇ ਹਾਂ ਅਸੀਂ ਗੁਰੂ ਨਾਨਕ ਵਰਗਾ ਬਣਨਾ ਚਾਹੁੰਦੇ ਹੈ ਨਾ, ਹਰ ਇੱਕ ਸਿੱਖ ਆਖੇਗਾ ਕਿ ਮੈਂ ਗੁਰੂ ਨਾਨਕ ਵਰਗਾ ਬਣਨਾ ਹੈ, ਮੇਰਾ ਰੋਲ ਮਾਡਲ ਹੈ ਗੁਰੂ ਨਾਨਕ। ਕੋਈ ਬੁੱਧਿਸਟ ਆਖ ਕੇ ਮੇਰਾ ਰੋਲ ਮਾਡਲ ਹੈ ਬੁੱਧਾ, ਕ੍ਰਿਸਚੀਅਨਸ ਕਹਿਣਗੇ ਮੇਰਾ ਰੋਲ ਮਾਡਲ ਹੈ ਜੀਸਸ, ਮੁਸਲਿਮਸ ਕਹਿਣਗੇ ਹੈ ਮੁਹੰਮਦ। ਹੁਣ ਅਸੀਂ ਕਹਿ ਦਿੰਦੇ ਹਾਂ ਇਹ ਸਾਡੇ ਰੋਲ ਮਾਡਲਸ ਨੇ, ਪਰ ਹਕੀਕਤ ਵਿੱਚ ਸਾਡੀ ਜ਼ਿੰਦਗੀ ਵਿੱਚ ਅਸੀਂ ਕੀ ਕਰਨਾ ਇਹਨਾਂ ਵਰਗਾ? ਕੁਛ ਵੀ ਨਹੀਂ। ਜੇ ਅਸੀਂ ਚੰਗੀ ਤਰ੍ਹਾਂ ਸੋਚੀਏ, ਉਹਨਾਂ ਵਰਗਾ ਬਣਨ ਵਾਸਤੇ ਸਾਨੂੰ ਉਹਨਾਂ ਵਰਗਾ ਰਹਿਣਾ, ਪਹਿਨਣਾ, ਖਾਣਾ ਪਏਗਾ ਕਿ ਨਹੀਂ? ਜਿੰਨਾ ਚਿਰ ਅਸੀਂ ਉਹਨਾਂ ਵਰਗਾ ਜ਼ਿੰਦਗੀ ਨਹੀਂ ਬਿਤਾਵਾਂਗੇ, ਉਹਨਾਂ ਵਰਗਾ ਸੋਚਾਂਗੇ, ਉਹਨਾਂ ਵਰਗਾ ਜੀਵਾਂਗੇ ਨਹੀਂ, ਤੇ ਅਸੀਂ ਉਹਨਾਂ ਵਰਗਾ ਬਣਾਂਗੇ ਕਿਵੇਂ? ਇਸ ਵਾਸਤੇ ਇਹ ਜਿਹੜੀ ਸਾਡੀ ਪਿਆਲੀ ਹੈ ਨਾ, ਜਿਸ ਤਰ੍ਹਾਂ ਪਿਛਲੀ ਵਾਰੀ ਮੈਂ ਆਖਿਆ ਸੀ, ਇਹ ਸਮਝੋ ਸਾਡੀ ਪਿਆਲੀ ਕਾਲਾ ਪਾਣੀ ਨਾਲ ਭਰੀ ਹੈ। ਕਾਲਾਪਨ ਮਤਲਬ ਸਾਨੂੰ ਦੁਨੀਆ ਨੇ ਇਹ ਕੀ ਸਿਖਾਇਆ, ਸਾਡੇ ਮੱਤ ਵਿੱਚ ਸਾਰਾ ਇਹ ਭਰ ਗਿਆ। ਹੁਣ ਇਹਨੂੰ ਕਿਵੇਂ ਕੱਢੀਏ? ਸਾਨੂੰ ਉਲਟਾ ਕਰਨਾ ਤੇ ਆਉਂਦਾ ਕੋਈ ਨਹੀਂ, ਉਹ ਇਨਪੁਟ ਚਲਾ ਗਿਆ, ਸੰਸਕਾਰ ਵਿੱਚ ਪੈ ਗਈ ਇਹ ਸਾਰੀਆਂ ਗੱਲਾਂ, ਤੇ ਇਸ ਦੇ ਸਾਨੂੰ ਗੁੱਸਾ ਆਉਂਦਾ ਤੇ ਅਸੀਂ ਚਾਹੁੰਦੇ ਹਾਂ ਗੁੱਸਾ ਨਾ ਕਰੀਏ, ਪਰ ਉਹ ਕਿਵੇਂ ਉਹਨੂੰ ਕੱਢਾਂ? ਗੁੱਸਾ ਦਾ ਜੋ ਗੱਲਾਂ ਹੋਈਆਂ ਨੇ ਜ਼ਿੰਦਗੀ ਵਿੱਚ, ਜਿਹੜਾ ਸਾਨੂੰ ਇਸ ਤਰ੍ਹਾਂ ਬਣਾ ਲਏ, ਸਾਡੇ ਸੰਸਕਾਰ ਇਸ ਤਰ੍ਹਾਂ ਬਣੇ, ਸਾਡੀ ਹੈਬਿਟਸ, ਕੈਰੈਕਟਰ ਇਸ ਤਰ੍ਹਾਂ ਬਣ ਗਈ ਹੈ, ਉਹਨੂੰ ਕਿਵੇਂ ਅਸੀਂ ਬਦਲਾਂਗੇ? ਇੱਕੋ ਤਰੀਕਾ ਹੈ, ਨਾਮ ਨਾਲ। ਮਤਲਬ ਜਿੰਨਾ ਅਸੀਂ ਗੁਰੂ ਦੀਆਂ ਗੱਲਾਂ, ਰੱਬ ਦੀਆਂ ਗੱਲਾਂ, ਰੱਬ ਦੀਆਂ ਕਨੈਕਸ਼ਨ ਨਾਲ ਭਰਾਂਗੇ, ਸਾਫ਼ ਪਾਣੀ ਪਾਈ ਜਾਵਾਂਗੇ ਇਸ ਪਿਆਲੀ ਦੇ ਵਿੱਚ, ਉਹ ਕਾਲਾਪਨ ਆਪਣੇ ਆਪ ਨਿਕਲਦਾ ਜਾਏਗਾ। ਜਿੰਨਾ ਜ਼ਿਆਦਾ ਅਸੀਂ ਸਫੇਦ ਪਾਵਾਂਗੇ, ਜਿੰਨਾ ਜ਼ਿਆਦਾ ਅਸੀਂ ਰੱਬ ਨੂੰ ਯਾਦ ਕਰਾਂਗੇ, ਉਨਾ ਜ਼ਿਆਦਾ ਸਾਡੀ ਪਿਆਲੀ ਸਾਫ਼ ਹੋਏਗੀ। ਤੇ ਰੱਬ ਕਹਿੰਦਾ ਹੈ ਕਿ ਇਹ ਇੱਕ ਇਸੇ ਜਨਮ ਵਿੱਚ ਅਸੀਂ ਕਰ ਸਕਦੇ ਹਾਂ, ਹੋਰ ਕੋਈ ਜਨਮ ਵਿੱਚ ਨਹੀਂ। ਇਹੋ ਜਨਮ ਹੈ, ਸਾਨੂੰ ਉਸਨੂੰ ਪਾਣਾ, ਉਸਨੂੰ ਸਮਝਣਾ ਤੇ ਆਪਣੇ ਆਪ ਨੂੰ ਠੀਕ ਕਰਨਾ। ਆਪਣੇ ਆਪ ਨੂੰ ਠੀਕ ਕਰਨਾ ਸਿਰਫ ਅਗਲੇ ਜਨਮ ਵਾਸਤੇ ਹੀ ਨਹੀਂ, ਹੁਣ ਦੀ ਖੁਸ਼ੀ ਵਾਸਤੇ। ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਜੇ ਅਸੀਂ ਉਸਨੂੰ ਆਪਣੇ ਸਿਰ ਦੇ ਉੱਤੇ ਉਸਨੂੰ ਮਹਿਸੂਸ ਕੀਤਾ, ਉਸਦੀ ਕਿਰਪਾ ਨੂੰ, ਉਸ ਜਿਸਕੇ ਸਿਰ ਉੱਪਰ ਤੂੰ ਸੁਆਮੀ ਮਤਲਬ ਜਿਸਦੇ ਹੱਥ ਦੇ ਉੱਤੇ ਉਸਦੀ ਕਿਰਨੇ ਤੇ ਸਾਰੀ ਦੁਨੀਆ ਦੇ ਉੱਤੇ ਪੈ ਰਹੀ ਹੈ, ਉਸਦੇ ਹੱਥ ਤੇ ਹਰ ਇੱਕ ਇਨਸਾਨ ਦੇ ਉੱਤੇ ਹੈਗਾ, ਪਰ ਅਸੀਂ ਉਸਨੂੰ ਫੀਲ ਨਹੀਂ ਕਰਦੇ, ਸਾਡੇ ਵਿਸ਼ਵਾਸ ਨਹੀਂ ਹੈਗਾ, ਤੇ ਇਸ ਵਾਸਤੇ ਅਸੀਂ ਆਪਣੇ ਆਪ ਨੂੰ ਬਲੈਸਡ ਨਹੀਂ ਫੀਲ ਕਰਦੇ। ਉਸਦੀ ਕਿਰਨੇ ਸਦਾ ਵਾਸਤੇ ਹਰ ਇੱਕ ਦੇ ਉੱਤੇ ਪੈ ਰਹੀ। ਅਸੀਂ ਆਪਣਾ ਬੁੱਧੀ ਦਾ ਤਾਲਾ ਖੋਲ੍ਹਣਾ, ਦਸਮ ਦੁਆਰ ਖੋਲ੍ਹਣਾ ਮਤਲਬ ਪਹਿਚਾਨਣਾ ਕਿ ਮੈਂ ਆ ਹੈਗਾ ਤੇ ਤੂੰ ਆ ਹੈਗਾ, ਤੇ ਉਸ ਦੇ ਨਾਲ ਲਿੰਕ ਕਰਨਾ। ਫਿਰ ਅਸੀਂ ਫਿਰ ਉਸਨੂੰ ਕਹਿੰਦੇ ਨੇ ਸਿਮਰਨ, ਰੱਬ ਨੂੰ ਯਾਦ ਕਰਨਾ। ਪਰ ਅਮਰਜੀਤ ਬਣ ਕੇ ਅਸੀਂ ਰੱਬ ਨੂੰ ਨਹੀਂ ਯਾਦ ਕਰ ਸਕਦੇ, ਕਿਉਂਕਿ ਅਮਰਜੀਤ ਬਣ ਕੇ ਤੇ ਮੈਨੂੰ ਆਪਣਾ ਪਿਓ ਯਾਦ ਆਏਗਾ, ਆਪਣਾ ਮਾਂ ਯਾਦ ਆਏਗਾ, ਆਪਣੇ ਬੱਚੇ ਯਾਦ ਆਉਣਗੇ, ਆਪਣੇ ਪੋਤਰੇ ਯਾਦ ਆਉਣਗੇ, ਆਪਣੇ ਭੈਣਾਂ, ਫਰੈਂਡਸ ਸਭ ਯਾਦ ਆਉਣਗੇ।
सानू आत्मा बन के परमात्मा दी फिर याद आती है। इस वास्ते बहुत जरूरी है कि सब तो पहला जो पिछली बारी मैं आख्या सी प्रैक्टिस करनी की, मैं ज्योति बिंदु आत्मा। ज्योति बिंदु क्यों? क्योंकि मन तो ज्योत स्वरूप है, अपना मुंह पहचान। एक ते गुरु ने साफ आख्या तू ज्योत है, और दूजी गल कि मैं मां दे गर्भ विच आई हां जदों मैं इन्नी कुछ सी ते हुण मैं इन्नी को हो गई ते मतलब कि एक छोटी जी एम्ब्रियो वड्डी हो गई और बच्ची बन गई, फिर लड़की, फिर इस मतलब कि वी हैव ग्रोन इन साइज। ये शक्ल हुण मां दे गर्भ विच मेरी ये चेहरा थोड़ा सेगा, है ना? ਇਹਦਾ मतलब ये बाहरली हस्ती ਜਿਹੜੀ पंज तत्व ਦੀ ਇਹ हस्ती है ये बदल रही है, पर मैं आत्मा ਜਿਹੜੀ है ना ਉਹ ਇਹ ਸਾਰਾ ਕੁਝ ਵੇਖ ਰਹੀ ਹੈ। ਇਸ ਵਾਸਤੇ ਅਸੀਂ ਕਈ ਵਾਰੀ ਜਦੋਂ ਸੋਚਦੇ ਹਾਂ ਮੈਂ ਛੋਟੀ ਸਾਂ ਤੇ ਮੈਂ ਇਸ ਤਰ੍ਹਾਂ ਸੀ, ਮੈਂ ਇਸ ਤਰ੍ਹਾਂ ਕਰਦੀ ਸਾਂ, ਮੈਂ ਉਸ ਤਰ੍ਹਾਂ ਕਰਦੀ ਸਾਂ, ਮਤਲਬ ਅਸੀਂ ਆਪਣਾ ਜ਼ਿੰਦਗੀ ਨੂੰ ਇੱਕ ਫਿਲਮ ਵਰਗਾ ਵੇਖ ਸਕਦੇ ਹਾਂ, ਜਿਵੇਂ ਕਿ ਅਸੀਂ ਪਿਕਚਰ ਵੇਖ ਰਹੇ ਹਾਂ, ਆਪਣੀ ਜ਼ਿੰਦਗੀ ਦੀ ਪਿਕਚਰ ਅਸੀਂ ਵੇਖ ਸਕਦੇ ਹਾਂ। ਇਟਸ ਲਾਈਕ ਅ ਮੂਵੀ ਆਰ ਹੋਲ ਲਾਈਫ। ਕੁਝ ਗੱਲਾਂ ਯਾਦ ਨਹੀਂ, ਕੁਝ ਗੱਲਾਂ ਨਹੀਂ ਯਾਦ, ਪਰ ਮੈਂ ਦੇਖਣ ਵਾਲੀ ਹਾਂ। इस वास्ते आत्मा कौन हैगा? आत्मा मैं हैगा जो कर रही हां, इन अखां नाल वेख रही हां, नक नाल श्वास ले रही हां, मुंह नाल बोल रही हां, खा रही हां, कान नाल सुन रही हां, हथ पैर नाल कर्म कर रही हां। मैं आत्मा इस सारा कुछ कर रही हां। ये ध्यान विच ये शुरुआत इत्थों हुंदी है कि मैं अपने आप ਨੂੰ ज्योति बिंदु समझ के ध्यान करांगे कि मैं आत्मा इस सारा कुछ ਜਦੋਂ ਇਹ ਮੈਨੂੰ ਫੀਲ ਹੁੰਦਾ ਕਿ ਮੈਂ ਆਤਮਾ ਇਹ ਸਾਰਾ ਕੁਝ ਕਰ ਰਹੀ ਹਾਂ। ਵੀਰ ਜੀ ਇੱਕ ਗੱਲ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਗਿਆਨ ਦੀਆਂ ਗੱਲਾਂ ਸੁਣ ਰਹੇ ਨਾ ਸਾਨੂੰ ਇੱਕ ਜਗ੍ਹਾ ਤੇ ਟਿਕ ਕੇ ਧਿਆਨ ਨਾਲ ਸੁਣਨਾ ਪਏਗਾ, ਕਿਉਂਕਿ ਇਹ ਬਹੁਤ ਗਹਿਰੀਆਂ ਗਹਿਰੀਆਂ ਗੱਲਾਂ ਨੇ। ਜੇ ਜਿਸ ਤਰ੍ਹਾਂ ਤੁਸੀਂ ਇਹ ਜਿਵੇਂ PhD ਦੀਆਂ ਗੱਲਾਂ ਨੇ, ਹੁਣ ਬੱਚਿਆਂ ਨੂੰ ਕਿਸ ਤਰ੍ਹਾਂ ਅਸੀਂ ਬਿਠਾਈਦਾ ਨਾ ਕਿ ABC ਸੁਣਨ ਵਾਸਤੇ, ਜੇ ਅਸੀਂ ਟੁਰਦੇ ਫਿਰਦੇ ਉਹਨਾਂ ਨੂੰ ਇੰਨਾ ਨਹੀਂ ਗਹਿਰਾਈ ਵਿੱਚ। ਇਹ ਆਤਮਾ ਇਜ਼ ਨਾਟ ਵਿਜ਼ੀਬਲ, ਇਹ ਅੱਖਾਂ ਨਾਲ ਅਸੀਂ ਦੇਖ ਨਹੀਂ ਸਕਦੇ, ਕੰਨ ਨਾਲ ਸੁਣ ਨਹੀਂ ਸਕਦੇ, ਉਹ ਪੰਜ ਤੱਤਾਂ ਤੋਂ ਉੱਤੇ ਦੀ ਚੀਜ਼ ਹੈ। ਥੋੜਾ ਧਿਆਨ ਦੇ ਕੇ ਫਿਰ ਅੰਦਰ ਸਾਨੂੰ ਉਹ ਫੀਲ ਹੋਏਗਾ ਤੇ ਮਹਿਸੂਸ ਹੋਏਗਾ। ਪਰ ਜੇ ਅਸੀਂ ਇਸ ਵਾਸਤੇ ਇਹ ਗਿਆਨ ਵਾਸਤੇ ਤੇ ਸਿਮਰਨ ਕਰਨ ਵਾਸਤੇ ਤਾਂ ਅਸੀਂ स्थिर कर बैसो हर जन प्यारे सतगुरु स्थिर कर बैसो दी गल है। मनोज को पूछो कितना पैसा वो Is my voice disturbing? Is it clear or not clear? I think if you other people can put on mute. Hello, if other people put on mute ना, फिर ਤੁਸੀਂ ਸਾਰੇ ਆਪਣੇ ਆਪ ਨੂੰ ਮਿਊਟ ਤੇ ਕਰ ਦਿਓ, ਫਿਰ ਉਹ ਡਿਸਟਰਬੈਂਸ ਰਿਕਾਰਡਿੰਗ ਵਿੱਚ ਵੀ ਨਹੀਂ ਆਏਗੀ। ਸੌਰੀ ਮੈਮ। ਹਾਂਜੀ।
हाँ जी, हाँ जी, सॉरी वो मतलब टाइम इंटरनेट ਦਾ ਐਕਸਪਾਇਰ ਹੋ ਗਿਆ ਸੀ ਨਾ ਤੇ ਹੁਣ ਫਿਰ ਆਵਾਜ਼ ਕਲੀਅਰ ਹੈ ਤੁਹਾਨੂੰ ਸੁਣਾਈ ਦੇ ਰਹੀ ਹੈ ਅੱਛੀ ਤਰ੍ਹਾਂ हाँ ਕਿ जी ਸੌਫਟ ਬਹੁਤ ਅੱਛਾ ਤੁਸੀਂ ਸਾਰੇ ਮਿਊਟ ਕਰ ਲਓ ਫਿਰ ਅਸੀਂ ਕੰਟੀਨਿਊ ਕਰਨਾ ਕਿਉਂਕਿ ਅੱਜ ਥੋੜਾ ਮੈਡੀਟੇਸ਼ਨ ਵੀ ਕਰਾਂਗੇ ਤੇ ਮੈਡੀਟੇਸ਼ਨ ਮਤਲਬ ਐਕਚੁਅਲੀ ਅਸੀਂ ਮੈਡੀਟੇਸ਼ਨ ਸਿਮਰਨ ਕਹਿੰਦੇ ਆ ਕਿਉਂਕਿ ਅਸੀਂ ਆਪਣੇ ਹੋਣ ਤੋਂ ਇੰਨਾ ਦੂਰ ਹੋ ਚੁੱਕੇ ਆ ਕਿ ਆਪਣੇ ਆਪ ਨੂੰ ਯਾਦ ਕਰਨ ਵਾਸਤੇ ਸਾਨੂੰ ਥੋੜਾ ਸਥਿਰ ਥੋੜਾ ਪ੍ਰੈਕਟਿਸ ਕਰਨੀ ਪੈਂਦੀ ਜਿਵੇਂ ਇਹ ਹੁਣ ਕੀ ਕਰੀਏ ਜੂ ਜਨਮ ਕਿੰਨੇ ਜਨਮ ਹੋ ਚੁੱਕੇ ਜਿਹੜਾ ਕਿ ਸਾਨੂੰ ਕਿਸੇ ਦੱਸਿਆ ਹੀ ਨਹੀਂ ਕਿ ਮੈਂ ਆਤਮਾ ਹੈਗਾ ਅਸੀਂ ਆਪਣੇ ਆਪ ਨੂੰ ਇਸ ਸਰੀਰ ਹੀ ਸਮਝਿਆ ਜੋ ਆਇਨੇ ਵਿੱਚ ਨਜ਼ਰ ਆਉਂਦਾ ਹੈ ਮੈਂ ਆ ਹੈਗਾ ਤੇ ਉਹੀਓ ਮੈਂ ਆਪਣੇ ਆਪ ਨੂੰ ਸਮਝ ਰਹੀ ਹਾਂ ਤੇ ਖੇਡ ਰਹੀ ਹਾਂ ਭੁੱਲ ਚੁੱਕੇ ਇਟਸ ਲਾਈਕ ਵੀ ਹੈਵ ਐਮਨੀਸ਼ੀਆ ਮਤਲਬ अपनी याददाश्त भूल चुके हैं आत्मा अपनी याददाश्त भूल चुका है कि आत्मा मैं आत्मा हूं या मंदिर में कौन बसाए गुरबानी या मंदिर में कौन बसाए पई प्राप्त मनुख दिया है पई हे आत्मा तेनू प्राप्त होया ए मनुख दे हो रिया गोबिंद मिलन की ए तेरी बलिया मतलब ਇਹ ਭਾਈ ਤੈਨੂੰ ਇਹ ਮਨੁੱਖ ਦਾ ਦੇਹ ਮਿਲਿਆ ਇਹ ਸਾਰੀਆਂ ਗੱਲਾਂ ਸਾਨੂੰ ਲਿਖਿਆ ਗਿਆ ਤੇ ਅਸੀਂ ਇਸ ਨੂੰ ਮਤਲਬ ਪਾਠ ਵਰਗਾ ਅਸੀਂ ਪੜ੍ਹਨੇ ਆ ਤੋਤਿਆਂ ਵਰਗਾ ਪਰ ਅਸੀਂ ਇਸ ਨੂੰ ਉਸ ਦੇ ਉੱਤੇ ਗੌਰ ਨਹੀਂ ਕੀਤਾ ਪਰ ਜਦੋਂ ਟਾਈਮ ਹੁੰਦਾ ਹੈ ਨਾ ਜਦੋਂ ਉਸ ਦੀ ਮਿਹਰ ਹੁੰਦੀ ਹੈ ਫਿਰ ਸਾਨੂੰ ਇਹ ਲਾਈਨਸ ਤੇ ਇਹ ਪੰਕਤੀਆਂ ਗੁਰਬਾਣੀ ਦੀਆਂ ਜਾਂ ਸਭ ਧਰਮ ਵਿੱਚ ਆਪਣੇ ਆਪਣੇ ਲਾਈਨਸ ਹੋਣਗੇ ਮੈਨੂੰ ਤੇ ਸਿਰਫ ਗੁਰਬਾਣੀ ਆਉਂਦੀ ਹੈ ਤੇ ਮੈਂ ਗੁਰਬਾਣੀ ਦੇ ਰਾਹੀਂ ਇਹ ਪ੍ਰਚਾਰ ਜਾਂ ਸ਼ੇਅਰਿੰਗ ਕਰਨੀ ਆ ਜੋ ਮੈਨੂੰ ਸਮਝਿਆ ਜੋ ਮੈਨੂੰ ਸਮਝ ਆਇਆ ਉਸ ਦੀ ਕਿਰਪਾ ਦੇ ਨਾਲ ਜੋ ਮੈਨੂੰ ਉਹਨਾਂ ਨੇ ਛੂਇਆ ਕਿ ਮੈਂ ਵੀ ਪਹਿਲਾਂ ਨਾਰਮਲ ਸਿੱਖ ਲੜਕੀ ਸੀ ਮਤਲਬ ਬੱਚਿਆਂ ਨੂੰ ਪਾਲਦੀ ਸਾਂ ਖੇਡਦੀ ਸਾਂ ਉਹ ਐ ਕਰਦੀ ਸਾਂ ਕਮਾਈ ਕਰਦੀ ਸੀ ਪਰ ਜਦ ਅਕਾਲ ਪੁਰਖ ਨੇ ਟੱਚ ਕੀਤਾ ਕਿ ਇਹ ਕੀ ਹੈ ਜ਼ਿੰਦਗੀ ਬਸ ਖਾਣਾ ਪੀਣਾ ਸੋਨਾ ਬੱਚੇ ਨੂੰ ਪਾਲਣਾ ਕਮਾਈ ਕਰਨਾ ਬਸ ਇਹੀ ਹੈ ਜ਼ਿੰਦਗੀ ਮੈਨੂੰ ਲੱਗਿਆ ਜਿਵੇਂ ਕਿ ਕੁਝ ਮਿਸਿੰਗ ਹੈ ਭਾਵੇਂ ਸਾਰਾ ਕੁਝ ਬਾਹਰ ਠੀਕ ਸੀਗਾ ਪਰ ਅੰਦਰ ਲੱਗ ਰਿਹਾ ਖਾਲੀ ਜਿਵੇਂ ਕੁਝ ਮਿਸਿੰਗ ਹੈ ਫਿਰ ਇੱਕ ਹੱਦ ਤੱਕ ਜ਼ਿੰਦਗੀ ਪਹੁੰਚੀ ਕਿ ਇੰਜ ਲੱਗਦਾ ਜੀ ਪਿਆਰ ਹੀ ਕੋਈ ਨਹੀਂ ਕਿਸੇ ਦੇ ਵਿੱਚ ਸਾਰੇ ਦੁਨਿਆਵੀ ਹੋ ਗਈ ਦੁਨੀਆ ਮਤਲਬ ਰਿਸ਼ਤੇ ਵਿੱਚ ਪਿਆਰ ਖਤਮ ਹੋ ਗਈ ਹੈ ਕਿਉਂ ਮਤਲਬ ਲੱਗਦਾ ਵੀ ਹੈ ਕਿ ਜਿਸ ਤਰ੍ਹਾਂ ਮੇਰੇ ਬੱਚੇ ਜਾਂ ਮੇਰੇ ਪਤੀ ਮੈਨੂੰ ਪਿਆਰ ਕਰਦੇ ਨੇ ਲੇਕਿਨ ਫਿਰ ਗੁੱਸਾ ਵੀ ਤੇ ਨਾਲ ਤੂੰ ਮੈਂ ਤੇ ਇਹ ਸਾਰਾ ਮਤਲਬ ਝਗੜਾ ਵੀ ਹੁੰਦਾ ਤੇ ਨਾਲ ਪਤਾ ਵੀ ਹੈ ਪਿਆਰ ਹੈ ਫਿਰ ਵੀ ਕਾਬੂ ਨਹੀਂ ਫਿਰ ਵੀ ਉਹ ਮਤਲਬ ਹੁਣ ਸਾਰੇ ਮਾਪਿਓ ਆਪਣੇ ਬੱਚੇ ਨੂੰ ਨਹੀਂ ਪਿਆਰ ਕਰਦੇ ਤੇ ਬੱਚੇ ਵੀ ਤੇ ਮਾਪਿਓ ਨੂੰ ਪਿਆਰ ਕਰਦੇ ਪਰ ਫਿਰ ਵੀ ਦੁਨੀਆ ਵਿੱਚ ਇੰਨੀ ਲੜਾਈ ਝਗੜਾ ਕਿਉਂ ਕਿਉਂਕਿ ਸਾਨੂੰ ਆਪਣੇ ਆਪ ਦੇ ਉੱਤੇ ਉਹ ਜਿਹੜੀ ਸਾਡੀ ਆਤਮਾ ਦੀ ਸ਼ਕਤੀ ਸੀਗਾ ਜਿਹੜਾ ਖੁਸ਼ੀ ਆਤਮਾ ਦੀ ਸ਼ਕਤੀਆਂ ਕੀ ਹੈ ਜਿਹੜਾ ਮੈਨੂੰ ਚਾਹੀਦਾ ਜੈਸੀ ਸੋਚੇ ਮੈਨੂੰ ਚਾਹੀਦਾ ਕੀ ਹੈ ਕਿਉਂਕਿ ਗੁਰੂ ਨੇ ਆਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਜਿੰਨਾ ਮਰਜੀ ਤੁਸੀਂ ਉਹ ਮੰਗੋ ਇਹ ਮੰਗੋ ਉਹ ਮੁੱਕਦੀ ਕੋਈ ਕਿਉਂਕਿ ਅਸੀਂ ਗਲਤ ਮੰਗਣਾ ਚੰਗਾ ਮੰਗਣਾ ਚਾਹੀਦਾ ਜਿਵੇਂ ਪਿਆਰ ਖੁਸ਼ੀ ਸ਼ਾਂਤੀ ਸੰਤੁਸ਼ਟਤਾ ਇਹ ਸਾਨੂੰ ਚਾਹੀਦੀ ਸਾਨੂੰ ਜਿਹੜੀ ਚੀਜ਼ਾਂ ਮਿਲਦੇ ਉਹ ਸਾਨੂੰ ਟੈਂਪਰਰੀ ਖੁਸ਼ੀ ਦਿੰਦੀ ਹੈ ਟੈਂਪਰਰੀ ਸੰਤੁਸ਼ਟਤਾ ਦਿੰਦੀ ਪਰ ਉਹ ਪਰਮਨੈਂਟ ਨਹੀਂ ਹੈ ਐਕਚੁਅਲੀ ਅੰਦਰ ਆਤਮਾ ਨੂੰ ਪਿਆਰ ਖੁਸ਼ੀ ਸ਼ਾਂਤੀ ਇਹ ਆਤਮਾ ਦੇ ਗੁਣ ਹੈਗਾ ਟੋਲਰੈਂਸ ਸਹਿਨ ਸ਼ਕਤੀ ਸਮਾਨੇ ਦੀ ਸ਼ਕਤੀ ਸਾਹਮਣੇ ਕਰਨ ਦੀ ਸ਼ਕਤੀ ਪਰਖਣੇ ਦੀ ਸ਼ਕਤੀ ਇਹ ਸਾਰੀ ਸ਼ਕਤੀਆਂ ਤੇ ਗੁਣ ਰੱਬੀ ਸ਼ਕਤੀਆਂ ਗੋਡਲੀ
virtues, divine powers, ਇਹ ਸਾਰੇ ਆਤਮਾ ਦੇ ਖੁਦ ਦੇ ਗੁਣ ਨੇ। when we first come down to play a role, ਪਹਿਲਾ ਜਨਮ ਵਿੱਚ ਅਸੀਂ ਸੰਪੂਰਨ ਸੀਗਾ, ਪਰ ਜਨਮ ਖੇਡਦਿਆਂ ਮਤਲਬ ਜਨਮ ਲੈਂਦਿਆਂ ਅਸੀਂ ਉਹ ਵੀਕ ਹੋ ਚੁੱਕੇ, ਸਾਡੀ ਬੈਟਰੀ। ਹੁਣ ਆਤਮਾ ਬੈਟਰੀ ਵਰਗਾ ਹੈ, ਮੈਂ ਇਸ ਸਰੀਰ ਦੇ ਵਿੱਚ ਹਾਂ ਤੇ शरीर टुरदा पिया, अखां वेंदी पई कन, मैं निकल जा, हार्ट फेल हो जाए, मतलब मैं निकल जा ते बहाना बनता है, हार्ट फेल हो जाए, कुछ हो जाए, मतलब ये सारे रीजंस ने डेथ वास्ते। पर किसी को कोई पता नहीं, बस टुर गई आत्मा, निकल जाए। फिर मेरी माँ कहेगी अमरजीत टुर गई, किरण टुर गई, मतलब मैं निकल गई, चली गई। फिर ये शरीर जी रह जाती है, ये मुर्दा लाश है। फिर अखां होणगे शरीर दे विच, डेड बॉडी दे विच अखां हैगा, पर नूर नहीं हैगा, दिख नहीं सकती। नक हैगा, श्वास नहीं ले सकती। मुंह हैगा, टेस्ट नहीं कर सकती, बोल नहीं सकती। कान हैगा, सुन नहीं सकती। दिल हैगा, धड़क नहीं गया। ब्लड भी फ्लो नहीं कर रहा, वो सारा फिर सुक जाता है, मतलब पूरा सिस्टम रुक जाती है जो मैं आत्मा निकल जाती है। अलाइव बॉडी ते डेड बॉडी ਨੂੰ ਜੋ ਅਸੀਂ ਕਹਿੰਦੇ ਆ ਅਲਾਈਵ ਬॉडी, I am alive and moving, and dead body I am still, ਇਹ ਨੂੰ ਜਦੋਂ ਅਸੀਂ ਵੇਖਾਂਗੇ ਤੇ ਇੱਕਦਮ ਕਲੀਅਰ ਹੁੰਦੀ ਹੈ ਕਿ ਇਹ ਡੈਡ ਬॉडी ਜਿਹੜੀ ਹੈ ਨਾ, ਮੈਂ ਇਸ ਵੇਲੇ ਜੀ ਰਹੀ ਹਾਂ, ਜੇ ਮੈਂ ਮਰ ਗਈ ਤੇ ਮੇਰਾ ਕੀ ਹਾਲ ਹੈ। ਤੇ ਉਸ ਡਿਫਰੈਂਸ ਨੂੰ ਜਿਵੇਂ ਆਪਾਂ ਪਤਾ ਚੱਲੇਗਾ, ਕੋਈ ਚੀਜ਼ ਹੈਗਾ ਜੋ ਇਸ ਦੇ ਵਿੱਚ ਹੈਗਾ, ਜੋ ਨਿਕਲ ਚੁੱਕੀ ਹੈ ਤਾਂ ਇਹ ਪੈ ਗਿਆ, ਤਾਂ ਮੈਂ ਕਹਾਂ ਇਹ ਮਰ ਗਿਆ ਜਾਂ ਇਹਦੀ ਮੌਤ ਹੋ ਗਈ। ਕੋਈ ਜਿਵੇਂ ਕੋਈ ਜਾਂਦਾ ਹੈ ਹਸਪੀਟਲ, ਨਰਸ ਆਖੇਗੀ ਅਮਰਜੀਤ ਨੂੰ ਇਸ ਕਮਰੇ ਵਿੱਚ ਜਾਂ ਆਪਰੇਸ਼ਨ ਥੀਏਟਰ ਵਿੱਚ ਲੈ ਜਾਓ, ਔਰ ਜੇ ਮੈਂ ਹਸਪੀਟਲ ਆਪਰੇਸ਼ਨ ਬੈੱਡ ਦੇ ਉੱਤੇ ਮੇਰੀ ਸਵਾਸ ਨਿਕਲ ਗਈ ਤੇ ਫਿਰ ਨਰਸ ਆਖੇਗੀ ਬॉडी ਨੂੰ ਲੈ ਜਾਓ, ਉਹਨੇ ਬੋਲੇਗੀ ਅਮਰਜੀਤ ਨੂੰ ਲੈ ਜਾਓ, ਅਮਰਜੀਤ ਨਿਕਲ ਗਈ, ਉਹ ਬੋਲੇ ਡੈਡ ਬॉडी ਨੂੰ ਲੈ ਜਾਓ, ਕਾਪਸ ਨੂੰ। ਕਿਉਂਕਿ ਜਦੋਂ ਮੈਂ ਜਿੰਨਾ ਚਿਰ ਆਤਮਾ ਵਿੱਚ ਹੈਗਾ, ਇਹ ਸਰੀਰ ਦਾ ਨਾਮ ਹੈਗਾ, ਇਹ ਸਰੀਰ ਦਾ ਬੁਨਿਆਦ ਹੈਗਾ, ਇਹ ਸਰੀਰ ਦਾ ਲਾਈਫ ਹੈਗਾ, ਇਹ ਸਰੀਰ ਦੀ ਹੋਂਦ ਹੈਗੀ, ਇਸ ਸਰੀਰ ਦੀ ਮਤਲਬ ਇਸ ਦੇ ਨਾਲ ਸੰਬੰਧ ਔਰ ਸਭ ਰਿਸ਼ਤੇ ਹੈਗੇ। ਪਰ ਜਦੋਂ ਮੈਂ ਨਿਕਲ ਜਾ, ਫਿਰ ਇਹ ਬॉडी ਸਿਰਫ 5 ਤੱਤਵਾਂ ਦਾ ਡੈਡ ਬॉडी ਹੈਗਾ, ਇਸ ਦੀ ਕੋਈ ਸੰਬੰਧ ਨਹੀਂ, ਕੋਈ ਹੋਂਦ ਨਹੀਂ, ਇਸ ਨੂੰ ਜਲਾਇਆ ਜਾਏਗਾ, ਦਫਨਾਇਆ ਜਾਏਗਾ। ਇਹ ਸਾਡੀ ਇਹ ਸਰੀਰ ਦੀ ਹਕੀਕਤ ਹੈ, ਜਿਸ ਨੂੰ ਅਸੀਂ ਇੰਨਾ ਪਿਆਰ ਕਰਨੇ ਆ, ਜਿਸ ਨੂੰ ਅਸੀਂ ਬਾਰ-ਬਾਰ ਜਿਵੇਂ ਕਿ ਸਵਾਰਨੇ ਆ, ਕੱਪੜੇ ਖਰੀਦਨੇ ਆ, ਐਕਸਰਸਾਈਜ਼ ਕਰਨੇ ਆ, ਉਹ ਤੇ ਚੰਗੀ ਗੱਲ। ਹੁਣ ਇਹ ਮੰਦਿਰ में कौन बसा, ਇਹ ਸਰੀਰ ਇੱਕ ਮੰਦਿਰ ਵਰਗਾ ਹੈ, ਕਿਉਂਕਿ ਮੈਂ ਆਤਮਾ ਜਿਹੜੀ ਰੱਬੀ ਜੋਤ ਹੈਗਾ, ਜਿਹੜੀ ਰੱਬ ਨਾਲ ਜੁੜਨ ਵਾਲੀ ਜੋਤ ਹੈਗਾ, ਉਹ ਮੈਂ ਇਸ ਮੰਦਿਰ ਵਰਗਾ ਸਰੀਰ ਵਿੱਚ ਟਿਕੀ ਹਾਂ, ਤੇ ਫਿਰ ਇਸ ਨੂੰ ਤੇ ਸੰਭਾਲਣਾ ਪਏਗਾ। ਹੈਲਥ, ਇਸ ਦੀ ਹੈਲਥ ਬਹੁਤ ਜ਼ਰੂਰੀ ਹੈ, ਤਾਂ ਕਿ ਮੈਂ ਰੱਬ ਨੂੰ ਚੰਗੀ ਤਰ੍ਹਾਂ ਯਾਦ ਕਰਾਂ। ਕਿਉਂਕਿ ਜੇ ਮੇਰਾ ਖਾਣਾ ਪੀਣਾ, ਰੋਟੀ ਕੱਪੜਾ ਔਰ ਮਕਾਨ ਨਹੀਂ ਹੈ, ਤੇ ਮੈਂ ਰੱਬ ਨੂੰ ਕਿਵੇਂ ਯਾਦ ਕਰਾਂਗੀ। ਇਹ ਜ਼ਰੂਰੀ ਜ਼ਰੂਰਤਾਂ ਤੇ ਜ਼ਰੂਰ ਚਾਹੀਦੀ, ਲੇਕਿਨ ਅਸੀਂ ਉਸ ਤੋਂ ਵੱਧ ਕੇ ਕਰ ਰਹੇ ਹਾਂ। ਅਸੀਂ ਆਪਣੇ ਆਪ ਨੂੰ ਇੰਨਾ ਅਹਿਮੀਅਤ ਦੇ ਚੁੱਕੇ ਹਾਂ ਇਸ ਸਰੀਰ ਨੂੰ, ਕਰੀਮਸ ਉੱਤੇ, हेयर डाइज उत्ते, टर्बन उत्ते। ਹੁਣ ਗੁਰੂ ਨੇ ਵਾਲਾਂ ਨੂੰ ਨਹੀਂ ਕੱਟਿਆ, ਆਖਿਆ ਤਾਂ ਕਿ ਅਸੀਂ ਆਪਣੇ ਮਤਲਬ ਇੰਟਰਸਟ ਨਾ ਲਈਏ ਆਪਣੀ ਇਤਨਾ ਗਰੂਮਿੰਗ ਵਾਸਤੇ, ਪਰ ਕੀ ਅਸੀਂ ਕਰਨੇ ਹੋਰ ਹੀ ਗਰੂਮਿੰਗ ਵਿੱਚ ਚਲੇ ਗਏ, ਦਾੜੀ ਦੇ ਉੱਤੇ ਜੈਲ ਜੂਲ ਫਿਕਸਰ ਵਗੈਰਾ। ਮਤਲਬ ਕਿ ਅਸੀਂ ਉਸ ਰਾਹ ਤੋਂ ਦੂਰ ਗਏ ਜਿਹੜਾ ਗੁਰੂ ਚਾਹੁੰਦੇ ਸਨ ਕਿ ਅਸੀਂ ਸਿੰਪਲ ਹੋਏ, ਮਤਲਬ ਧਿਆਨ ਨਾ ਦਿਓ, ਇਹ ਜੋ ਨੈਚੁਰਲ ਹੈ ਉਹਨੂੰ ਨੈਚੁਰਲ ਛੱਡੋ। ਮਤਲਬ ਰੱਬ ਕੁਦਰਤ ਰੂਪ ਜਿਹੜੀ ਹੈ ਉਹ ਸੋਹਣੀ ਹੈ, ਅਸੀਂ ਕੁਦਰਤ ਰੂਪ ਨੂੰ ਸੁੰਦਰ ਨਹੀਂ ਸਮਝਦੇ, ਤਾਂ ਅਸੀਂ ਉਹ ਐ ਕਰਨੇ ਆ ਤਾਂ ਕਿ ਹੋਰ ਖੂਬਸੂਰਤ। ਹੁਣ ਅਸੀਂ ਆਪੇ ਹੁਣ ਬਹਿ ਕੇ ਸੋਚੀਏ ਕਿ ਰੱਬ ਨੇ ਜਿਹੜਾ ਰੂਪ ਬਣਾਇਆ ਉਹ ਸੋਹਣਾ ਹੈ ਕਿ ਮੈਂ ਜਿਹੜਾ ਮੇਕਅਪ ਕਰ ਰਹੀ ਹਾਂ ਉਹ ਸੋਹਣਾ ਹੈ। ਹੁਣ ਸਾਡੀ ਮੱਤ ਨੂੰ ਦੁਨੀਆ ਨੇ ਇੰਨਾ ਐਡਵਰਟਾਈਜ਼ਮੈਂਟ ਦੇ ਨਾਲ ਸਾਈਕ ਕੀਤਾ ਹੈ ਕਿ ਅਸੀਂ ਸਮਝਦੇ ਹਾਂ ਕਿ ਪਾਊਡਰ, ਬਲਸ਼ ਔਨ, ਆਈਲਾਈਨਰ, ਲਿਪਸਟਿਕ ਵਗੈਰਾ, ਕਾਂਟੇ ਸ਼ਾਂਟੇ ਪਾਣ ਦੇ ਨਾਲ ਅਸੀਂ ਜ਼ਿਆਦਾ ਸੋਹਣੇ ਹਾਂ। ਤੇ ਇਹ ਮੈਂ ਇਕੱਲੀ ਨਹੀਂ, ਪੂਰੀ ਦੁਨੀਆ ਇਸ ਸਾਈਕੋਲੋਜੀ, ਇਸ ਸਾਈਕ ਦੇ ਵਿੱਚ, ਐਡਵਰਟਾਈਜ਼ਮੈਂਟ ਦੇ ਵਿੱਚ ਫਸ ਗਈ। ਇਹ ਸਾਰਾ ਕੁਝ ਕਰਨਾ ਗਲਤ ਨਹੀਂ ਹੈਗਾ,
पर समझना जरूरी है। जे मैं खेड खेड रही ते मेरा मुंडे दा विआह है ते मैं आत्मा मां दा रोल खेड खेड ते मैं खूबसूरती नाल तैयार होके मुंडा दा विआह करांगी, पर उस होश दे नाल कि मैं कौन हैगा। फिर मैनू दुख नहीं होएगा। फिर कोई चीज, क्योंकि देखो जिस तरह पिछली बारी मैं एग्जाम्पल दिता है, अज जसवीर सिंह वास्ते थोड़ा फिर एग्जाम्पल देनी है। अमिताभ बच्चन पिक्चर खेडदे, रोल उसका कूली। हुण जे वो अपने आप ਨੂੰ ਕੂਲੀ ਹੀ ਸਮਝੇ ਤੇ ਫਿਰ ਉਹ ਤਾਂ ਦੁੱਖ ਹੀ ਹੋਏਗਾ। ਪਰ ਜੇ ਉਹ ਖੇਡ ਖੇਡਦਾ ਪਿਆ ਕੂਲੀ ਦਾ ਤੇ ਰੋਲ ਕਰਦਾ ਪਿਆ ਤੇ ਬੜਾ ਵਧੀਆ ਕਰਦਾ ਪਿਆ, ਕੁੜੀ ਦੇ ਕੱਪੜੇ ਪਾਏ ਨੇ, ਉਸ ਐਕਟਿੰਗ ਕੀਤਾ ਤੇ ਉਹ ਜਦੋਂ ਡਾਇਰੈਕਟਰ ਬੋਲੇਗਾ ਕੱਟ, ਅਮਿਤਾਭ ਬੱਚਨ ਬਣ ਗਿਆ। ਰਾਤ ਨੂੰ ਜਾ ਕੇ ਆਪਣੇ ਘਰ ਸੋਏਗਾ, ਆਪਣਾ ਵੋਟੀ ਦੇ ਨਾਲ, ਬੱਚੇ ਦੇ ਨਾਲ, ਮਤਲਬ ਮਸਤ ਬਹੁਤ ਵੱਡਾ ਸਾਰਾ ਬੰਗਲੋ ਹੈ ਜੋ ਵੀ। ਪਰ ਜੇ ਉਹ ਭੁੱਲ ਜਾਏ ਕਿ ਮੈਂ ਅਮਿਤਾਭ ਹਾਂ ਤੇ ਉਹ ਕੂਲੀ ਦੇ ਰੋਲ ਵਿੱਚ ਫਸ ਜਾਏ, ਫਿਰ ਤੇ ਜਿੰਨਾ ਮਰਜੀ ਕੋਈ ਉਹਨੂੰ ਕਹੇ ਤੂੰ ਅਮਿਤਾਭ ਹੈ, ਤੂੰ ਕੂਲੀ ਨਹੀਂ, ਪਰ ਉਹਨੂੰ ਐਮਨੀਸ਼ੀਆ ਹੋ ਗਿਆ, ਉਹ ਭੁੱਲ ਚੁੱਕਾ ਕਿ ਮੈਂ ਕੌਣ ਹੈਗਾ। ਫਿਰ ਤੇ ਉਹ ਦੁਖੀ है ना कि मैं ते गरीब हाँ, मेरे को तो कुछ नहीं। जो मर्जी कोई सारा कोई जाके उन्होंने समझाए, उन्होंने एमनीशिया है, उन्होंने मतलब होश नहीं है। ते फिर अस्सी आत्मा बेहोश हो चुकी है। अस्सी अपने आप ਨੂੰ आत्मा समझते ही नहीं। इस वास्ते जद असी जागांगे ते सानू पता चलेगा कि मैं आत्मा। हुणे प्रैक्टिस चाहिए। जिवें अमिताभ ਨੂੰ कोई जाकू उस कूली ਨੂੰ कोई रोज रोज आके जब दसे कि तू अमिताभ है, तू कूली नहीं दा, आ मेरे कोल, ये तेरी गड्डी है, तेरी वोटी है, फोटो देख, ये एल्बम देख, ऐसा करके उन्हें समझाया। फिर भावे वो याददाश्त वापस आए ना आए, हौली हौली वो समझे हाँ मैं भूल गया मैं कौन हाँ, मैं ही हूँ। याददाश्त आए भी ना भावे उन्हें यकीन दोबारा आ सकता कि मैं कौन है। इसे तरह आत्मा जब एक ज्ञान दी गल्लां सुनेगा, गुरबानी राई इस तरह सच्चियां गल्लां जो असी सुनेगा कि असी कौन है, बार बार सुनना पेगा, बार बार देखना पेगा, समझना पेगा। फिर असी भावे याद आएगा नहीं कि मैं कौन हैगा, पर दोबारा महसूस करांगे कि हाँ मैं आएगा। क्योंकि ये जिवें मैं सिंपल जी गल्लां करदी पई हां तुहाडे सामने कि मां दी गर्भ विच मैं आई हां इस जन्म विच, ते इस शरीर तो मैं निकलना ही निकलना है। ते मैं फिर कौन हाँ? मैं कौन हाँ? या मंदिर में कौन बसाई, या मंदिर में कौन बसाई। ते इस गल नूं जदों असीं आराम नाल टिक के फील करांगे, इस अखां दे नाल कौन देख रहा है, इस कंन दे नाल कौन सुन रहा है, फिर असीं शायद उसनूं महसूस कर सकते हैं। मन तो जोत स्वरूप है अपना मूल पहचान। मैं फोटो पिछे लाई है जोत दी, उसको एनलार्ज किया। ये सूरज नहीं है, ज्योति बिंदु में आत्मा। हुण जिवें सूरज है आसमान दे विच, उसकी किरणें हर जगह, धरती दे विच भी उसकी किरणें जाती है। असीं मतलब कि भावे कमरा रात हो गई, हुण इस वेले रात हैगा, पर सूरज हैगा, उसकी गरमाई महसूस होंदी, उसकी हीट, उसकी एनर्जी। प्लांट्स डेड नहीं हैगा, मतलब सूरज की किरणें पहुंच रही है तां प्लांट्स जीवित नहीं। हुण उसकी एनर्जी हैगी, पर सूरज टिक्या एक जगह नहीं, पर उसकी एनर्जी अंडरग्राउंड तक भी जाती, जिथे वो दिखाई भी ना देवे तां भी जाती। इसी तरह परम आत्मा की एनर्जी उसकी होंद एक जगह टिक्या हो अपने पार ब्रह्म परमेश्वर, पर उसकी किरणें, उसकी शक्ति हर एक जगह है। पर असी अपने आप ਨੂੰ गुफा विच पा के अपनी बुद्धि का ताला बंद किया। ਜਦੋਂ ਅਸੀਂ अपने बुद्धि का ताला खोलांगे, ਜਦੋਂ ਅਸੀਂ अपने आप ਨੂੰ पहचानांगे कि तू परमात्मा, मैं तेरा बच्चा, तू मेरा पिता, तू मेरे माता, तू मेरे बंधक, तू मेरे भ्राता। किसदी गल हो रही है? परमात्मा दी। मैं ते बाबा, ਅਸੀਂ परमात्मा ਨੂੰ बाबा कहने, क्योंकि परमात्मा दूर हो जाता है ना। जिवें हुण मैं अपने आप ਨੂੰ आत्मा मैं आत्मा तो नहीं बोल रही, इसी तरह ਅਸੀਂ अपने आप मैं बोल रहे, मैं कौन? मैं आत्मा हाँ, पर मैं
ਇਸੇ ਤਰ੍ਹਾਂ ਬਾਬਾ ਅਸੀਂ ਕਹਿੰਦੇ ਹਾਂ, ਬਾਬਾ ਜਾਂ ਗੁਰੂ ਜਾਂ ਸਤਿਗੁਰੂ, ਇਹ ਤਿੰਨ ਵਰਡ ਅਸੀਂ ਯੂਜ਼ ਕਰਨੇ ਆ ਪਰਮਾਤਮਾ ਵਾਸਤੇ ਪਿਆਰ ਵਿੱਚ। ਸ਼ਿਵ ਪਰਮਾਤਮਾ ਦਾ ਨਾਮ, ਜਿਵੇਂ ਓਮ, ਅਸੀਂ ਸਾਰੇ ਆਤਮਾ ਓਮ ਹੈਗਾ, ਤੇ ਅਸੀਂ ਆਪਣੇ ਆਪ ਨੂੰ ਓਮ ਨਹੀਂ ਬੁਲਾਉਂਦੇ, ਕਿਉਂਕਿ ਫਿਰ ਤੁਹਾਡਾ ਤੇ ਮੇਰੇ ਵਿੱਚ ਅਸੀਂ ਸਾਰੇ ਓਮ ਓਮ ਹੋਵਾਂਗੇ ਤੇ ਫਿਰ ਕਿਵੇਂ ਪਹਿਚਾਨ ਹੋਏਗਾ, ਕਿਉਂਕਿ ਸਾਡੇ ਸੰਸਕਾਰ ਅਲੱਗ ਨੇ, ਅਸੀਂ ਅਲੱਗ-ਅਲੱਗ ਕਿਵੇਂ ਹੈ, ਸਾਡੇ ਸੰਸਕਾਰ ਅਲੱਗ ਹੈ, ਸਾਡੇ ਰਿਕਾਰਡਿੰਗ ਅਲੱਗ ਹੈ, ਅਸੀਂ ਅਲੱਗ-ਅਲੱਗ ਖੇਡ ਖੇਡ ਰਹੇ ਹਾਂ। ਇਸ ਵਾਸਤੇ ਅਸੀਂ ਸਰੀਰ ਦਾ ਨਾਮ ਲੈ ਲੈਣਾ, ਜਿਸ ਤਰ੍ਹਾਂ ਗੁਰਪ੍ਰੀਤ, ਜੋਗਿੰਦਰ, ਅਮਰਜੀਤ, ਜਸਵੀਰ, ਅਸੀਂ ਸਾਰੇ ਅਲੱਗ-ਅਲੱਗ ਨਾਂ, ਸਾਡੇ ਸਰੀਰ ਦਾ ਨਾਂ ਤੇ ਅਸੀਂ ਪਛਾਣਿਆ ਜਾਂਦਾ, ਪਰ ਉਹ ਪਰਮਾਤਮਾ ਪਰਮ ਪਿਤਾ, ਉਸਦੀ ਤੇ ਹੋਂਦ ਹੀ ਨਹੀਂ ਹੈ, ਉਸਦੀ ਸਰੀਰ ਹੀ ਨਹੀਂ, ਉਹ ਕਦੀ ਮਾਂ ਦੇ ਗਰਭ ਵਿੱਚ ਆ ਕੇ ਜਨਮ ਹੀ ਨਹੀਂ ਲੈਂਦਾ, ਉਹ ਕੋਈ ਇਹ ਖੇਡ ਵਿੱਚ ਹੀ ਨਹੀਂ, ਕਿਉਂਕਿ ਉਹ ਡਾਇਰੈਕਟਰ ਹੈ, ਉਸਨੂੰ ਬਾਹਰ ਰਹਿਣਾ ਪੈਂਦਾ ਇਸ ਖੇਡ ਨੂੰ ਵੇਖਣ ਵਾਸਤੇ ਤੇ ਸਾਨੂੰ ਸਾਰਿਆਂ ਨੂੰ ਵਾਪਸ ਲਿਜਾਣ ਵਾਸਤੇ, ਕਿਉਂਕਿ ਅਸੀਂ ਸਾਰੇ ਦੁਨੀਆ ਭੁੱਲ ਚੁੱਕੇ, ਅਸੀਂ ਆਤਮਾ ਹੈ, ਹਾਈਡ ਐਂਡ ਸੀਕ ਦਾ ਜਿਹੜਾ ਖੇਡ ਹੈ, ਔਰ ਉਹਨੇ ਤਾਂ ਸਾਨੂੰ ਵਾਪਸ ਲਿਜਾਣਾ ਹੈ। ਉਹੀ ਤੇ ਆਇਆ ਹੈ ਗਿਆਨ ਦੱਸਣ ਵਾਸਤੇ ਕਿ ਅਸੀਂ ਕੌਣ ਹੈਗਾ, ਕਿਉਂਕਿ ਗੁਰੂ ਨਾਨਕ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਕਿ ਰੱਬ ਦੇ ਸਿਵਾਏ ਕੋਈ ਸਾਨੂੰ ਦੱਸ ਹੀ ਨਹੀਂ ਸਕਦਾ ਕਿ ਉਹ ਕੌਣ ਹੈ ਤੇ ਅਸੀਂ ਕੌਣ। ਇਹ ਉਸਦੀ ਖੇਡ ਹੈ, ਉਹੀ ਉਹ ਦੱਸ ਸਕਦਾ ਹੈ। ਬਾਕੀ ਅਸੀਂ ਜਿੰਨਾ ਮਰਜੀ ਸੋਚਣਾ ਹੋਵੇ, ਉਹ ਤੇ ਬਤੌਰ ਨਾਮ ਇਸ਼ਨਾਨ ਦੀ ਗੱਲ ਹੈ, ਪਰ ਅਸੀਂ ਸੋਚ ਵੀ ਨਹੀਂ ਸਕਦੇ। ਸਹਿ ਸਿਆਣਪਾ ਲੱਖ ਹੋਏ ਇੱਕ ਨਾ ਚੱਲਦੇ ਨਾਲ, ਜਿੰਨਾ ਮਰਜੀ ਅਸੀਂ ਸਿਆਣੇ ਹੋਏ, ਸਾਨੂੰ ਇਸ ਗੱਲ ਨੂੰ ਸਮਝ ਨਹੀਂ ਆ ਸਕਦੀ ਜਿੰਨਾ ਚਿਰ ਉਹ ਖੁਦ ਆ ਕੇ ਸਾਨੂੰ ਨਾ ਦੱਸੇ। ਤੇ ਜਦ ਅਸੀਂ ਜਦ ਟਾਈਮ ਹੁੰਦਾ ਹੈ ਸਾਡੀ ਡੈਸਟੀਨੀ ਦੇ ਨਾਲ, ਫਿਰ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਅਸੀਂ ਆਤਮਾ ਹੈ। ਫਿਰ ਉਹ ਉਸ ਆਤਮਾ ਦੀ ਜਿਸ ਦੀ ਹੋਂਦ ਨਹੀਂ ਹੈਗਾ, ਜੋ ਮਾਂ ਦੇ ਗਰਭ ਵਿੱਚ ਆ ਕੇ ਖੇਡ ਨਹੀਂ ਖੇਡਦਾ, ਜੋ ਕਰਮ ਖਾਤਾ ਵਿੱਚ ਨਹੀਂ ਜਾਂਦਾ, ਉਹ ਫਿਰ ਆਪਣਾ ਕਦੀ ਕੁਆਲਿਟੀ ਕਮ ਨਹੀਂ ਹੁੰਦੀ, ਉਸਦੀ ਬੈਟਰੀ ਡਾਊਨ ਨਹੀਂ ਹੁੰਦੀ, ਕਿਉਂਕਿ ਉਹ ਖੇਡ ਹੀ ਨਹੀਂ ਖੇਡਿਆ, ਬੈਟਰੀ ਕਾਹਦਾ ਡਾਊਨ ਹੋਣੀ। ਫਿਰ ਉਹ ਇਸ ਵਾਸਤੇ ਉਹ ਹਮੇਸ਼ਾ 100% ਫੁੱਲ। ਸੋ ਪਿਆਰ ਦਾ ਸਾਗਰ, ਪ੍ਰੇਮ ਦਾ ਸਾਗਰ, ਮਤਲਬ ਉਹਦੇ ਵਿੱਚ ਗੁਣਾ ਫੁੱਲ ਨੇ। ਤੇ ਉਹ ਕਹਿੰਦਾ ਖਿਆਲ ਰਾਈ, ਥਾਟ ਰਾਈ ਅਸੀਂ ਕਨੈਕਟ ਕਰਕੇ ਸ਼ਕਤੀ ਲੈ ਸਕਦੇ ਹਾਂ। ਸਿਮਰਨ ਦਾ ਮਤਲਬ ਰਿਮੈਂਬਰੈਂਸ, ਸਿਮਰਨ ਰਿਮੈਂਬਰੈਂਸ ਮਤਲਬ ਯਾਦ ਦੇ ਨਾਲ, ਯੋਗ ਦਾ ਮਤਲਬ ਯਾਦ ਦੇ ਨਾਲ ਅਸੀਂ ਸ਼ਕਤੀ ਲੈ ਸਕਦੇ। ਜੇ ਮੈਨੂੰ ਪਿਆਰ ਚਾਹੀਦਾ ਹੈ, ਮੈਂ ਕਿਸੇ ਕੋਲ ਜਾ ਕੇ ਪਿਆਰ ਮੰਗਣ ਦੀ ਲੋੜ ਨਹੀਂ, ਕਿਉਂਕਿ ਕਿਸੇ ਕੋਲ ਮੈਂ ਪਿਆਰ ਲਵਾਂਗੀ ਫਿਰ ਮੈਨੂੰ ਵੀ ਦੇਣਾ ਪਏਗਾ, ਉਹ ਵੀ ਆ ਕੇ ਮੈਂ ਤੇਰੇ ਵਾਸਤੇ ਇਹ ਕੀਤਾ, ਤੂੰ ਮੇਰੇ ਵਾਸਤੇ ਕਰ। ਦੁਨੀਆ ਵਿੱਚ ਤੂੰ ਮੈਂ ਮਤਲਬ ਵਪਾਰ ਚੱਲ ਰਿਹਾ, ਪਿਆਰ ਨਹੀਂ ਚੱਲ ਰਿਹਾ। ਮੈਂ ਪੁੱਤਰ ਨੂੰ ਪਾਲਿਆ, ਫਿਰ ਪੁੱਤਰ ਵੱਡਾ ਹੋ ਕੇ ਮੈਨੂੰ ਪਾਲੇਗਾ। ਇਸ ਤਰ੍ਹਾਂ ਕਰਕੇ ਭਾਵੇਂ ਅਸੀਂ ਸਮਝਦੇ ਸੱਚੀ ਪਿਆਰ ਹੈਗਾ, ਪਰ ਜਦ ਦਿਲ ਦੁਖਦਾ ਹੈ ਮਤਲਬ ਪਿਆਰ ਹੈਗਾ, ਸੱਚਾ ਪਿਆਰ ਕਰਦਾ ਹੈ। ਅਸੀਂ ਉਹਨੂੰ ਭੁੱਲ ਵੀ ਚੁੱਕੇ ਹਾਂ ਤਾਂ ਵੀ ਉਹ ਸਾਨੂੰ ਪਿਆਰ ਕਰਦਾ ਹੈ, ਕਿਉਂਕਿ ਉਹਦਾ ਬੈਟਰੀ ਨਹੀਂ ਖਤਮ ਹੋ ਰਿਹਾ, ਸਾਡਾ ਬੈਟਰੀ ਕਮਜ਼ੋਰ ਹੋ ਗਿਆ। ਇਸ ਵਾਸਤੇ ਉਹ ਕਹਿੰਦੇ ਜੇ ਤੈਨੂੰ ਪਿਆਰ ਚਾਹੀਦਾ ਹੈ, ਮੇਰੇ ਕੋਲ ਲੈ, ਦੁਨੀਆ ਨੂੰ ਦੇ, ਦਿੰਦਾ ਦੇ, ਲੈਂਦੇ ਥੱਕ ਪਾਏ, ਤੂੰ ਦੇਣ ਵਾਲਾ ਬਣ, ਤੂੰ ਮੇਰੇ ਕੋਲ ਲੈ। ਕਿਸ ਤਰ੍ਹਾਂ ਲੈਣਾ ਹੈ? ਮੈਂ ਆਤਮਾ ਜੋਤੀ ਬਿੰਦੂ, ਚਮਕਦੀ ਸਿਤਾਰਾ, ਪਰਮਾਤਮਾ ਦੇ ਕੋਲ ਫੀਲ ਕਰਨਾ, ਥਾਟ ਰਾਈ ਪਿਆਰ ਲੈਣਾ, स्थिर होके थिर कर बैसो हर जन प्यारे सतगुर तुमरे काज सवार। फिर ਅਸੀਂ स्थिर होके उसकी किरने लेने, प्यार, मैनू प्यार चाहिए, फिर दुनिया ਨੂੰ प्यार देना है, मैनू खुशी चाहिए, परमात्मा को लेना है, दुनिया ਨੂੰ देना है। ਅਸੀਂ ट्राई करके देखिए, ये एक्सपेरिमेंट है, जो मैं कह रही हूँ उसको मनना नहीं, करके देखना, ट्राई करो, ये सच है। मेरी जिंदगी बदल गई ये कर दिया उन्हें 12 साल 25 साल हो गए मैं गुरु ग्रंथ साहब ਨੂੰ मतलब पढ़ रही हूँ, समझ रही हूँ, पर 12 साल हो गए जरा कि मैं एक ज्ञान सुन के इस तरह अपने आप ਨੂੰ मन ਨੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਜੋਤੀ ਜੋਤ ਰਲੀ ਸੰਪੂਰਨ ਥਿਆਰਾ। ਮੈਂ ਜੋਤੀ ਬਿੰਦੂ, ਤੂੰ ਜੋਤੀ ਬਿੰਦੂ ਨਾਲ ਜਦੋਂ ਮੈਂ ਮਿਲਣੀ ਆ, ਮਿਲਨ ਹੁੰਦੀ ਹੈ ਸਾਡੀ ਯੂਨੀਅਨ, ਗੋਬਿੰਦ ਮਿਲਨ ਹੁੰਦੀ ਹੈ, ਤੇ ਮੈਂ ਤੇਰੇ ਕਿਰਨੇ ਨਾਲ ਆਪਣੇ ਆਪ ਨੂੰ ਭਰਨੀ ਆ ਤੇ ਮੇਰੇ ਅਵਗੁਣ ਮਿਟਦੇ।
ਨਾ ਕਿ ਸਿਰਫ ਖੁਸ਼ੀ ਮਿਲਦੀ, ਪਿਆਰ ਮਿਲਦੀ, ਸ਼ਕਤੀ ਮਿਲਦੀ, ਸਹਿਨ ਸ਼ਕਤੀ ਮਿਲਦੀ, ਬਲਕਿ ਮੇਰੇ ਜਿਹੜੇ ਅੰਦਰ ਗੁੱਸਾ ਹੈ, ਅਹੰਕਾਰ ਹੈ, ਮੋਹ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਸਾਰਾ ਹੌਲੀ ਹੌਲੀ ਘਟਦੀ ਜਾਂਦੀ ਹੈ, ਘਟਦੀ ਜਾਂਦੀ ਹੈ। ਜਿੰਨਾ ਜ਼ਿਆਦਾ ਮੈਂ ਰੱਬ ਨੂੰ ਯਾਦ ਕਰਾਂਗੀ, ਉਸਦੇ ਕੋਲ ਕਿੰਨੇ ਉਨਾ ਮੇਰਾ ਭਲਾ ਹੋਏਗਾ, ਮੇਰੀ ਜ਼ਿੰਦਗੀ ਖੁਸ਼ੀ ਵਿੱਚ ਬਦਲ ਜਾਏਗੀ। ਤਦੇ ਗੁਰੂ ਨੇ ਆਖਿਆ, ਤੂੰ ਹੀ ਤੂੰ ਹੀ ਤੂੰ ਹੀ, ਮਨ ਵਿੱਚ ਹੋਰ ਕੋਈ ਨਹੀਂ। 3 ਦਿਨ 3 ਰਾਤ ਗੁਰੂ ਗੋਬਿੰਦ ਸਿੰਘ ਨੇ ਤੂੰ ਹੀ ਤੂੰ ਹੀ ਤੂੰ ਹੀ, ਕਿਉਂ? ਕਿਉਂਕਿ ਜਿੰਨਾ ਚਿਰ ਉਸਦੀ ਯਾਦ ਦੇ ਵਿੱਚ ਅਸੀਂ ਲਵਲੀਨ ਹੋਵਾਂਗੇ, ਉਹਨਾਂ ਅਸੀਂ ਉਸਦੀ ਸ਼ਕਤੀ, ਅਸੀਂ ਖੁਸ਼ ਰਹਿ ਸਕਦੇ, ਸ਼ਕਤੀਸ਼ਾਲੀ ਰਹਿ ਸਕਦੇ। ਤੇ ਤਦੇ ਗੁਰੂਆਂ ਨੇ ਆਖਿਆ, ਸਾਸ ਸਾਸ ਸਿਮਰੋ ਗੋਬਿੰਦ, ਮਤਲਬ ਹਰ ਇੱਕ ਸਵਾਸ ਦੇ ਨਾਲ ਉਸਨੂੰ ਯਾਦ ਕਰਨਾ। ਹੁਣ ਇਸ ਵੇਲੇ ਪ੍ਰੈਕਟਿਸ ਦੇ ਤੌਰ ਤੇ ਅਸੀਂ ਮਨ ਬਣਾ ਕੇ, ਸਥਿਰ ਹੋ ਕੇ ਉਸਨੂੰ, ਆਪਣੇ ਆਪ ਨੂੰ ਪਹਿਲਾਂ ਯਾਦ ਕਰਨਾ, ਮੈਂ ਜੋਤੀ ਬਿੰਦੂ ਆਤਮਾ ਹੈਗਾ, ਫਿਰ ਉਸਨੂੰ ਯਾਦ ਕਰਨਾ ਜੋਤੀ ਬਿੰਦੂ, ਔਰ ਕਨੈਕਟ ਕਰਨਾ, ਉਸਦੇ ਕੋਲ ਸ਼ਕਤੀ ਲੈਣਾ। ਇਹਨੂੰ ਕਹਿੰਦੇ ਨੇ ਸਿਮਰਨ ਜਾਂ ਯੋਗ। ਸਵੇਰੇ ਉੱਠਦੇ ਸਾਰ 1-2 ਮਿੰਟ, ਹਰ ਘੰਟੇ ਦੇ ਵਿੱਚ 1-2 ਮਿੰਟ ਸ਼ੁਰੂ ਵਿੱਚ ਸਥਿਰ ਬਹਿ ਕੇ ਕਰਨਾ ਪਏਗਾ। ਹਰ ਘੰਟੇ ਜਾਂ ਰਾਤੀ ਥੋੜਾ ਸਥਿਰ ਹੋ ਜਾਓ, ਮਤਲਬ ਕੰਮ ਕਰਦੇ ਕਰਦੇ 1 ਸੈਕਿੰਡ ਵਾਸਤੇ ਸਥਿਰ ਹੋ ਜਾਓ, ਮੈਂ ਬਾਬਾ, ਮੇਰਾ ਬਾਬਾ, ਮੈਂ ਜੋਤੀ ਬਿੰਦੂ, ਤੂੰ ਜੋਤੀ ਬਿੰਦੂ, ਇੰਨਾ ਹੀ ਯਾਦ ਕਰਨਾ ਹੈ। ਕਰਦੇ ਜਾਵਾਂਗੇ, ਇੰਨੀ ਈਜ਼ੀ ਹੋ ਜਾਏਗੀ। ਹੁਣ ਮਨ ਦੇ ਅੰਦਰ ਤਸਵੀਰ ਹੈਗਾ, ਵਿਜ਼ਨ, ਜਿਵੇਂ ਮੈਂ ਆਪ ਕੇ ਮਨ ਦੇ ਵਿੱਚ, ਇਸੇ ਤਰ੍ਹਾਂ ਮੈਂ ਜੋਤੀ ਬਿੰਦੂ ਆਤਮਾ ਦਾ ਤਸਵੀਰ ਜਦੋਂ ਮਨ ਵਿੱਚ ਟਿਕਾਵਾਂਗੇ ਨਾ, ਉਹ ਫੁੱਲ ਸਟਾਪ ਹੁੰਦੀ, ਫਿਰ ਬਾਕੀ ਖਿਆਲ ਬੰਦ ਹੋ ਜਾਂਦੇ। ਮੈਂ ਜੋਤੀ ਬਿੰਦੂ ਆਤਮਾ, ਆਪਣੇ ਆਪ ਨੂੰ ਇਹ ਵਿਜ਼ਨ ਮਨ ਵਿੱਚ ਰੱਖਾਂਗੇ ਤੇ ਸਭ ਦਿਮਾਗ ਦੇ ਹਰ ਇੱਕ ਖਿਆਲ ਦੇ ਉੱਤੇ ਫੁੱਲ ਸਟਾਪ ਆ ਜਾਏ। ਤੇ ਆਣੀ ਚਾਹੀਦੀ, ਕਿਉਂਕਿ ਅਸੀਂ ਖੇਡ ਕੋਈ ਵੀ ਸਾਨੂੰ ਤਕਲੀਫ ਹੋਈ ਜ਼ਿੰਦਗੀ ਵਿੱਚ, ਜਿੰਨਾ ਮਰਜ਼ੀ ਪ੍ਰੋਬਲਮਸ ਹੋਏ, ਮੈਂ ਜੋਤੀ ਬਿੰਦੂ ਆਤਮਾ, ਇਸ ਖਿਆਲ ਦੇ ਵਿੱਚ ਸਾਰਾ ਸਥਿਰ ਹੋ ਜਾਓ ਤੇ ਪਰਮਾਤਮਾ ਕੋਲ ਸ਼ਕਤੀ ਲਓ। ਤੁਹਾਨੂੰ ਫੀਲ ਹੋਏਗਾ, ਚਲੋ ਮੈਂ ਖੇਡ ਰਹੀ ਹਾਂ, ਦੇਖਾਂਗੇ ਕੀ ਹੋਏਗਾ। ਫਿਰ ਅਸੀਂ ਆਬਜ਼ਰਵਰ ਬਣ ਜਾਂਦੇ ਹਾਂ, ਫਿਰ ਅਸੀਂ ਡਿਟੈਚ ਹੋ ਜਾਂਦੇ, ਤੇ ਉਹ ਡਿਟੈਚ ਦੇ ਵਿੱਚ ਹੀ ਹਾਲਾਤ ਇੰਜ ਬਦਲ ਜਾਏਗਾ। ਕਿਉਂਕਿ ਅਸੀਂ ਡਿਟੈਚ ਨਹੀਂ ਹੁੰਦੇ, ਅਸੀਂ ਉਸਦੇ ਵਿੱਚ ਪੈ ਜਾਂਦੇ ਹਾਂ, ਉਸ ਪ੍ਰੋਬਲਮਸ ਦੇ ਵਿੱਚ ਲੀਨ ਹੋ ਜਾਂਦੇ, ਉਸ ਰਿਲੇਸ਼ਨਸ਼ਿਪਸ ਜਾਂ ਬਿਜ਼ਨਸ ਦੇ ਵਿੱਚ ਇੰਨਾ, ਮਤਲਬ ਕਿ ਡੁੱਬ ਜਾਂਦੇ ਹਾਂ ਕਿ ਅਸੀਂ ਡੁੱਬੀ ਜਾਂਦੇ ਹਾਂ। ਪਰ ਜੇ ਅਸੀਂ ਜੋਤੀ ਬਿੰਦੂ ਆਤਮਾ, ਜੋ ਪਰਮਾਤਮਾ ਦੇ ਨਾਲ ਆਪਣੇ ਹੋਣ ਨੂੰ ਪਹਿਚਾਨਾਂਗੇ ਤੇ ਸਥਿਰ ਹੋਵਾਂਗੇ ਤੇ ਉਸਦੇ ਕੋਲ ਸ਼ਕਤੀ ਲਵਾਂਗੇ, ਤੇ ਫਿਰ ਉਸ ਸ਼ਕਤੀ ਦੇ ਨਾਲ ਅਸੀਂ ਨਸ਼ਟ ਮੋਹ, ਮਤਲਬ ਮੋਹ ਤੋਂ ਉੱਤੇ ਡਿਟੈਚ ਆਬਜ਼ਰਵਰ ਬਣ ਜਾਂਦੇ, ਫਿਰ ਹੱਲ ਵੀ ਨਿਕਲ ਜਾਂਦਾ, ਫਿਰ ਸ਼ਾਂਤ ਹੋ ਜਾਂਦੇ, ਭਾਵੇਂ ਜੋ ਮਰਜ਼ੀ। ਫਿਰ ਅਸੀਂ ਕਹਿੰਦੇ ਹੁਕਮ ਰਜ਼ਾਈ ਚੱਲਣਾ, ਮਤਲਬ ਜੋ ਤੈਨੂੰ ਠੀਕ ਲੱਗ ਰਿਹਾ ਉਹੀ ਹੋ ਰਿਹਾ। ਫਿਰ ਅਸੀਂ ਦੇਖਾਂਗੇ ਇਸ ਦੇ ਵਿੱਚ ਮੈਨੂੰ ਕੀ ਸਿੱਖਣ ਨੂੰ ਮਿਲਿਆ, ਇਹ ਮੇਰੇ ਨਾਲ ਹੋ ਰਿਹਾ, ਇਹਦੇ ਵਿੱਚ ਕੀ ਭਲਾ ਕੀ ਹੈਗਾ। We will see the good in every situation. Automatically, we don't have to, ਮਤਲਬ ਸਿਰਫ ਰੱਬ ਨੂੰ ਯਾਦ ਕਰ, ਬਾਕੀ ਆਟੋਮੈਟਿਕਲੀ ਹੁੰਦਾ ਹੈ। ਪੋਜ਼ਿਟਿਵ ਥਿੰਕਿੰਗ ਆਪਣੇ ਆਪ, ਹੁਣ ਅਸੀਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਕਹੀਏ, I want to be positive, I want to be positive, I want to be positive, but it's not happening, ਕਿਉਂਕਿ ਮੇਰੇ ਕੋਲ ਸ਼ਕਤੀ ਨਹੀਂ ਹੈਗੀ। ਮੇਰਾ ਫੋਨ ਦਾ ਬੈਟਰੀ 1% ਰਹਿ ਗਿਆ, ਤੇ ਮੈਂ ਕਹਾਂ ਇਹਨੂੰ ਕਿ ਟਾਰਚ ਚਲਾ, ਤੇ 1% ਦੇ ਵਿੱਚ ਉਹ ਕੀ ਕੰਮ ਕਰੇਗਾ, ਖਤਮ ਹੋ ਜਾਏਗਾ। ਟੂ ਪਲੱਗ ਇਨ ਦ ਸੋਰਸ, ਮਤਲਬ ਅਸੀਂ ਪਲੱਗ ਇਨ ਕਰਾਂਗੇ, ਫਿਰ ਪਾਵਰ ਹਾਊਸ ਤੋਂ ਕਰੰਟ ਆਉਂਦੀ ਹੈ, ਫਿਰ ਫੋਨ ਵੀ ਭਰ ਜਾਂਦਾ ਹੈ 1% ਤੋਂ ਧੀਰੇ ਧੀਰੇ 100%। ਇਸੇ ਤਰ੍ਹਾਂ ਆਤਮਾ ਨੂੰ ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕਰਨੇ, ਸਾਡੀ એનર્ਜੀ ਭਰ ਰਹੀ ਹੈ। ਪਰ ਸਾਨੂੰ ਸਾਡੀ એનર્ਜੀ ਇੰਨੀ ਘਟ ਗਈ ਹੈ ਕਿ ਸਾਨੂੰ ਰੋਜ਼ ਕਰਨੀ ਪਏਗੀ, ਤੇ ਕੜੀ ਕਰਨੀ ਪਏਗੀ। ਜਿੰਨੀ ਦੁੱਖ, ਉਨਾ ਜ਼ਿਆਦਾ ਰੱਬ ਨੂੰ ਯਾਦ ਕਰਨਾ ਪਏਗਾ। This actually best is to remember when happy, ਪਰ ਕੀ ਕਰੀਏ, ਅਸੀਂ ਮਤ ਦੇ ਭੁੱਲਣ ਹਾਰ, ਅਸੀਂ ਰੱਬ ਨੂੰ ਦੁੱਖ ਵਿੱਚ ਯਾਦ ਕਰਨੇ, ਖੁਸ਼ੀ ਵਿੱਚ 1 ਮਿੰਟ ਵਾਸਤੇ ਸ਼ੁਕਰ ਹੈ ਪਰਮਾਤਮਾ ਕਹਿ ਦਿੰਦੇ ਆ, ਪਰ ਦੁੱਖ ਵਿੱਚ ਜਿੰਨਾ ਅਸੀਂ ਯਾਦ ਕਰ ਰਹੇ ਨਾ,
ਉਹਨਾਂ ਸੁਖੀ ਜੀਵਨ ਵਿੱਚ ਨੇ। ਤਦੇ ਗੁਰਬਾਣੀ ਵਿੱਚ ਵੀ ਲਿਖਿਆ ਦੁੱਖ ਦਾਰੂ, ਦੁੱਖ ਹੀ ਦਵਾਈ ਹੈ। ਪਰਮਾਤਮਾ ਮਤਲਬ ਦੁਖੀ ਜ਼ਿੰਦਗੀ ਮਤਲਬ ਕਲਯੁਗ ਆਉਂਦੀ ਹੈ ਤਾਂ ਅਸੀਂ ਆਤਮਾ ਥੱਕ ਟੁੱਟ ਜਾਂਦੇ ਹਾਂ, ਦੁਖੀ ਹੋ ਜਾਂਦੇ ਹਾਂ, ਫਿਰ ਪਰਮਾਤਮਾ ਨੂੰ ਯਾਦ ਕਰਨੇ ਆ ਕਿ ਹੇ ਬਾਬਾ ਹੁਣ ਮੈਨੂੰ ਤੂੰ ਬਚਾ। ਤੇ ਉਹਨੇ ਬਚਾਣਾ ਕੀ ਹੈ? ਸਾਨੂੰ ਯਾਦ, ਅਸੀਂ ਯਾਦ ਕਰਾਂਗੇ, ਸਿਮਰਨ ਕਰਾਂਗੇ, ਸਾਡੇ ਅੰਦਰ ਸ਼ਕਤੀ ਆਉਂਦੀ ਹੈ। ਇਹ ਟਰਾਈ ਐਕਸਪੈਰੀਮੈਂਟ ਕਰਕੇ ਦੇਖਣਾ ਪਏਗਾ। ਇਹ ਗੱਲਾਂ ਸੁਣ ਕੇ ਤੁਹਾਡਾ ਤੀਸਰਾ ਨੇਤਰ ਤੇ ਖੁੱਲ ਗਿਆ, ਤੁਹਾਨੂੰ ਇਹ ਗਿਆਨ ਆ ਗਈ, ਹੁਣ ਇਸ ਨੂੰ ਕਰਨਾ। ਇਹ ਗੱਲਾਂ ਨੂੰ ਰੋਜ਼ ਸੁਣਨਾ ਪਏਗਾ। ਇਹ ਗਿਆਨ ਇੰਨੀ ਸਿੰਪਲ ਗਿਆਨ ਜਿਹੜੀ ਹੈ ਨਾ, ਇਹ ਬ੍ਰਹਮਾ ਕੁਮਾਰੀਜ਼ ਦੀ ਗਿਆਨ ਮਤਲਬ ਉਹਨਾਂ ਨੇ ਸਿਖਾਇਆ ਇਸ ਤਰ੍ਹਾਂ ਗੁਰਬਾਣੀ ਦੇ ਹੀ ਗਿਆਨ। ਹੁਣ ਬ੍ਰਹਮਾ ਕੁਮਾਰੀਜ਼ ਕੀ ਹੈਗਾ? ਉਹ ਯੂਨੀਵਰਸਿਟੀ ਹੈਗਾ। ਜਿਵੇਂ ਅਸੀਂ ਸਕੂਲ ਜਾਂਦੇ, ਉਹ ਧਰਮ ਨਹੀਂ। ਮੈਂ ਸਿੱਖਾਂ ਤੇ ਮੈਂ ਇਸ ਜਨਮ ਵਿੱਚ ਸਿੱਖ ਹੀ ਰਵਾਂਗੀ ਤੇ ਸਿੱਖ ਮਤਲਬ ਮੌਤ ਤੱਕ ਮੈਂ ਇਹ ਰੋਲ ਪਲੇ ਮੇਰਾ ਅਮਰਜੀਤ ਹੈ। ਮੈਂ ਸਿੱਖ ਕੁੜੀਆਂ, ਇਹ ਮੈਂ ਬਹੁਤ ਅੱਛੀ ਤਰ੍ਹਾਂ ਪਲੇ ਕਰਾਂਗੀ। ਨਾ ਮੈਂ ਕੇਸਾਂ ਦੀ ਬੇਦਬੀ ਕਰਾਂਗੀ, ਨਾ ਮੈਂ ਕੜਾ ਪਾਵਾਂਗੀ, ਜੋ ਵੀ ਮਤਲਬ ਆਪਣੇ ਬੱਚਿਆਂ ਨੂੰ ਗੁਰਬਾਣੀ ਸਿਖਾ। ਪਰ ਰੱਬ ਨੂੰ ਮੈਨੂੰ ਯਾਦ, ਮੈਂ ਰੱਬ ਨੂੰ ਯਾਦ ਕਰਨਾ ਹੈ ਕਿਉਂਕਿ ਮੈਂ ਹੈ ਤੇ ਆਤਮਾ। ਹੁਣ ਕ੍ਰਿਸਚੀਅਨ ਹੈ, ਅੱਛਾ ਕ੍ਰਿਸਚੀਅਨ ਬਣੇਗਾ, ਉਹਨੂੰ ਸਿੱਖ ਬਣਨ ਦੀ ਨਹੀਂ ਲੋੜ, ਪਰ ਪਰਮਾਤਮਾ ਨੂੰ ਤੇ ਯਾਦ ਕਰਨਾ ਹੈ। ਅਸੀਂ ਹੁਣ ਮੈਂ ਥਾਈ ਸਿਟੀਜ਼ਨ ਹਾਂ, ਮੈਂ ਆਪਣਾ ਥਾਈ ਪਾਸਪੋਰਟ ਫਾੜ ਕੇ ਕੋਈ ਅਮਰੀਕਨ ਪਾਸਪੋਰਟ ਥੋੜਾ ਲੈ ਲੈਣਾ। ਮਤਲਬ ਮੈਂ ਥਾਈਲੈਂਡ ਵਿੱਚ ਹੈ, ਮੈਂ ਥਾਈਲੈਂਡ ਵਿੱਚ ਹੀ ਰਵਾਂਗੀ, ਆਪਣਾ ਜ਼ਿੰਦਗੀ ਚੱਲਦਾ ਰਵੇ ਜਿਸ ਤਰ੍ਹਾਂ ਚੱਲ ਰਿਹਾ, ਪਰ ਪਰਮਾਤਮਾ ਨੂੰ ਯਾਦ ਕਰਨਾ। ਮਤਲਬ ਇਹ ਰੋਲ ਪਲੇ ਚੱਲਦਾ ਰਵੇ। ਇਹ ਰੋਲ ਪਲੇ ਅੱਛੀ ਹੈ, ਉਹਨਾਂ ਸਾਨੂੰ ਇਹ ਸਾਡੇ ਖਾਤੇ ਨੇ ਇੱਕ ਦੂਜੇ ਦੇ ਨਾਲ ਜਿਹੜਾ ਅਸੀਂ ਕੱਟਣੇ, ਪਰ ਆਤਮਾ ਪਰਮਾਤਮਾ ਦੇ ਨਾਲ ਇੱਕ ਓਂਕਾਰ, ਉਹ ਇੱਕੋ ਹੀ ਹੈ। ਭਾਵੇਂ ਕ੍ਰਿਸਚੀਅਨ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਿਮ ਹੈ, ਭਾਵੇਂ ਗਰੀਬ ਹੈ, ਭਾਵੇਂ ਅਮੀਰ ਹੈ, ਭਾਵੇਂ ਥਾਈ ਹੈ, ਭਾਵੇਂ ਚਾਈਨੀਜ਼ ਹੈ, ਭਾਵੇਂ ਰਸ਼ੀਅਨ ਹੈ, ਜੋ ਮਰਜ਼ੀ ਦੇਸ਼ ਦੀ ਹੋਣ, ਕਲਚਰ ਹੋਏ, ਨੈਸ਼ਨੈਲਿਟੀ ਹੋਏ, ਅਪਾਹਿਜ ਹੋਏ, जीनियस होए, टैलेंटेड होए, डॉक्टर होए, ਇਹ ਰੋਲ ਨੇ ਅਸੀਂ ਖੇਡ ਸਾਰੇ। ਅਸੀਂ ਆਤਮਾएं, ਅਸੀਂ ਉਸ ਇੱਕ ਦੇ ਬੱਚੇ ਹਾਂ। ਇੱਕ ਓਂਕਾਰ, ਉਹ ਇੱਕੋ ਹੀ ਹੈ ਜਿਹੜਾ ਇਸ ਖੇਡ ਤੋਂ ਉੱਤੇ ਵੇ ਤੇ ਉਸ ਦੀ ਯਾਦ ਕਰਨੀ ਹੈ। ਤੇ ਜਿੱਥੋਂ ਅਸੀਂ ਸੌਖੇ ਤਰੀਕੇ ਨਾਲ ਉਸ ਨੂੰ ਯਾਦ ਕਰ ਸਕਦੇ ਹਾਂ ਤੇ ਉਸ ਦੀ ਗੱਲਾਂ ਨੂੰ ਸਮਝ ਸਕਦੇ ਹਾਂ, ਤੇ ਕਿਉਂ ਨਾ ਕਰੀਏ, ਤੇ ਫਿਰ ਸਾਨੂੰ ਸ਼ਕਤੀ ਮਿਲਦੀ ਹੈ। ਆਓ ਮਿਲ ਕੇ ਥੋੜਾ ਮੈਂ ਹੁਣ ਸਥਿਰ ਹੋ ਕੇ ਤੁਹਾਡੇ ਨਾਲ ਛੋਟਾ ਜਿਹਾ ਗਾਈਡਡ ਯੋਗ, ਕਿਉਂਕਿ ਹੁਣ ਮਤਲਬ ਕਿ ਕਈ ਵਾਰੀ ਨਵਾਂ ਜਦੋਂ ਅਸੀਂ ਗਿਆਨ ਸੁਣਨੇ, ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਅਸੀਂ ਰੱਬ ਨੂੰ ਯਾਦ ਕਰਾਂਗੇ, ਕਿਸ ਤਰ੍ਹਾਂ ਰੱਬ ਨੂੰ ਯਾਦ ਕਰਾਂਗੇ। ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਤਸਵੀਰ ਜਿਹੜੀ ਹੈ ਨਾ, ਉਸ ਸਕਰੀਨ ਦੇ ਉੱਤੇ ਜੋਤੀ ਬਿੰਦੂ ਦਾ ਤਸਵੀਰ ਲਾਈ। ਇਹ ਜੋਤੀ ਬਿੰਦੂ मतलब कि मन तो जोत स्वरूप है, स्पार्कलिंग स्टार, पर बैकग्राउंड लाल सुनहरी देश ना ब्लैक बैकग्राउंड, क्योंकि नाइट नहीं हैगा अंदर। आत्मा, आत्मा वो जो सितारे आसमान विच है वो अलग है, वो पंच तत्व दा सितारे। मैं आत्मा पंच तत्व तो उत्ते हैगा, आई एम अ डिफरेंट एलिमेंट, आई एम इनविजिबल, मैं अमर, मैं आत्मा सतनाम हैगा, निर्भय हैगा, निर्वैर हैगा। मूल मंत्र जो है ना, वो साडी मूल हैगा। मन तो जोत स्वरूप है, अपना मूल पहचान। जो असीं एक ओंकार बोलने तो मैं आत्मा उस एक दे नाल मिलदी आ। मैं सतनाम, तू सतनाम, तू करता पुरख, मैं इस वेले कर रही हाँ जो तू कहंदा मैनूं करन वास्ते। करता पुरख, निर्भय, सारे असी कादे वास्ते डरना, तू हैगा मेरे कोल, मेरे संग चलते है बाबा, तू मेरे कोल है। जिसके सिर ऊपर तू स्वामी, सो दुख कैसा पा। मैं तेरे नाल मिल रही हूं, निर्भय निर्वैर, सब मेरे अपने ने, कोई दुश्मन नहीं है। अकाल मूरत, तू अकाल, मैं अकाल, अजूनी,
ਜੂਨ ਵਿੱਚ ਆਂਦਿਆ ਵੀ ਮੈਂ ਵੀ ਅਜੂਨੀ, ਤੂੰ ਹੈ ਹੀ ਅਜੂਨੀ। ਸੈਪੰ ਆਪਣੇ ਆਪ ਦੇ ਵਿੱਚ ਆਪਣੀ एनर्जी, मैं है तो ये शरीर जिंदा, मैं नहीं हूं तो ये शरीर जिंदा नहीं। लाइफ फोर्स, लाइफ एनर्जी सैपं गुरप्रसाद तेरी कृपा दे नाल मैं अपने कर्म कटांगे, अपने विकार मिटावांगी। अवगुण सब मेटे, कंठ लाए अवगुण सब मेटे। तेरे नाल मैं रह के तेनू याद करदी हां, मेरे अवगुण मिटदे ते तेरे गुण मेरे विच आउंदे। प्यार दी गुण, शांति दी गुण, शक्ति, सहन शक्ति। मेरा बाबा, प्यारा बाबा, मीठा साजनड़ा, मेरा साजनड़ा, निकट आया मेरा साजनड़ा, तू मेरे कोल हैगा। इस तरह प्यारे प्यारे गल्लां करके उसके नाल टिक जाना। तू ही और कोई नहीं। मन विच इस वेले तू ही 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 वाहिगुरु 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 वाहिगुरु। तू ही 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 तू ही। उसके नाल मिलके उसने किन्ने सरबत दा भला दुनिया नूं फैलाने उसने किन्ने, ताकि सारे जाग जान, सारे आत्माएं जाग जान और रब नूं पहचान कि दुनिया विच खुशी, शांति, शक्ति आ जाए। ये दुनिया कलयुग तो सतयुग बन जाए। थैंक यू बाबा, थैंक यू। शांति, शांत आत्मा। वाहिगुरु जी का खालसा। मैं तेरा पवित्र आत्मा। खालसा का मतलब पवित्र। वाहिगुरु जी की फतेह। मैं पवित्र बनांगी ते तेरी जित होएगी। वाहिगुरु जी की फतेह। उसकी फतेह ता होएगी, उसकी जित ता होएगी जे मैं पवित्र हाँ। मैं पवित्र ही नहीं, उसकी जित की ये बोलन दी गल नहीं, समझने दी गल। सत श्री अकाल। तू सत्य है, तू श्रेष्ठ है, तू अटल है। अकाल वक्त तो रहता। मैं तू मेरा पिता, तू मेरा माता, तू मेरा बंधव, तू मेरे प्रार्थना, तू ही सब कुछ। इस तरह असी बाबा दे नाल, परमात्मा दे नाल लिव जो सकते। अमरजीत बन के नहीं, जसबीर जोगिंदर गुरप्रीत बन के नहीं, आत्मा बन के, छोटी जी आत्मा, डिटैच फ्रॉम दिस बॉडी। क्योंकि ये बॉडी मैं नहीं है का, ये मेरा खेल है। दिस इज माय रोल प्ले, दिस इज माय कॉस्ट्यूम। जिवें कपड़े बदलदे ना ते कपड़े नूं असीं सुट छड्डने ना, जदों नया कपड़े आउंदे, जदों एक कपड़ा नूं मैं सुटांगी इस शरीर नूं ते मैं होर एक मां दी गर्भ विच चली जाऊंगी, ते फिर एक कपड़ा, इस शरीर रूपी कपड़ा दफनाया जाएगा, जलाया जाएगा। मैं ये नहीं है, मैं ते अखा दी नूर रहेगी। मैं आत्मा उस परमात्मा दी बच्ची। ये बार बार ये गल्लां सुननियां पैगी ते शिवानिया दी गल्लां ते राजयोग दा कोर्स सुनो, क्योंकि हुण टाइम है कि सिर्फ उसकी सिफत करन दी नहीं, उसकी ते सिफत करन दी लोड़ ही नहीं। पता है उसकी सिफत, पर हुण ध्यान नाल उसकी सिफत करना है। जे करना है ते आत्मा बन के, क्योंकि असी उससे
नाम नाम ਦਾ ਮਤਲਬ ਮੂਤ ਪ੍ਰੀਤੀ ਕੱਪੜ ਹੋਏ ਦੇ ਸਾਬੁਨ ਲਏ ਉਹ ਤੋਪੇ ਨਾਵੇ ਕਰਨ ਸਿਰਫ ਉਸ ਦੀ ਨਾਮ ਦੇ ਨਾਲ ਸਿਰਫ ਉਸ ਦੀ ਯਾਦ ਦੇ ਨਾਲ ਮੈਂ ਆਪਣਾ खाता मिटाना है, अपना कर्म खत्म करना है, अपने अवगुण मिटाना है, ऐसे करना है। अमृत वेला सच नाओ वड्याई विचार सब तो श्रेष्ठ टाइम है अमृत वेला। 4 बजे 5 मिनट उठ के अलार्म लगा लो, उठ के 1-2 मिनट ही सही, गुड मॉर्निंग बाबा, मैं आत्मा तू परमात्मा है बाबा, मेरे कर्म कट दे, मिलके बाबा दे कोल शांत विच उस किन्ने लेके फिर सो जाओ, कोई गल हौली हौली अपने आप टाइम वधेगा। 1 मिनट 2 मिनट करते रहो हर घंटे उसमें याद। अलार्म लगाओ, मैं फोन दे विच अलार्म लगा लेनी हर घंटे मैनू, मैं रब नू 1 मिनट वास्ते या 5 सेकंड्स वास्ते याद करना है। ये दवाई हैगा, जी मैं ये दवाई खावांगी तो मैं खुश रहांगी, जी मैं ये दवाई नहीं खादी, मैं ये दवाई नहीं की, सिमरन नहीं की, योग नहीं की, तो मैं दुखी होवांगी कि मेरी प्रॉब्लम्स भी, मेरे मन की अवस्था ठीक नहीं होगी। ते अगो जाके दुनिया में इस वेले कोविड कुछ भी नहीं, अगो जाके एक कलयुग के अंत में बहुत कुछ होने वाला है। इस वास्ते ਅਸੀਂ अपने मन ਨੂੰ पहला ही स्ट्रॉन्ग करिए, अपने मन ਨੂੰ पहला ही रब ਦੇ ਨਾਲ जुड़ी रखिए, ताकि ਅਸੀਂ डिटैच्ड ऑब्जर्वर बन के ਸਾਨੂੰ ਇਹ ਤੰਗ ਨਹੀਂ ਕਰੇਗੀ, ਜੋ ਵੀ ਹੋਏਗਾ ਜ਼ਿੰਦਗੀ ਵਿੱਚ ਦੁਨੀਆ ਵਿੱਚ ਸਾਨੂੰ ਨਹੀਂ ਤੰਗ ਕਰੇਗੀ, ਕਿਉਂਕਿ ਅਸੀਂ ਰੱਬ ਦੇ ਨਾਲ ਜੁੜੀ ਰਹਾਂਗੇ। ਜਿਵੇਂ ਅਸੀਂ ਸੁਣਿਆ ਨਾ कि एक महान पुरुष से मैंने याद ने आइंस्टाइन की कौन सी ओदा घर जल गया, ਤੇ ਉਹ ਬੰਦਾ ਰਹਿ ਗਿਆ ਕਿ ਇੰਨਾ ਖੂਬਸੂਰਤ ਨਜ਼ਾਰਾ, ਘਰ ਜਲ ਰਿਹਾ ਹੈ ਤੇ ਉਹ ਕਹਿੰਦਾ ਕਿੰਨਾ ਸੋਹਣਾ ਨਜ਼ਾਰਾ, मतलब डिटैच्ड होके इन्ना अवस्था हो सकता है। बाबा कहते अकाल पुरख कहते गुरुआ ने भी आख्या, सब महान आत्माएं ने भी आख्या। बुद्धा दे उत्ते कोई थुके, उन्हें ते गुस्सा करना कोई नहीं, उन्हें ते आखना कि जिन्ने थुकिया वो तू नहीं हैगा, वो तेरे गुस्सा हैगा। मतलब सैपरेट करना, जो मेरे नाल अच्छा नहीं कर रहे वो ओदे कर्म ने, वो आत्मा भी रब्बी रूप आत्मा, वो भी रब दे बच्चे, पर वो अपने कर्म अनुसार मेरे नाल कुछ लेन देन है, तां ये गलतियां हो रही ने साडे कोल। सेंशन अच्छे क्लासेस शिवानी दियां रोज 15-20 मिनट रोज सुनन दे नाल मन दी ਇਹ ਗਿਆਨ ਹੈ, ਜੇ ਪਿਆਲੀ ਕਾਲੀ ਹੋਈ ਨਾ, ਮੈਂ ਆਖਿਆ ਭਰਿਆ ਹੈ ਗੰਦਗੀ ਦੇ ਨਾਲ, ਉਹਦੇ ਵਿੱਚ ਗਿਆਨ ਪਾਣੀ ਪੈਗੀ ਰੋਜ਼। सिमरन बस ये 2 गल्लां ਅਸੀਂ ਕਰਾਂਗੇ ਤੇ सेवा मतलब ਦੂਜਿਆਂ ਨੂੰ ਵੀ ਦੱਸਣਾ ਕਿ ਐਸਾ ਕਰੀਏ, ਰਲ ਕੇ ਦੂਜਿਆਂ ਨੂੰ ਵੀ ਖਿੱਚਣਾ ਹੈ ਕਿ ਚਲੋ ਰਲ ਕੇ ਕਰੀਏ, ਕਿਉਂਕਿ ਇਕੱਲੇ ਅਸੀਂ ਕਰਾਂਗੇ ਤਾਂ ਅਸੀਂ ਨਹੀਂ ਕਰ ਪਾਵਾਂਗੇ, ਪਰ ਇਕੱਠੇ ਜਦੋਂ ਅਸੀਂ ਕਰਨੇ ਹੋਰ ਕਰ ਪਾਉਂਦੇ। ਹੁਣ ਦੇਖੋ ਬਾਬਾ ਨੇ ਮੈਨੂੰ ਤੁਹਾਡੇ ਸੰਗਤ ਦਿੱਤੀ, ਇਸ ਵੇਲੇ ਨਹੀਂ ਤੇ ਇਸ ਵੇਲੇ ਮੈਂ ਚਲੋ ਕੋਈ ਕਲਾਸ ਸੁਣਨੇ ਨਾ, ਅਸੀਂ ਰੋਜ਼ ਮੈਂ ਕੋਈ ਨਾ ਕੋਈ ਰਾਤੀ ਇੱਕ ਕਲਾਸ ਜ਼ਰੂਰ ਸੁਣੀਏ ਸੌਣ ਤੋਂ ਪਹਿਲਾਂ ਵੈਰੀ ਇੰਪॉर्टेंट। कोई टीवी नहीं, कोई मैसेजेस नहीं, कोई सोशल मीडिया नहीं, वो सारा कुछ करके समेट के 5-10 मिनट सिर्फ सिमरन अकाल पुरख के नाल जुड़ना, इस वक्त ध्यान दे विच बहना, या कोई या अगर मन नहीं टिकदा तो कोई धार्मिक क्लास सुन के, शिवानी का कोई क्लास कुछ सुन के मुरली पढ़ के सो जाओ बाबा दे नाल कि मैं आत्मा परमात्मा दे कोल अपने लाल सुनहरे परम धाम पार ब्रह्म परमेश्वर जिथे वी आर ऑल सोल्स, ਅਸੀਂ ਕਿਧਰੋਂ ਆਏ ਆ, मतलब आत्मा ਦਾ ਵੀ ਘਰ ਹੈਗਾ। ਸਾਰੇ ਆਤਮਾ ਜਦੋਂ ਇਹ ਸਾਰੇ ਅਸੀਂ ਜੇ ਇੱਕੋ ਵਾਰੀ ਸਰੀਰ ਛੱਡਾਂਗੇ ਤੇ ਦੁਨੀਆ ਦੇ ਵਿੱਚ ਹੋਰ ਕੋਈ ਮਾਂ ਦਾ ਗਰਭ ਨਹੀਂ ਹੋਏਗਾ ਸਾਨੂੰ ਜਾਣ ਵਾਸਤੇ, ਤੇ ਫਿਰ ਅਸੀਂ ਕਿੱਥੇ ਜਾਵਾਂਗੇ, ਆਪਣਾ ਘਰ ਵਾਪਸ ਜਾਵਾਂਗੇ ਨਾ। मतलब आत्मा we are aliens on this earth, so we souls are separate from this 5 elements world, पांच तत्व दी दुनिया तो ਅਸੀਂ अलग है। तो इस वास्ते अपनी याद करनी है, अपनी पहचान हौली हौली मन की ज्योत स्वरूप है, अपना मूल पहचान। वाहिगुरु जी का खालसा, वाहिगुरु जी की फतेह। any questions, ਤੁਸੀਂ ਕੁਝ ਪੁੱਛਣਾ ਚਾਹੁੰਦੇ ਜ਼ਰੂਰ ਪੁੱਛੋ।
पूछो सवाल जी। थैंक यू जी, थैंक यू जी। Any questions you can always ask, na? Or you can, if you want to send voice message and ask also, or you want to ask now, can. मेरा एक क्वेश्चन है जी। And ਹੁਣ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਮੈਂ ਜੋਗਿੰਦਰ ਸਿੰਘ ਨਹੀਂ ਹਾਂ। ਮੈਂ ਇਸ ਗੱਲ ਨੂੰ ਸਮਝ ਗਿਆ ਵੀ ਮੈਂ ਜੋਗਿੰਦਰ ਸਿੰਘ ਨਹੀਂ ਹਾਂ, ਮੈਂ ਇੱਕ ਆਤਮਾ ਹਾਂ ਔਰ ਸਤੋਗੁਣੀ ਆਤਮਾ ਹਾਂ। ਮੈਂ ਜੋਤੀ ਸਰੂਪ ਵੀ ਹਾਂ, ਮੈਂ ਸੁਖ ਸਰੂਪ ਵੀ ਹਾਂ, ਮੈਂ ਪ੍ਰੇਮ ਸਰੂਪ ਵੀ ਹਾਂ, ਮੈਂ ਸੁਖ ਸਰੂਪ ਵੀ ਹਾਂ, मैं शक्ति स्वरूप भी हाँ, आनंद स्वरूप भी हाँ। सतोगुणी स्वरूप में आत्मा है। मैनू पता लग गया मैं आत्मा हाँ। ते ये मैनू पता लग गया भी आत्मा ने कहा 3 फैकल्टियां है, बुद्धि, इंटेलेक्ट एंड संस्कार। ये पता लगा। मेमोरीज, संस्कार मतलब अपने याददाश्त, अपनी मेमोरीज वगैरह। और मेमोरी जो मैं कम करदा वो जो रिकॉर्ड लिखी जाती, रिकॉर्डिंग हुई जाती है, वो संस्कार इन्हीं गल मैं समझ लग गई है। तो हुण रोज मैं यही कही जावा, मैनूं पता लग गया भी मैं आत्मा आ, फिर दोबारा करने की लोड़ आ, बार बार क्यों कर गई? मैनूं पता लग गया मैं आत्मा आ, मैं जोगिंदर सिंह नहीं आ। ओके, मैं तुहानूं दस्सां, जद तुहानूं पता चल जाएगा, तुहानूं अपने आप ये गल बोलनी नहीं पैगी, सोचनी नहीं पैगी, तुसीं बन जाओगे। जिन्ना चिर असी बने नहीं है ना, सानू बोलना पेगा, सोचना पेगा। जिवें बच्चे नू तुसी किताब दियो, नहीं पढ़ सकते, उन्हां नू ABC रटानी पैंदी, ते ओ ABC गाना उन्हां नू आउंदा है। 3 साल दा बच्चा नू ABC दा पूरा गाना आउंदा है, पर उन्होंने किताब दियो पढ़न वास्ते नहीं पढ़ सकता। ABC गाना ते किताब पढ़नी बहुत अलग गल है। असी बोलना कि मैं आत्मा एक्सपीरियंस नहीं हैगा। देखो याददाश्त भुल चुके हैं, समझो किन्ने जन्म 2-3 हजार साल 2-3 हजार साल असी भुल चुके हैं कि असी आत्मा हैगा। एक बारी 2 बारी 100 बारी 1000 बारी भी असी अपने आप को कहा कि मैं आत्मा हैगा, नहीं समझेगी, मन नहीं समझेगा। क्योंकि जिस मैं कह रहा कालापन जड़ी ना, तुसी जोगिंदर सिंह हैगे हो क्योंकि तुसी जोगिंदर सिंह दा रोल खेड रहे हो। तुसी अपने आप को इह ना आखो मैं जोगिंदर नहीं है, मैं आत्मा प्रकृति विच टिक के खुद नू वेखना। जदों मैं खुद नू मन दे विच वेखांगी ज्योति बिंदु, फिर मैनू कुछ बोलन दी लोड़ नहीं कि मैं आत्मा, सिर्फ अपने आप को वेखना मन दे विच। मन दे विच अपने आप ने ज्योति बिंदु देख के वो स्थिर होना। सब तो पहला स्थिर होना कि मैं आ हाँ, या मंदिर में कौन बसा है, मैं आ हाँ। जब मैं टिक जावा उस स्वरूप दे विच कि मैं ज्योति बिंदु आ, फिर मैं उड़ के परम धाम अपनी लाल सुनहरी तो परमात्मा दे कोल जाके टिक जावांगी। फिर उत्थे स्थिर होना, परमात्मा दे कोल मैं स्थिर। फिर की अगे रखे जिससे दरबार ना, वो दिख गया उसदी दरबार में, उसदी दरबार विच आ गई, स्थिर होना उसदी दरबार विच। बस मैं ज्योति बिंदु, ओ ज्योति बिंदु, बस असी दोनों स्थिर है एक दूसरे के सामने सामने। ओ कॉन्सेंट्रेशन ते फोकस दे विच उस वक्त दे विच होर कोई ख्याल ही नहीं आएगा, होर कोई नजारा भी नहीं आएगा, होर कोई थॉट भी नहीं, जोगिंदर का नाम भी नहीं आएगा मन में। सिर्फ ज्योति बिंदु मैं, ज्योति बिंदु परमात्मा। उस शांत दे विच, स्थिरता दे विच टिक जाना बस। वाह वाह। ओ अवस्था जदों तुसी ते परमात्मा टिक गए एक दूजे दे नाल, उस दे विच सिर्फ वाह है ते तू ही है और कुछ नहीं। उसनू एक्सपैंड करना मतलब टाइम वधाना है उस दे विच। जिन्ना असी उस दे नाल मिलन दे विच टाइम वधावांगे, उन्ना साडे कर्म कट्टणगे, उन्ना उसदी शक्ति साडे अंदर आएगी। हुण फोन दी बैटरी है, वो बोली जावे, फोन बोली मेरा 1% रह गया, 1% रह गया, 1%, पर कनेक्शन ना करेंगे
ਤੇ ਪਰਸੈਂਟੇਜ ਕਿਵੇਂ ਵਧੇਗੀ? ਕਨੈਕਸ਼ਨ ਤੇ ਕਰਨੀ ਪੈਗੀ ਨਾ। ਮੈਂ ਆਤਮਾ ਸਿਰਫ ਫਰਸਟ ਸਟੈਪ ਹੈਗਾ। ਦੂਸਰੀ ਸਟੈਪ ਮੇਨ ਹੈਗਾ ਕਿ ਮੈਂ ਤੇਰੀ ਬੱਚੀ ਹਾਂ, ਤੇਰੇ ਕੋਲ ਆਈ ਹਾਂ, ਮੈਨੂੰ ਤੂੰ ਬਚਾ। ਇਹ ਮੇਨ ਹੈਗਾ। ਪਰ ਵਿਦਾਊਟ ਬੀਇੰਗ ਆਤਮਾ, जोगिंदर cannot go to बाबा, cannot go to, क्योंकि जोगिंदर ਤੇ ਪੰਜ ਤत्व ਦਾ ਹਸਤੀ। ਇਸ ਵਾਸਤੇ ਅਸੀਂ ਕਹਿੰਦੇ ਮੈਂ ਆਤਮਾ। ਬੋਲਣ ਦੀ ਗੱਲ ਨਹੀਂ, ਆਪਣੇ ਅੰਦਰ ਮਨ ਦੇ ਵਿੱਚ ਵੇਖਣ ਦੀ, ਮਹਿਸੂਸ ਕਰਨ ਦੀ ਗੱਲ ਹੈ। ਜਿਸ ਵੇਲੇ ਬੈਠੀ ਦਾ 10 ਮਿੰਟ ਵਾਸਤੇ ਉਹ ਮੈਂ ਵੀ ਟਰਾਈ ਕਰਦਾ ਹਾਂ, ਪਰ ਮੈਨੂੰ ਉਹ ਜਿਹੜਾ ਜੋਤ ਹੈ ਜਿਹੜੀ ਇੱਥੇ ਦਿਖਣੀ ਆ ਉਹ ਨਹੀਂ ਦਿਸ ਰਹੀ। ਉਹ ਮਨ ਤਾਂ ਜਿਹੜਾ ਆ ਉਹ ਇਕਾਗਰ ਚਿੱਤ ਨਹੀਂ ਆਉਂਦਾ, ਕਨਸੈਂਟਰੇਸ਼ਨ ਨਹੀਂ ਬਣਦੀ। ਨਹੀਂ ਬਣ ਰਹੀ। ਓਕੇ, ਮੈਂ ਤੁਹਾਨੂੰ ਦੱਸਿਆ, ਜੇ ਮੈਂ ਤੁਹਾਨੂੰ ਇਸ ਵੇਲੇ ਬੋਲਾ ਲਾਲ ਗੁਲਾਬ ਦਾ ਫੁੱਲ, ਤੁਹਾਨੂੰ ਦਿਖਦਾ ਹੈ? ਲਾਲ ਗੁਲਾਬ ਦਾ ਫੁੱਲ ਦਿਖਦਾ ਹੈ ਮਨ ਦੇ ਵਿੱਚ? ਮੇਰੇ ਮਨ ਵਿੱਚ Yes. ਹਾਂ, ਮਨ ਦੇ ਵਿੱਚ ਤੁਹਾਨੂੰ ਦਿਖਦਾ ਹੈ ਇਸ ਵੇਲੇ? ਦੇਖੋ ਤੁਸੀਂ ਮੈਨੂੰ ਇਸ ਵੇਲੇ, ਤੁਹਾਡੀ ਅੱਖਾਂ ਮੈਨੂੰ ਵੇਖ ਰਹੀ ਹੈ ਟੀਵੀ ਦੇ, ਕੰਪਿਊਟਰ ਦੇ ਉੱਤੇ, ਪਰ ਤੁਹਾਡੇ ਮਨ ਦੀ ਅੱਖ ਕੀ ਦੇਖ ਰਹੇ ਹੈ? ਲਾਲ ਗੁਲਾਬ ਦਾ ਫੁੱਲ। ਹੁਣ ਮੈਂ ਤੁਹਾਡੀ ਮਨ ਦੀ ਤਸਵੀਰ ਨੂੰ ਫਿਰ ਬਦਲਾਂਗੀ। ਪੀਲਾ ਸਮੁੰਦਰ ਦੇ ਉੱਤੇ ਹਰਾ ਬੇੜੀ, ਟਰਾਈ ਕਰੋ। ਪੀਲਾ ਸਮੁੰਦਰ, ਹਰਾ ਬੇੜੀ, ਦਿਖਿਆ? ਇਹ ਕਲਪਨਾ ਹੈ, ਕਲਪਨਾ ਹੈ ਤੁਹਾਡੀ, ਕਲਪਨਾ ਚ ਮਨ ਦੀ, ਮੈਂ ਤੁਹਾਡੀ ਮਨ ਦੀ ਕਲਪਨਾ ਸਮਝੋ, ਜੋ ਕ੍ਰੀਏਟੀਵਿਟੀ ਮਤਲਬ ਅੰਦਰ ਮਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਸ ਸਥਾਨ। ਹੁਣ ਜੇ ਤੁਸੀਂ ਲਾਲ ਗੁਲਾਬ ਦੇਖ ਸਕਦੇ ਹੋ ਜੋ ਹਕੀਕਤ ਹੈਗਾ, ਔਰ ਪੀਲਾ ਸਮੁੰਦਰ ਜੋ ਹਕੀਕਤ ਨਹੀਂ ਵੀ ਹੈਗਾ ਤੁਸੀਂ ਵੇਖ ਸਕਦੇ ਹੋ, ਤੇ ਤੁਸੀਂ ਜੋਤੀ ਬਿੰਦੂ ਕਿਉਂ ਨਹੀਂ ਵੇਖ ਸਕਦੇ? ਇਹ ਤਸਵੀਰ ਪਿੱਛੇ ਮਨ ਦੇ ਵਿੱਚ ਇਹ ਤਸਵੀਰ ਲੱਗੀ ਹੈ ਨਾ, ਇਹਨੂੰ ਵੇਖਿਓ। ਮੈਂ ਫੋਟੋ ਭੇਜੇ ਨੇ ਇੰਟਰਨੈਟ, WhatsApp ਦੇ ਵਿੱਚ। ਗੁਰਪ੍ਰੀਤ, ਬਲਵਿੰਦਰ, ਸੌਰੀ, ਯੂ ਸ਼ੋ ਯੋਰ ਫਾਦਰ ਦੋਸ ਫੋਟੋਜ਼। ਸਾਨੂੰ ਪਤਾ ਕਿਉਂ ਨਹੀਂ, ਥੋੜਾ ਮੁਸ਼ਕਿਲ ਕਿਉਂ ਹੈ? ਕਿਉਂਕਿ ਜਨਮ ਤੋਂ ਸਾਨੂੰ ਦਿਖਾਇਆ ਨਹੀਂ ਗਿਆ ਇਹ ਕੀ ਚੀਜ਼ ਆਤਮਾ ਕੀ ਹੈਗਾ। ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਆਖਿਆ ਦੁਰੀਅਨ ਬੜਾ ਸਵਾਦ ਹੈ, ਤੁਸੀਂ ਕਦੀ ਦੁਰੀਅਨ ਦੇਖਿਆ ਨਹੀਂ, ਖਾਧਾ ਨਹੀਂ, ਤੁਹਾਨੂੰ ਕਿਵੇਂ ਸਵਾਦ ਲੱਗੇਗਾ? ਤੁਹਾਨੂੰ ਸ਼ਕਲ ਵੀ ਨਹੀਂ ਆਏਗਾ। ਮੈਨੂੰ ਤੇ ਨਹੀਂ ਦਿਸਦਾ ਦੁਰੀਅਨ, ਕਿਉਂਕਿ ਇਹ ਅੱਖਾਂ ਦੇ ਨਾਲ ਕਦੀ ਦੇਖਿਆ ਨਹੀਂ, ਮੂੰਹ ਦੇ ਨਾਲ ਖਾਧਾ ਨਹੀਂ, ਕੰਨ ਦੇ ਨਾਲ ਸੁਣਿਆ ਨਹੀਂ, ਤੇ ਤਸਵੀਰ ਕਿਵੇਂ ਆਏਗੀ? ਤੇ ਇਸ ਵਾਸਤੇ ਤਸਵੀਰ ਨੂੰ ਵੇਖਣੀ ਪੈਗੀ ਇਹ ਬਾਹਰਲੀ ਅੱਖਾਂ ਨਾਲ, ਥੋੜਾ ਆਈਡੀਆ ਵਾਸਤੇ। ਜਾਂ ਮੈਂ ਕਹਾਂਗੀ ਆਸਮਾਨ, ਫੁੱਲਝੜੀ ਦਾ ਨਾ, ਫੁੱਲਝੜੀ ਦਾ ਜਿਹੜਾ ਸਪਾਰਕ ਹੁੰਦਾ ਨਾ, ਉਹ ਸਭ ਤੋਂ ਨਜ਼ਦੀਕ ਫੁੱਲਝੜੀ ਦਾ ਸਪਾਰਕ ਜੋ ਹੈ ਨਾ, ਚਮਕ ਜੋ ਹੈਗਾ ਨਾ, ਉਹ ਹੈਗਾ ਆਤਮਾ। ਕਿਉਂਕਿ ਉਹ ਛੋਟੀ ਜੀ ਹੈ, ਆਤਮਾ ਵੀ ਛੋਟੀ ਜੀ ਹੈ, ਪਰ ਫੁੱਲਝੜੀ ਦਾ ਸਪਾਰਕ ਅਸੀਂ ਕਾਲਾ ਬੈਕਗ੍ਰਾਉਂਡ ਦੇ ਵਿੱਚ ਵੇਖਦੇ ਹਾਂ। ਹੁਣ ਆਤਮਾ ਕਾਲਾ ਬੈਕਗ੍ਰਾਉਂਡ ਵਿੱਚ ਨਹੀਂ ਦੇਖਣਾ, ਲਾਲ ਸੁਨਹਿਰੀ। ਤੇ ਇਸ ਵਾਸਤੇ ਫੁੱਲਝੜੀ ਦਾ ਸਪਾਰਕ ਔਰ ਲਾਲ ਸੁਨਹਿਰੀ ਬੈਕਗ੍ਰਾਉਂਡ ਕਲਪਨਾ ਹੈਗਾ। ਤੁਹਾਨੂੰ ਇਹ ਕ੍ਰੀਏਟ ਕਰਨਾ ਪਏਗਾ, ਕਿਉਂਕਿ ਕਦੀ ਕਿਸੇ ਨੇ ਤੁਹਾਨੂੰ ਦੱਸਿਆ ਨਹੀਂ, ਬਚਪਨ ਤੋਂ ਤੁਸੀਂ ਦੇਖਿਆ ਨਹੀਂ ਇਨ ਅੱਖਾਂ ਦੇ ਨਾਲ। ਆਤਮਾ ਇਨ ਅੱਖਾਂ ਦੇ ਨਾਲ ਦੇਖਣ ਵਾਲੀ ਚੀਜ਼ ਹੈਗਾ ਹੀ ਨਹੀਂ। ਇਸ ਵਾਸਤੇ ਵਿਜ਼ਨ ਕਲਪਨਾ ਹੀ ਹੈਗਾ। You have to use your kalpana to create it and then concentrate on it and feel it. Then you have to add the feeling. ਸ਼ੁਰੂ ਵਿੱਚ feeling ਵੀ ਨਹੀਂ ਆਏਗਾ। ਪਹਿਲਾਂ ਮੈਂ ਰੱਬ ਦੇ ਕੋਲ ਬੈਠੀ ਸਾਂ, ਮੈਨੂੰ ਕਿਤੇ feeling ਕਿ ਰੱਬ ਮੈਨੂੰ ਪਿਆਰ ਕਰਦਾ ਹੈ। ਮੈਂ ਆਂਦੀ ਬਾਬਾ ਮੈਨੂੰ ਤੇ ਆਪਣੇ ਬੱਚੇ ਪਿਆਰੇ ਲੱਗਦੇ ਨੇ, ਤੂੰ ਕਿਉਂ ਨਹੀਂ ਪਿਆਰਾ ਲੱਗਦਾ? ਹੌਲੀ ਹੌਲੀ ਆਪਣੇ ਬੱਚਿਆਂ ਦਾ ਜੋ feeling ਹੈ ਨਾ, ਐਕਟਿੰਗ ਕਰਨਾ ਹੁੰਦਾ ਨਾ, ਸਾਨੂੰ ਐਕਟਿੰਗ ਕਰਨਾ ਹੁੰਦਾ ਹੈ ਨਾ, एक्टिंग करो। मैं ज्योति बिंदु चमकती सितारा, मैं बाबा ਨੂੰ ਬਹੁਤ ਪਿਆਰ ਕਰਨੀ, ਬਾਬਾ ਤੇ ਮੈਨੂੰ ਮੇਰੇ ਨਾਲੋਂ ਜ਼ਿਆਦਾ ਪਿਆਰ ਕਰਦੇ। ਇਸ ਤਰ੍ਹਾਂ ਫੀਲਿੰਗ ਦੇ ਨਾਲ ਅਸੀਂ ਕਰੀ ਜਾਵਾਂਗੇ, ਫਿਰ ਉਹ ਹੋਏਗਾ, ਫਿਰ ਉਹ ਪ੍ਰਗਟ ਹੋਏਗਾ। ਜਿਸ ਤੇ ਜੋ, ਕਿਉਂਕਿ ਸੱਚ ਹੈਗਾ ਕਿ ਉਹ ਮੈਨੂੰ ਪਿਆਰ ਕਰਦਾ, ਪਰ ਮੈਂ ਉਹਨੂੰ ਨਹੀਂ ਪਿਆਰ ਕਰਦੀ, ਮੈਂ ਰੱਬ ਨੂੰ ਨਹੀਂ ਪਿਆਰ ਕਰਦੀ। ਜੇ ਮੈਂ ਰੱਬ ਨੂੰ ਪਿਆਰ ਕਰਦੀ, ਮੈਂ ਕਦੇ ਉਸ ਨੂੰ ਭੁੱਲਣਾ ਨਹੀਂ ਸੀ, ਪਰ ਮੈਂ ਘੜੀ ਘੜੀ ਰੱਬ ਨੂੰ ਭੁੱਲਣੀ ਆ। ਤੇ ਇਸ ਵਾਸਤੇ ਮੇਰਾ ਪਿਆਰ ਵਿੱਚ ਕੋਈ ਕਮੀ ਹੈਗਾ। ਜਦੋਂ ਮੈਂ ਇਹ ਗੱਲ ਨੂੰ ਮੰਨ ਲਾਂਗੀ ਨਾ ਕਿ ਮੇਰੇ ਰੱਬ ਦੇ ਨਾਲ ਪਿਆਰ ਦੇ ਵਿੱਚ ਕੁਝ ਘਟਾ ਹੈ, ਉਸ ਦੀ ਪਿਆਰ ਸੱਚਾ ਹੈ, ਮੇਰਾ ਪਿਆਰ ਸੱਚਾ ਨਹੀਂ, ਫਿਰ ਮੈਂ ਆਟੋਮੈਟਿਕਲੀ ਬਾਬਾ ਮੇਰੇ ਅੰਦਰ, ਫਿਰ ਉਹਨੂੰ ਕਹਾਂਗੀ ਨਾ, ਗੱਲ ਕਰ ਸਕਦੇ ਆ ਨਾ, ਬਾਬਾ ਜੋਤੀ ਬਿੰਦੂ ਬਣ ਕੇ ਬਾਬਾ ਦੇ ਸਾਹਮਣੇ ਜਾ ਕੇ, ਬਾਬਾ ਮੈਂ ਤੈਨੂੰ ਨਹੀਂ ਪਿਆਰ ਕਰਦੀ, ਤੂੰ ਮੇਰੇ ਅੰਦਰ ਪਿਆਰ ਵਧਾ। ਤੇ ਫਿਰ ਲੈਣਾ ਹੈ ਉਸਦੇ ਕੋਲ ਪਿਆਰ।
ਤੁਸੀਂ ਪਿਆਰ ਲੈਂਦੇ ਜਾਓ, ਯੋਗ ਕਰਦੇ ਜਾਓ, ਤੁਸੀਂ ਯਕੀਨਨ ਮੈਨੇ ਆਨੀਆਂ 7 ਦਿਨ 8 ਦਿਨ ਥੋੜੇ ਦਿਨਾਂ ਵਿੱਚ ਤੁਹਾਨੂੰ ਫੀਲ ਹੋਏਗਾ ਰੱਬ ਦੇ ਨਾਲ ਪਿਆਰ। ਹਕੀਕਤ ਅਸੀਂ ਕਰਦੇ ਨਹੀਂ। ਹੁਣ ਤੁਸੀਂ ਆਪਣੇ ਕਲਪਨਾ, ਜਿਹੜਾ ਤੁਸੀਂ ਕਹਿੰਦੇ ਹੋ ਨਾ ਵਰਡ ਤੁਸੀਂ ਯੂਜ਼ ਕੀਤਾ ਕਲਪਨਾ, ਮੈਂ ਯੂਜ਼ ਕਰਨੀ ਹੈ ਚਿੱਤਰ, ਮਨ ਦੇ ਵਿੱਚ ਚਿੱਤਰ, ਦ੍ਰਿਸ਼ਟੀ, ਜਿਸ ਨੂੰ ਕਹਿੰਦੇ ਆ ਦ੍ਰਿਸ਼ਟੀ, ਤਸਵੀਰ ਮਨ ਦੇ ਵਿੱਚ, ਇੱਕ ਵਿਜ਼ਨ, ਇੰਗਲਿਸ਼ ਦਾ ਵਰਡ ਹੈ ਵਿਜ਼ਨ, ਵਿਜ਼ੂਅਲਾਈਜ਼, ਹਾਂ, ਉਹ ਤੁਸੀਂ ਯੂਜ਼ ਕਰਨਾ ਹੈ। ਵਿਜ਼ਨ, ਫੀਲਿੰਗ ਐਂਡ ਥਾਟ, 3 ਥਿੰਗਸ। ਪਹਿਲਾ ਖਿਆਲ ਹੋਣਾ ਚਾਹੀਦਾ ਕਿ ਮੈਂ ਰੱਬ ਨੂੰ ਮਿਲਣਾ ਹੈ, दूसरी विजन लानी पैगी, और तीसरी प्यार, फीलिंग भी पानी पैगी। ਇਹ 3 ਜਦੋਂ ਅਸੀਂ ਕਨਸੈਂਟਰੇਸ਼ਨ ਨਾਲ ਕਰਾਂਗੇ ਨਾ, ਹੋਰ ਕੋਈ ਗੱਲ ਯਾਦ ਹੀ ਨਹੀਂ ਆਏ। ਸਭ ਤੋਂ ਪਹਿਲੀ ਇਹ ਵੱਡੀ ਗੱਲ ਹੁੰਦੀ ਹੈ। ਇੰਨਾ ਕਨਸੈਂਟਰੇਸ਼ਨ ਨਾਲ ਵਿਜ਼ਨ ਕਰਾਂਗੇ ਰੱਬ ਦੇ ਨਾਲ ਮੈਂ ਮਿਲ ਰਿਹਾ, ਫੀਲਿੰਗ ਪਾਉਂਗੀ, ਥਾਟ, ਹੋਰ ਕੋਈ ਗੱਲ ਤੇ ਛੁੱਟ ਹੀ ਗਿਆ ਨਾ, ਦੁਨੀਆ ਤੇ ਛੁੱਟ ਜਾਏਗੀ ਆਪਣੇ ਆਪ, ਹਕੀਕਤ ਵੀ ਛੁੱਟ ਜਾਏਗੀ, ਇਹ ਜੋਗਿੰਦਰ ਸਿੰਘ ਵੀ ਛੁੱਟ ਜਾਏਗਾ ਆਟੋਮੈਟਿਕਲੀ। ਕਿਉਂ? ਪੂਰਾ ਧਿਆਨ ਉਸ ਦੇ ਵਿੱਚ ਹੋਏਗਾ, ਹੈ ਨਾ। ਇਹ ਸਾਨੂੰ ਬੋਲਣਾ ਨਹੀਂ ਪੈਗਾ ਕਿ ਮੈਂ ਜੋਗਿੰਦਰ ਸਿੰਘ ਨਹੀਂ ਆ, ਇਹ ਆਟੋਮੈਟਿਕਲੀ ਛੁੱਟ ਜਾਏਗੀ। ਸਾਡਾ ਫੋਕਸ ਹੋਣਾ ਚਾਹੀਦਾ ਆਤਮਾ ਤੇ ਪਰਮਾਤਮਾ ਦੇ ਉੱਤੇ, ਤੇ ਇਹੋ ਜਿਹੀ ਤਸਵੀਰ ਦੇ ਸਾਹਮਣੇ ਬਹਿਣਾ ਬਹੁਤ ਜ਼ਰੂਰੀ ਹੈ। ਤਾਂ ਸੈਂਟਰਸ ਜਦੋਂ ਅਸੀਂ ਜਾਣੇ ਨਾ, ਹੁਣ ਮੇਰੇ ਘਰ ਦੇ ਵਿੱਚ ਇੱਕ ਇਹ ਮੈਂ ਬਣਾਈ ਹੈ, ਕਿੰਨਾ ਸੋਹਣਾ ਜਿਹਾ ਤੁਹਾਨੂੰ ਦਿਖਾਨੀ ਆ। ਇਹ ਮੈਂ ਲਾਈਟ, मतलब पॉइंट ऑफ लाइट, और अंदर में बत्ती पाई ताकि ये बहुत सोहना लाल सुनहरी देश है, ते ये साडा दुनिया है, धरती है ना। एक मिनट, किथे आ धरती है, ते वक्त है, टाइम में सतयुग, त्रेता, द्वापर, कलयुग। ते इब्राहिम आया सी, बुद्धा, जीसस, मोहम्मद, ते इत्थे कलयुग दे अंत विच गुरु नानक। ते ਇਹ ਹੁਣ ਅਸੀਂ कलयुग दे अंत दे विच सतयुग विच जाना है। परमात्मा खुद आएगा ਤਾਂ कलयुग सतयुग बनेगा। ते साडा काम की है, तर ਇਹ वक्त है, ਇਹ वक्त है। दिन है ते रात, दिन है ते रात, जिवें 24 घंटे दिन ਦੇ ਵਿੱਚ ਹੈਗਾ, मॉर्निंग, आफ्टरनून, नाइट, ਉਹ ऐसे तरह दुनिया मतलब चल रही है, घूम रही है, गोल है। टाइम इज साइक्लिक, ਤੇ ਇਸੇ ਤਰ੍ਹਾਂ कल्प भी साइक्लिक हैगा। मतलब सतयुग, त्रेता, द्वापर, कलयुग, सतयुग, त्रेता, द्वापर, ਇਹ ਚੱਲਦਾ ਰਹੇਗਾ। ਇਸ ਵੇਲੇ ਸਤयुग ਆਣਾ ਹੀ ਆਣਾ ਹੈ, ਪਰ ਅਸੀਂ ਆਪਣੇ ਆਪ ਨੂੰ ਤਿਆਰ ਹੋਣਾ ਹੈ। ਕਲਯੁਗ ਵਿੱਚ ਅਸੀਂ ਇਸ ਵੇਲੇ ਫਸੇ ਆ ਨਾ, ਤੇ ਕਲਯੁਗ ਦੇ ਵਿੱਚ ਨਿਕਲ ਤੇ ਸਤਯੁਗ ਵਿੱਚ ਜਾਣਾ ਹੈ। ਤੇ ਇਹ ਸਾਈਡ में हर एक साइड ਦੀ ਕਿਉਂ ਲਾਇਆ ਇਹ ਤੇ ਚਲੋ ਓਮ ਸ਼ਾਂਤੀ। ਇਹ ਦੇਖੋ सिर्फ पॉइंट ऑफ लाइट, बस, और कुछ नहीं। ज्योति बिंदु क्यों बड़े बड़े तस्वीर लाए? क्योंकि जिन्ना चेर में इन अखां नाल दिखांगी नहीं, ਉਹ ਮਨ ਦੇ ਵਿੱਚ ਕਲਪਨਾ ਕਰਨਾ ਮੁਸ਼ਕਿਲ ਹੈ। ਤੇ ਤੁਸੀਂ ਇਹ ਫੋਨ ਯੂਜ਼ ਕਰੋ ਨਾ, ਫੋਨ ਦੇ ਵਿੱਚ ਇੱਕ ਫੋਟੋ ਜਿਹੜੇ ਮੈਂ ਤੁਹਾਨੂੰ ਭੇਜਿਆ ਨਾ, ਜਿਵੇਂ ਗਰੁੱਪ ਵਿੱਚ ਤੁਸੀਂ ਗਰੁੱਪ ਬਣਾ ਲਓ ਨਾ। ਜੇ ਡੈਡੀ ਦਾ ਆਪਣਾ ਪਾਪਾ ਜੀ ਦਾ ਆਪਣਾ ਫੋਨ ਹੈਗਾ ਨਾ WhatsApp, ਫਿਰ ਉਹ ਫੋਟੋ ਦੇਖ ਸਕਦੇ ਨੇ ज्योति बिंदु का। ਤੁਸੀਂ ਉੱਠ ਕੇ ਸਿਰਫ ਉਹ ਤਸਵੀਰ ਦੇਖਣਾ, ज्योति बिंदु ਕੀ ਹੈਗਾ, मैं ज्योति बिंदु, बाबा भी ज्योति बिंदु, सेम आत्मा, परम आत्मा, आत्मा सेम। ਉਹ परम है, मैं परम नहीं है, पर है ਤੇ ਅਸੀਂ ਦੋਵੇਂ ਆਤਮਾ। ओम, ਉਹ ਵੀ ओम, मैं भी ओम। मेरा शरीर हैगा, इस वास्ते मेरा नाम अमरजीत है। उस दी शरीर ने हैगा, इसका नाम शिव है, सदा वास्ते शिव है, देश शिवा पर मोह है शिव, ਉਹਦਾ ਨਾਮ शिव है। पर ਅਸੀਂ ਉਸਨੂੰ शिव ਕਹਿਣ ਦੀ ਲੋੜ ਨਹੀਂ, ਕਿਉਂਕਿ ਜਿਵੇਂ ਬਲਵਿੰਦਰ ਤੁਹਾਨੂੰ ਜੋਗਿੰਦਰ ਥੋੜਾ ਬੋਲਦੀ, ਪਾਪਾ ਬੋਲਦੀ ਹੈ, ਇਸੇ ਤਰ੍ਹਾਂ ਅਸੀਂ ਬਾਬਾ ਬੋਲਦੇ, ਬਾਬਾ ਜੀ ਕੇ ਬਾਬਾ ਜੀ ਦੇਵ ਦਰਸ਼ਨ, ਮੇਰੇ ਬਾਬਾ ਜੀ ਦੇਵ ਦਰਸ਼ਨ ਅਸੀਂ ਬੋਲਦੇ ਹਾਂ ਨਾ। ਇਸੇ ਤਰ੍ਹਾਂ ਅਸੀਂ ਬਾਬਾ ਮਿਹਰ ਕਰੋ ਅਸੀਂ ਬੋਲਦੇ ਹਾਂ ਕਿ ਨਹੀਂ। ਇਸ ਹੁਣ ਅਸੀਂ ਬੋਲਾਂਗੇ ਮੇਰਾ ਬਾਬਾ। ਕਿਉਂ? ਕਿਉਂਕਿ ਅਸੀਂ ਬਾਬਾ ਨੂੰ ਦੂਰ ਰੱਖਿਆ, ਅਸੀਂ ਬਾਬਾ ਦੇ ਮਤਲਬ ਕਿ ਬੱਚੇ ਹੈਗਾ,
ਬੱਚੇ ਹੈਗਾ ਤੇ ਅਸੀਂ ਨੇੜੇ ਮਤਲਬ ਦਿਲ ਦੇ ਵਿੱਚ ਰਹਿਣੇ, ਅੱਖਾਂ ਦੀ ਨੂਰ ਹੈ ਬਾਬਾ ਦੇ, ਅਸੀਂ ਅੱਖਾਂ ਦੀ ਨੂਰ ਹੈਗਾ, ਅਸੀਂ ਕੋਈ ਸਲੇਵ ਨਹੀਂ ਹੈਗਾ, ਕੋਈ ਮਤਲਬ ਦਾਸ ਨਹੀਂ ਹੈਗੇ ਰੱਬ ਦੀ, ਅਸੀਂ ਬੱਚੇ ਹੈਗਾ। ਤੇ ਇਹ ਬਹੁਤ ਫੀਲਿੰਗ ਅੱਛੀ ਹੁੰਦੀ ਹੈ ਕਿ ਮੈਂ ਬਾਬਾ ਦੀ ਬੱਚੀ ਤੇ ਮੈਂ ਸੇਫ ਹਾਂ, ਇਹ ਫੀਲਿੰਗਸ ਲਿਆਉਣੀ ਹੈ। ਹੁਣ ਅਸੀਂ ਐਕਟਰਸ ਹੈਗਾ ਤੇ ਮਨ ਦੇ ਵਿੱਚ ਉਹ ਐਕਟਿੰਗ ਕਰਨੀ ਪੈਗੀ, ਕਿਉਂਕਿ ਮਨ ਭੁੱਲ ਚੁੱਕੇ, ਯਾਦਾਸ਼ਤ ਖੋ ਚੁੱਕੇ, ਤੇ ਯਾਦਾਸ਼ਤ ਵਾਪਸ ਆਉਣੀ ਵੀ ਕੋਈ ਨਹੀਂ, ਉਸਨੂੰ ਚੇਂਜ ਕਰਨਾ, ਉਸਨੂੰ ਸਮਝਾਣਾ ਹੈ ਇਹ ਸੱਚ ਹੈਗਾ। ਮਨ ਨੂੰ ਆਪਣੇ ਅੰਦਰ ਜਿਹੜੀ ਮਨ ਨਾ ਇੱਕ ਛੋਟੀ ਬੱਚੀ ਹੈਗਾ, ਉਸਨੂੰ ਪਿਆਰ ਨਾਲ ਸਮਝਾਉਣਾ ਪਏਗਾ, ਆਪਣੀ ਆਤਮਾ ਨੂੰ ਆਪਣੇ ਬੱਚੇ ਵਰਗਾ, ਇਹ ਤੂੰ ਮੇਰੀ ਛੋਟੀ ਆਤਮਾ, ਤੂੰ ਮੈਂ ਤੂੰ ਹੀ ਹਾਂ, ਤੂੰ ਤੇ ਮੈਂ ਅਸੀਂ ਇੱਕ ਹਾਂ, ਮੈਂ ਭੁੱਲ ਜਾਂਦੀ ਹਾਂ। ਇਸ ਤਰ੍ਹਾਂ ਕਰਕੇ ਗੱਲ ਕਰ ਆਪਣੇ ਆਪ ਦੇ ਨਾਲ ਕਿ ਮੈਂ ਆਤਮਾ ਹਾਂ ਤੇ ਮੈਂ ਬਾਬਾ ਦੇ, ਠੀਕ ਹੈ। ਇਸ ਤਰ੍ਹਾਂ ਪ੍ਰੈਕਟਿਸ ਕਰੋ। ਉਹ ਰੁੱਖੀ ਸੁੱਖੀ ਵਾਲੀ ਗੱਲ ਨਾ ਕਰਿਆ ਜੇ, ਉਹ ਮੈਂ ਜੋਗਿੰਦਰ ਨਹੀਂ ਹੈਗਾ, ਮੈਂ ਆਤਮਾ ਹੈਗਾ, ਕੱਖ ਨਹੀਂ ਬਣੇਗਾ, ਕੁਛ ਵੀ ਨਹੀਂ ਬਣੇਗਾ। ਸਾਲ ਕਰਦੇ ਜਾਓਗੇ ਤਾਂ ਵੀ ਕੁਛ ਨਹੀਂ ਬਣਨਾ। ਠੀਕ ਹੈ। ਹਾਂਜੀ, ਹੋਰ ਕੋਈ ਸਵਾਲ ਟਰਾਈ ਕਰਨਾ? ਇੱਕ ਸਵਾਲ ਪੁੱਛਾਂ? ਨਹੀਂ ਉਹਨਾਂ ਨੂੰ ਪੁੱਛਣ ਦਿਓ। ਹਾਂ ਹਾਂਜੀ, ਇਹ ਪਰਮਾਤਮਾ ਹੈ, ਇਹ ਅਜੂਨੀ ਆ, ਹਾਂ, ਪਰ ਜਿਹੜੀਆਂ ਸਾਡੇ ਸਰੀਰ ਵਿੱਚ ਆਤਮਾ ਹੈ, ਗੁਣ ਇੱਕੋ ਹੀ ਆ, ਚਾਹੀਦਾ ਇਹ ਸਰੀਰਾਂ ਵਿੱਚ ਆਉਂਦੀ ਆ, ਇਹ ਜੂਨਾਂ ਚ ਆਉਂਦੀ ਆ, ਇਹ ਕਿਉਂ ਆਉਂਦੀ ਹੈ ਜੂਨਾਂ ਚ? ਇੱਕ ਪਤਾ ਕੀ ਹੈ, ਅਸੀਂ ਸਾਰੇ ਨਾ ਕ੍ਰੀਏਟਿਵ ਹੈਗਾ। ਹੁਣ ਮੈਂ ਤੁਹਾਨੂੰ ਆਖਾਂ ਤੁਸੀਂ ਇੱਕ ਕਮਰੇ ਵਿੱਚ ਬੈਠੇ ਰਹੋ ਤੇ ਮੈਂ ਤੁਹਾਨੂੰ ਖਾਣਾ ਦਿਆਂਗੀ, ਸਾਰਾ ਕੁਝ ਦਿਆਂਗੀ, ਤੁਸੀਂ ਬਸ ਕਮਰੇ ਤੋਂ ਨਿਕਲੋ ਨਾ, ਤੁਹਾਨੂੰ ਪਸੰਦ ਕਰੇਗਾ? ਤੁਸੀਂ ਪਸੰਦ ਕਰੋਗੇ? ਕਿਉਂ? ਇਸੇ ਤਰ੍ਹਾਂ ਅਸੀਂ ਪਰਮ ਧਾਮ ਵਿੱਚ ਟਿੱਕੇ ਸਾਂ, ਅਸੀਂ ਪਸੰਦ ਨਹੀਂ ਕਰਦੇ, ਅਸੀਂ ਖੇਡਣਾ। ਆਤਮਾ ਨੂੰ ਤੁਸੀਂ ਇਨਸਾਨ ਨੂੰ ਕਿਸੇ ਕਮਰੇ ਵਿੱਚ ਬੰਦ ਕਰਦੇ ਹੋ ਤੇ ਉਹਨੂੰ ਕਹਿੰਦੇ ਤੁਸੀਂ ਇੱਕ ਕਮਰੇ ਵਿੱਚ ਰਹਿੰਦੇ ਜਾਓ, ਅਸੀਂ ਖਾਣਾ ਖੁਣਾ ਸਾਰ ਦੇ ਤੂੰ ਸੌ ਤੇ ਖਾ, ਬਸ ਖੁਸ਼ ਨਹੀਂ ਹੋਏਗਾ। ਕਿਉਂਕਿ ਸਾਡਾ ਆਤਮਾ ਜਿਹੜੀ ਨਾ ਨੋਟੀ ਹੈਗਾ, ਵੀ ਵਾਂਟ ਟੂ ਐਕਸਪੀਰੀਅੰਸ, ਅਸੀਂ ਖੇਡਣਾ ਹੈ ਬੱਚਿਆਂ ਵਰਗਾ, ਅਸੀਂ ਬੱਚੇ ਹੈਗਾ। ਹੁਣ ਉਹ ਪਿਓ ਹੈ, ਉਹ ਸਿਆਣਾ ਹੈ, ਉਹਨੂੰ ਪਤਾ ਹੈ ਖੇਡਣ, ਉਹਦਾ ਰੋਲ ਹੀ ਅਲੱਗ ਹੈ। ਉਹਦਾ ਇੱਕ ਦੁਨੀਆ ਵਿੱਚ 8 ਬਿਲੀਅਨ ਸੋਲਸ ਦੇ ਵਿੱਚ ਇੱਕੋ ਸੋਲ ਪਰਮਾਤਮਾ ਦਾ ਹੈ ਜੋ ਖੇਡਣੇ ਖੇਡਦਾ। ਉਹਨੇ ਸੈਕਰੀਫਾਈਸ ਕੀਤਾ ਕਿ ਮੈਂ ਖੇਡਣੇ ਖੇਡਾਂਗਾ, ਤੁਸੀਂ ਸਾਰੇ ਖੇਡ ਲਓ, ਮੈਂ ਤੈਨੂੰ ਸਾਰੇ ਨੂੰ ਵਾਪਸ, ਇੰਨੀ ਸ਼ਕਤੀ ਹੈ ਉਸ ਇੱਕ ਦੇ ਵਿੱਚ ਕਿ 8 ਬਿਲੀਅਨ ਸੋਲਸ ਨੂੰ ਵਾਪਸ ਲੈ ਕੇ ਜਾਏਗਾ, ਇਕੱਠੇ ਮੱਛਰ ਵਾਂਗਾ। ਗੁਰਬਾਣੀ ਵਿੱਚ ਲਿਖਿਆ ਮੱਛਰ ਵਾਂਗਾ ਅਸੀਂ ਜਾਵਾਂਗੇ ਵਾਪਸ। ਠੀਕ ਹੈ, ਪਰ ਜਿਸ ਵੇਲੇ ਸਰੀਰ ਵਿੱਚੋਂ ਆਤਮਾ ਨਿਕਲ ਜਾਂਦੀ ਆ ਤੇ ਉਸ ਆਤਮਾ ਨੂੰ ਪਰਮਾਤਮਾ ਜਾਣਾ ਚਾਹੀਦਾ, ਨਾ ਕਿ ਕਿਸੇ ਹੋਰ ਪੇਟ ਵਿੱਚ ਜਾਣਾ ਚਾਹੀਦਾ। ਇਹ ਕਰਮ ਉੱਤੇ ਵੀ ਇਸ ਵੇਲੇ ਇਸ ਅਖੀਰਲਾ ਜਨਮ ਵਿੱਚ ਅਸੀਂ ਪਰਮਾਤਮਾ ਕੋਲ ਹੀ ਜਾਵਾਂਗੇ, ਫਰਿਸ਼ਤਾ ਸ਼ਾਇਦ ਬਣਾਂਗੇ। ਇਹ ਸਾਡੇ ਕਰਮ ਦੇ ਉੱਤੇ, ਜੇ ਅਸੀਂ ਰੱਬ ਨੂੰ ਜ਼ਿਆਦਾ ਯਾਦ ਕਰਾਂਗੇ ਤੇ ਜਿਸ ਅਵਸਥਾ ਵਿੱਚ ਅਸੀਂ ਸਰੀਰ ਨੂੰ ਛੱਡਾਂਗੇ, ਜੇ ਇਸ ਜਨਮ ਦੇ ਵਿੱਚ ਮਤਲਬ ਇਸ ਰੂਪ ਦੇ ਵਿੱਚ ਅਸੀਂ ਨਾ ਯਾਦ ਕੀਤਾ ਕਿ ਸਾਡਾ ਕੈਰੈਕਟਰ ਸੰਸਕਾਰ ਰੱਬ ਵਰਗਾ ਬਣ ਗਿਆ, ਫਿਰ ਅਸੀਂ ਫਰਿਸ਼ਤਾ ਬਣ ਕੇ ਰੱਬ ਦੇ ਕੋਲ ਜਾਵਾਂਗੇ। ਪਰ ਜੇ ਅਸੀਂ ਮੇਰਾ ਹੁਣ ਐਕਸੀਡੈਂਟ ਹੋ ਗਿਆ ਤੇ ਮੈਂ ਤੇ ਅਜੇ ਫਰਿਸ਼ਤਾ ਬਣੀ ਨਹੀਂ, ਮੈਂ ਤਾਂ ਮੈਂ ਫਿਰ ਜਨਮ ਲਵਾਂਗੀ ਕਿਸੇ ਉਹ ਮਾਂ ਦੇ ਗਰਭ ਵਿੱਚ, ਕਿਉਂਕਿ ਮੇਰਾ ਅਵਸਥਾ ਹੀ ਨਹੀਂ ਬਣੀ। ਜਿਸ ਤਰ੍ਹਾਂ ਮਨ ਦੀ ਅਵਸਥਾ ਸਰੀਰ ਛੱਡਣ ਵੇਲੇ, ਉਸ ਤਰ੍ਹਾਂ ਜਨਮ। ਤੇ ਜੇ ਰੱਬ ਕੋਲ ਜਾਣਾ ਹੈ ਤੇ ਫਿਰ ਇਸ ਜਨਮ ਦੇ ਵਿੱਚ ਹੀ ਸਰੀਰ ਦੇ ਛੱਡਣ ਤੋਂ ਪਹਿਲਾਂ ਰੱਬ ਵਰਗਾ, ਗੁਰੂ ਨਾਨਕ ਵਰਗਾ ਗੁਣ ਆਪਣੇ ਅੰਦਰ ਲਿਆਣਾ ਪੈਗਾ। ਮਤਲਬ ਸਾਰੇ ਨਾਲ ਸ਼ਾਂਤੀ, ਉਸ ਤਰ੍ਹਾਂ ਬਣਨਾ ਪੈਗਾ। ਹੁਣ ਜਿਵੇਂ ਹੁਣ ਬਣਾਂਗੇ ਉਸ ਤਰ੍ਹਾਂ ਜਨਮ ਮਿਲੇਗਾ। ਠੀਕ ਹੈ। ਤਾਂ ਕਹਿੰਦੇ ਨੇ ਨਾ, ਤੁਕ ਹੈ ਕਬੀਰ ਜੀ ਦਾ ਕਿ ਪੈਸਾ ਦੇ ਬਾਰੇ ਸੋਚੇਗਾ ਤੇ ਸੱਪ ਵਰਗਾ ਜਨਮ ਹੋਏਗਾ। ਉਹਦਾ ਮਤਲਬ ਇਹ ਕਿ ਸੱਪ ਬਣਨਾ, ਸੱਪ ਵਰਗਾ ਮਤਲਬ ਉਹੋ ਹੀ ਜਿਹਾ ਜਨਮ ਹੋਏਗਾ ਜਿਹੜਾ ਕਰਤੂਤ ਸੱਪ ਵਰਗਾ ਹੋਏਗਾ। ਮਾਨਕ ਦੇ ਕਰਤੂਤ ਪਸ਼ੂ ਕੀ, ਇਹ ਗੱਲ। ਅੰਤਕਾਲ ਜੋ ਨਾਰਾਇਣ ਸਿਮਰੇ,
हाँ नारायण सिमरे ते ओदा ਇਹ नहीं मतलब कि मुंह तो नारायण निकले ते नारायण बन जाए, नहीं नहीं, साडा अवस्था नारायण बन जाएगा ते जरूर नारायण बन जाएंगे। सतयुग नारायण मतलब सतयुग दा राजा, ਇਹ ਤੇ ਮਕਸਦ ਹੈ ਸਾਡੀ, ਅਸੀਂ बनना है सतयुग दे राजा, है ना। मतलब परम धाम में जाके बाबा दे कोल टिक के फिर खेड खेडन आना ही आना किसे। ए अमर कथा है, अमर अमर कथा, ਅਸੀਂ अमर आत्मा, बाबा अमर, इस वास्ते खत्म होने वाली खेड हैगा नहीं। ठीक है ठीक है। हौली 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 ਅੱਜ ਮੈਂ ਦੁਬਾਰਾ ਰਿਪੀਟ ਕੀਤਾ, ਅਗਲੀ ਵਾਰੀ ਹੋਰ ਗਹਿਰਾਈ ਵਿੱਚ ਜਾਵਾਂਗੇ, ਸ੍ਰਿਸ਼ਟੀ ਚੱਕਰ ਦਾ ਇੱਕ ਇੱਕ ਯੁੱਗ ਦਾ ਅੱਛੀ ਤਰ੍ਹਾਂ ਦੱਸਾਂਗੀ ਕਿ ਤਾਂ ਕਿ ਸਾਨੂੰ ਆਪਣਾ ਹਿਸਟਰੀ ਜਿਓਗ੍ਰਾਫੀ ਪਤਾ ਹੋਏਗਾ ਕਿ ਦੁਨੀਆ ਕਿੱਥੋਂ ਆਏ ਆ, ਕਿਸ ਤਰ੍ਹਾਂ ਆਏ ਆ, ਸਾਰਾ ਹਿਸਟਰੀ ਜਿਓਗ੍ਰਾਫੀ ਮਜ਼ਾ ਆਉਂਦਾ ਸੁਣਨ ਦਾ ਔਰ ਹੋਰ ਪਿਆਰ ਪੈਦਾ ਕਰਦਾ। ਪਰ ਮੇਨ ਗੱਲ ਜਿਹੜੀ ਹੈ ਨਾ, ਮੈਂ ਆਤਮਾ ਤੂੰ ਪਰਮਾਤਮਾ ਤੇ ਯੋਗ ਮਿਲਨ ਜਿਹੜੀ ਹੈ ਨਾ, ਗੋਬਿੰਦ ਮਿਲਨ ਨੂੰ ਯੋਗ ਕਹਿੰਦੇ, ਸਿਮਰਨ ਕਹਿੰਦੇ ਆ, ਰਿਮੈਂਬਰੈਂਸ ਕਹਿੰਦੇ ਆ। ਇੰਗਲਿਸ਼ ਵਿੱਚ ਰਿਮੈਂਬਰੈਂਸ, ਗੁਰਬਾਣੀ ਵਿੱਚ ਗੋਬਿੰਦ ਮਿਲਨ, ਹਿੰਦੀ ਵਿੱਚ ਯੋਗ ਸਿਮਰਨ, ਇਹ ਮਤਲਬ ਨਾਮ ਨੇ, ਉਸ ਦੇ ਨਾਲ ਕਨੈਕਸ਼ਨ, ਡਿਵਾਈਨ ਕਨੈਕਸ਼ਨ, ਜੋ ਮਰਜੀ ਬੋਲੋ, ਮਤਲਬ ਇਹ ਕਰਨ ਵਾਲੀ ਗੱਲ ਹੈ, ਇਹ ਕਰਨਾ ਹੈ। ਬਾਕੀ ਸਾਰਾ ਕੁਝ ਇਹ ਕਰਨ ਵਾਸਤੇ ਜਿੰਨਾ ਅਸੀਂ ਸੁਣਾਂਗੇ ਕੰਨ ਦੇ ਵਿੱਚ ਜਾਏਗਾ, ਅੱਖ ਦੇ ਨਾਲ ਵੇਖਾਂਗੇ, ਉਹ ਮਤਲਬ ਕਿ ਫਿਰ ਸਾਡਾ ਅਵਸਥਾ ਜਾਗੇਗਾ ਨਾ, ਫਿਰ ਅਸੀਂ ਕਰਾਂਗੇ। ਜਿਹਨੇ ਹੁਣ ਦੇਖੋ, ਜੇ ਤੁਸੀਂ ਮੇਰੇ ਇਹ ਗੱਲਾਂ ਦੁਬਾਰਾ ਨਹੀਂ ਸੁਣਿਆ ਫਿਰ ਟਿਕੇਗਾ ਕਿਵੇਂ ਮਨ? ਇਸ ਤਰ੍ਹਾਂ ਸੁਣਨਾ ਪਏਗਾ, ਸੁਣੋ 4 ਪੌੜੀਆਂ ਸੁਣਨ ਦੇ, ਫਿਰ ਕਿਤੇ ਜਾ ਕੇ 4 ਪੌੜੀਆਂ ਮੰਨਣ ਦੇ, ਸੁਣ ਕੇ ਫਿਰ ਮੰਨਣਾ। ਪਾਠ ਕਰਨ ਦੀ ਕੋਈ ਲੋੜ ਨਹੀਂ। ਹਾਂ ਪਾਠ ਕਰਨ ਦੀ ਲੋੜ ਨਹੀਂ। ਦੇਖੋ ਜੇ ਤੁਸੀਂ ਪਾਠ ਕਰਨਾ ਬਹੁਤ ਵਧੀਆ ਹੈ, ਜੇ ਰੱਬ ਨੂੰ ਯਾਦ ਕਰਕੇ ਪਾਠ ਕਰਿਓ, ਜਿਵੇਂ ਬਾਬਾ ਦੇ ਨਾਲ ਟਿਕ ਕੇ ਤੁਸੀਂ ਬਾਬਾ ਦੇ ਵਚਨ ਬੋਲ ਰਹੇ ਹੋ ਤੇ ਫਿਰ ਵਾਹ। ਪਰ ਜੇ ਤੁਸੀਂ ਬੋਲਦਿਆਂ ਤੁਹਾਡਾ ਮਨ ਉੱਥੇ ਇੱਥੇ ਚਲਾ ਗਿਆ ਤੇ ਫਿਰ ਕੀ ਫਾਇਦਾ? ਤੇ ਫਿਰ ਕੀ ਫਾਇਦਾ? ਇਸ ਵਾਸਤੇ ਤੁਸੀਂ ਪਾਠ ਖੋਲੋ ਬੇਸ਼ੱਕ, ਪਰ ਮਨ ਤੁਸੀਂ ਰੱਬ ਦੇ ਨਾਲ ਮੇਨ ਕਨਸੈਂਟਰੇਸ਼ਨ, ਉਹ ਤੁਸੀਂ ਪੂਰਾ ਜ਼ਿੰਦਗੀ ਅਸੀਂ ਪਾਠ ਕਰਕੇ ਦੇਖ ਚੁੱਕੇ ਹੈ ਨਾ, ਵਧੀਆ ਹੈ। ਪਰ ਹੁਣ ਜਿਹੜਾ ਮਨ ਨੂੰ ਜਿਹੜਾ ਪਾਠ ਕਹਿ ਰਿਹਾ, ਪਾਠ ਦਾ ਕੀ ਮਤਲਬ? ਚੌਥੀ ਪੌੜੀ ਜਪਜੀ ਸਾਹਿਬ ਵਿੱਚ, ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਅੰਦਰੀ ਮੁਖ ਨਾਨਕ ਕੇ ਜਾਣੇ ਸਭ ਆਪੇ ਸਚਾਰ। ਮੈਂ ਤੋਤਿਆਂ ਵਰਗਾ ਬੋਲੀ ਜਾਵਾਂਗੀ, ਕੋਈ ਫਾਇਦਾ ਹੈ? ਕੋਈ ਫਾਇਦਾ ਹੈ? ਫਾਇਦਾ ਤਿਲ ਵਾਂਗ ਫਾਇਦਾ। ਪਰ ਜੇ ਮੈਂ ਅੰਮ੍ਰਿਤ ਵੇਲਾ ਜਾਗਾਂਗੀ ਤੇ ਉਸ ਕਰਮੀ ਆਵੇ ਕਪੜਾ, ਇਸ ਕਪੜਾ ਵਰਗਾ ਸਰੀਰ ਦਾ ਲਾਭ ਕਰਾਂਗੀ, ਫਿਰ ਤੇ ਮੈਂ ਉਹ ਪੜਨ ਦੀ ਲੋੜ ਹੀ ਨਹੀਂ, ਮੈਂ ਕੀਤਾ। ਫਿਰ ਤੇ ਗੋਬਿੰਦ ਮਿਲਨ ਕੀ ਤੇਰੇ ਬਰਿਆ, ਜੇ ਮੈਂ ਉਸਨੂੰ ਪੜਾਂਗੀ ਨਹੀਂ ਪਰ ਮੈਂ ਕੀਤਾ। ਜਿਸਕੇ ਸਿਰ ਉੱਪਰ, ਇਹ ਵੀ ਤੇ ਸਾਰੇ ਪਾਠ ਹੀ ਨੇ, ਪਰ ਉਹ ਪੜਨ ਦੀ। ਹੁਣ ਮੈਂ ਤੁਹਾਡੇ ਨਾਲ ਇਹ ਬੋਲਿਆ ਨੇ ਪੰਜਾਬੀ ਜਾਂ ਗੁਰਮੁਖੀ ਗੱਲਾਂ, ਪਰ ਜਦੋਂ ਵਾਣੀ ਜਾਂ ਕੋਈ ਹੋਰ ਕਰ ਰਹੇ ਨੇ, ਉਹ ਇਹ ਵਚਨ ਨਹੀਂ ਬੋਲ ਰਹੇ, ਪਰ ਤੇ ਉਹ ਤੇ ਇਹੋ ਕਰ ਰਹੇ ਨੇ ਨਾ, ਮਤਲਬ ਕਰਨ ਦੀ ਗੱਲ ਹੈ। ਹਾਂ, ਉਹ ਬੋਲਣ ਦੀ ਗੱਲ ਨਹੀਂ ਹੈਗਾ, ਕਰਨ ਦੀ ਗੱਲ ਹੈ। ਗੱਲ ਅਮਲ ਦੀ ਹੈ। ਕੋਈ ਵੀ ਗਿਆਨ ਹੈਗਾ, ਜੇ ਅਮਲ ਕਰੋਗੇ ਤਾਂ ਲਿਆਓਗੇ। ਇਸ ਵਾਸਤੇ ਮੂੰਹ ਨਾਲ ਜੋ ਮਰਜੀ ਬੋਲੋ, ਪਰ ਤੁਹਾਡੀ ਤੂੰ ਜੇ ਪਾਠ ਨਹੀਂ ਹੈ ਆਉਂਦੀ ਕਿਸੇ ਨੂੰ, ਤੂੰ ਹੀ ਬੋਲੋ, ਕੋਈ ਗੱਲ ਨਹੀਂ। ਓਮ ਬੋਲੋ, ਕੋਈ ਉਹ ਫਰਕ ਨਹੀਂ। ਬਾਬਾ ਬੋਲੋ, ਕੋਈ ਫਰਕ ਨਹੀਂ। ਮਨ ਦੇ ਵਿੱਚ ਕੀ ਹੈ ਉਹ ਇੰਪੋਰਟੈਂਟ ਹੈ। ਤੁਸੀਂ ਥਾਈਲੈਂਡ ਰਹਿੰਦੇ ਹੋ? ਹਾਂਜੀ। ਤੁਹਾਡੀ ਪੰਜਾਬੀ ਕਿਉਂ ਨਹੀਂ ਵਧੀਆ? ਕਿਉਂਕਿ ਬੜੀਆਂ ਕਥਾ ਸੁਣੀਆਂ ਨੇ। ਜਦੋਂ ਮੈਂ ਗੁਰਬਾਣੀ ਦੀ ਮੈਨੂੰ ਪੰਜਾਬੀ, ਮੈਂ ਇੰਡੀਆ ਤੋਂ ਪੜ੍ਹੀ ਆ ਇੰਗਲਿਸ਼ ਮੀਡੀਅਮ ਸਕੂਲ, ਮੈਨੂੰ ਪੰਜਾਬੀ ਇੱਕਦਮ ਨਹੀਂ ਆਉਂਦੀ, ਮੈਂ ਹਿੰਦੀ ਤੇ ਇੰਗਲਿਸ਼। ਪਰ ਜਦੋਂ ਮੈਂ ਗੁਰਬਾਣੀ ਦੀ ਖੋਜ ਕੀਤੀ ਨਾ ਪਹਿਲੀ ਵਾਰੀ, ਤੇ ਮੈਂ ਮਨਮੋਹਨ ਦੀ ਸਟੀਕ 10 ਸਟੀਕ ਖਰੀਦਿਆ ਸਨ ਤੇ ਬੈਠੀ ਸਨ, ਤੇ ਮੈਂ 10 ਸਟੀਕ ਆਪਣੇ ਸਾਹਮਣੇ ਰੱਖ ਕੇ ਨਾ ਮੈਂ ਰੱਬ ਦੇ ਨਾਲ ਗੱਲ ਕੀਤੀ ਕਿ ਬਾਬਾ ਮੈਂ ਤੈਨੂੰ ਖੋਜਣ ਦੀ ਕੋਸ਼ਿਸ਼ ਕਰ ਰਹੀ ਹਾਂ ਪੰਜਾਬੀ ਦੇ ਰਾਹੀਂ, ਜੇ ਮੈਨੂੰ ਨਹੀਂ ਮਿਲਿਆ ਤੂੰ ਨਾ, ਫਿਰ ਮੈਂ ਬਾਈਬਲ ਦੇ ਰਾਹੀਂ ਖੋਜਾਂਗੀ, ਕਿਉਂਕਿ ਮੈਨੂੰ ਇੰਗਲਿਸ਼ ਆਉਂਦੀ ਹੈ। ਇੰਪੋਸੀਬਲ। ਮੈਂ ਰੱਬ ਨੂੰ 1 ਸਾਲ ਦਿੱਤਾ, ਮੈਂ ਕਿਹਾ ਮੈਨੂੰ ਤੂੰ ਮੈਨੂੰ ਸਿੱਖ ਬਣਾਇਆ ਤੇ ਹੁਣ ਮੈਨੂੰ ਫਿਰ ਸਮਝਾ।
ਤੇ ਉਸ ਜ਼ਮਾਨੇ ਵਿੱਚ ਇੰਟਰਨੈਟ ਨਹੀਂ ਸੀ, ਸਮਝਾਉਣ ਵਾਲਾ ਵੀ ਨਹੀਂ ਸੀ, ਫਿਰ ਵੀ ਉਸਨੇ ਸੰਭਾਲ ਲਿਆ ਕਿਉਂਕਿ ਮੈਂ ਉਹਦੇ ਤੇ ਛੱਡਿਆ ਸੀ ਤੇ ਮੈਂ ਉਹਨੂੰ ਟਾਈਮ ਦਿੱਤਾ ਸੀ। ਉਹ 1 ਸਾਲ ਪੂਰੀ ਜ਼ਿੰਦਗੀ ਬਣ ਗਈ। ਕੀ ਪੰਜਾਬੀ ਹੁਣ ਲਿਖ ਲੈਣੇ ਪੜ੍ਹ ਲੈਣੇ? ਹਾਂ ਆਹੋ ਉਹ ਤੇ ਮੈਂ ਕਿਉਂਕਿ ਮੈਨੂੰ ਹਿੰਦੀ ਆਉਂਦੀ ਸੀ ਤੇ ਮੈਂ ਫਟਾਫਟ ਪੰਜਾਬੀ ਬਹੁਤ ਛੇਤੀ ਮੈਂ ਸਿੱਖ ਲਈ ਸੀ। 1 ਮਹੀਨਾ ਵਿੱਚ ਮੈਂ ਪੰਜਾਬੀ ਦੇ 1 ਮਹੀਨੇ ਸਿੱਖ ਲੈਂਦਾ ਬੰਦਾ, 1 ਮਹੀਨੇ ਸਿੱਖ ਲੈਂਦਾ ਪੰਜਾਬੀ ਜੇ ਇੰਟਰਸਟ ਹੋਵੇ। ਪੰਜਾਬੀ ਇੰਨੀ ਸੌਖੀ ਆ 1 ਮਹੀਨੇ ਨਹੀਂ, ਬਹੁਤ ਪੰਜਾਬੀ ਤੇ ਮੈਨੂੰ ਲਿਖਣੀ ਆਉਂਦੀ ਹੈ। ਇਹ ਤੁਹਾਡੀ ਪੰਜਾਬੀ ਤੁਹਾਡੀ ਬੋਲਦੇ ਜਿਹੜੇ ਨਾ, ਤੁਹਾਡੀ ਬੋਲਦੀ ਠੇਠ ਵਿੱਚ ਇੰਨੀ ਪੰਜਾਬੀ ਇਹ ਵੀ ਨਹੀਂ ਬੋਲਦੀ ਆ। ਸਾਡੀ ਕੁੜੀ ਵੀ ਪੰਜਾਬੀ ਨਹੀਂ ਬੋਲਦੀ। ਨਹੀਂ, ਇਹ ਮੈਨੂੰ ਬੋਲੀ ਤਾਂ ਸੁਣ ਇੰਨਾ ਮੈਂ 8 ਘੰਟੇ ਕਥਾ ਸੁਣਦੀ ਸਾਂ। ਗਿਆਨੀ ਤਰਜੀਤ ਸਿੰਘ ਜੀ, ਮਸਕੀਨ ਜੀ ਦੀ, ਦੜਪਨ ਦੀ, ਭਾਈ ਜਸਪਾਲ ਸਿੰਘ ਜੀ, 8 ਘੰਟੇ ਸਿਰਫ ਸੁਣਨਾ ਨੇ, ਕਿਤਾਬ ਦੇ ਨਾਲ ਸੁਣ ਕੇ ਲਿਖਣਾ, ਇਸ ਤਰ੍ਹਾਂ ਮੈਂ ਕਰਦੀ ਸਾਂ। ਉਹਨਾਂ ਨੂੰ ਬੋਲਣ ਦਿਓ, ਉਹਨਾਂ ਨੂੰ। ਤਾਂ ਮੇਰੇ ਜੀ ਸਾਹਿਬ ਐਵੇਂ ਥੋੜਾ ਟ੍ਰਾਂਸਲੇਸ਼ਨ, ਇਹ ਜਿਹੜੇ ਐਪੀਸੋਡਸ ਬਣਨੇ ਨੇ ਤੁਸੀਂ ਜ਼ਰੂਰ ਸੁਣੇ। 15 ਮਿੰਟ ਦੇ ਐਪੀਸੋਡਸ ਪੰਜਾਬੀ ਵਿੱਚ ਕੀਤੇ ਨੇ ਪੂਰੀ ਜਪਜੀ ਸਾਹਿਬ ਦਾ। 76 ਐਪੀਸੋਡ ਮੈਂ ਨਹੀਂ ਕੀਤਾ, ਉਸਨੇ ਕਰਾਇਆ। ਇਹ ਕਿਵੇਂ ਨਿਕਲਿਆ ਹੁਣ? ਇਹ ਬੜਾ ਮਤਲਬ ਮਿਹਨਤ ਕੀਤੀ ਜ਼ਿੰਦਗੀ ਵਿੱਚ, ਪਰਮਾਰਥ ਦੇ ਰਾਹ ਤੇ ਟੁਰਦਿਆਂ 25 ਸਾਲ 26-27 ਸਾਲ ਹੋ ਗਿਆ ਹੁਣ ਪਰਮਾਰਥ ਦੇ ਰਾਹ। ਪਰ ਇਸ ਤਰ੍ਹਾਂ ਯੋਗ ਜਿਹੜਾ ਬ੍ਰਹਮਾ ਕੁਮਾਰੀ ਦੇ ਰਾਹੀਂ ਮੈਨੂੰ ਜਿਹੜਾ ਗੁਰਬਾਣੀ ਦੀ ਗੱਲ ਨੂੰ ਉਹਦੀ ਚਾਬੀ ਖੁੱਲੀ, ਉਹ 12 ਸਾਲ ਹੋਏ। ਚਾਬੀ, ਹਾਂ ਸਮਝ ਗਿਆ ਨਾ? ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। You can stop the recording also. Bye. ਹਾਂਜੀ ਮੈਮ। Yes, hi. ਹਾਂਜੀ। ਮੇਰਾ ਇੱਕ ਕੁਐਸਚਨ ਹੈ। One second, Balvinder, if you have to leave, you leave. I'll talk to Jasveer, no problem. ਹਾਂਜੀ।